ਵੀ ਨੇੜੇ ਆ ਗਏ ਹੁਣ ਤੁਹਾਡੀ ਆਵਾਜ਼ ਵੱਧ ਗਈ ਹੈ, ਇਹਨਾਂ ਦੀ ਘਟ ਗਈ। ਤੁਸੀਂ ਪੰਜਾਬ ਚ बहुत फर्क पड़ेगा। हेलो अंकल जी, आज माता जी क्यों नहीं आए? ਮਾਤਾ ਅੱਜ ਵਾਂਡੇ ਤੇ ਗਈ ਹੈ। ਹਾਂ ਸੁਖਜੀਤ ਜੀ, ਤੁਸੀਂ ਕੁਝ ਕਹਿਣਾ ਚਾਹੁੰਦੇ ਹੋ? ਹਾਂਜੀ ਹਾਂਜੀ, ਨਿਜਰ ਸਾਹਿਬ ਤੇ ਗੁਰਕੀ ਸਾਹਿਬ, ਇੱਕ ਰਿਕੁਐਸਟ ਹੈਗੀ ਆ, ਤੁਸੀਂ ਭਾਵੇਂ 2 ਸਕਿੰਟ ਲਈ ਆਪਣੇ ਦਰਸ਼ਨ ਦੇ ਦਿਆ ਕਰੋ ਪਲੀਜ਼ ਵੀਡੀਓ ਤੇ। ਉਹ ਸਾਰਿਆਂ ਨੂੰ ਨਾ ਜਿਹੜੀ ਬੋਡੀ ਲੈਂਗੁਏਜ ਨਾਲ ਬੜਾ ਆਨੰਦ ਆਉਂਦਾ। ਨਹੀਂ, ਵੈਸੇ ਤਾਂ ਕੋਈ ਇਸਨਾ ਫਰਕ ਪੈਂਦਾ ਨਹੀਂ ਹੈ। ਨਹੀਂ ਨਿੱਜਰ ਸਾਹਿਬ, ਤੁਸੀਂ ਸ਼ਕਲ ਦਿਖਾ ਦਿਆ ਕਰੋ, ਮੇਰੀ ਤੇ ਸ਼ਕਲ ਉਦਾਂ ਦੀ ਵੈ। ਧੰਨਵਾਦ ਧੰਨਵਾਦ ਜੀ। ਕੋਈ ਨਹੀਂ, ਤੁਹਾਡੀ ਵੀ ਆ ਜਾਣੀ ਹੈ, ਬਣ ਜਾਣੀ ਹੈ ਸ਼ਕਲ, ਆਪੇ ਬਣ ਜਾਣੀ ਹੈ। ਸ਼ਕਲ ਮੈਨੂੰ ਜੰਗਲ 'ਚ ਜਾਣਾ ਪੈਣਾ ਲੱਗਦਾ। ਨਹੀਂ ਕੋਈ ਨਹੀਂ, ਬਸ ਜੰਗਲ ਹੀ ਸਮਝਣਾ ਪੈਣਾ ਹੈ, ਤਾਂ ਹੀ ਬਣੂਗੀ। ਇਹ ਸੰਨਿਆਸੀ ਹੋਣਾ ਪੈਣਾ ਜਿਉਂਦੀ ਦੀ। ਠੀਕ ਹੈ ਨਿੱਜਰ ਸਾਹਿਬ। ਹਾਂਜੀ ਹਾਂਜੀ, ਲਓ ਜੀ ਸ਼ੁਰੂ ਤੁਹਾਡੇ ਕਰੀਏ। ਵਰਗੇ ਬਣਨਾ ਬਹੁਤ ਸ਼ੁਰੂ ਕਰੀਏ ਆਪਾਂ। ਹਾਂ, 87 ਤੇ 88 ਅੰਗ ਦੇ ਉੱਤੇ ਆਪਾਂ ਹੈਗੇ ਹਾਂ ਜੀ। ਇਹ 87 ਤੋਂ ਸ਼ੁਰੂ ਹੁੰਦਾ ਹੈ ਸ਼ਲੋਕ, ਤੇ ਆਪਾਂ ਨੇ ਜਿਹੜੀਆਂ ਹੈਗੀਆਂ, ਮਾਫ ਕਰਨਾ ਜੀ ਕਿਸੇ ਦਾ ਮਾਈਕ ਨਾ ਖੋਲਿਓ, 13ਵੀਂ ਪੌੜੀ ਲੈ ਰਹੇ ਹਾਂ ਆਪਾਂ, ਉਹਦੇ ਸ਼ਲੋਕ ਲੈ ਰਹੇ ਹਾਂ। ਤੇ 12ਵੀਂ ਪੌੜੀ ਜਿਹੜੀ ਆਪਾਂ ਨੇ ਕੀਤੀ ਸੀ, ਉਹਦੇ ਵਿੱਚ ਮਹਾਰਾਜ ਨੇ ਦੱਸਿਆ ਸੀਗਾ, ਔਰ ਮਹਾਰਾਜ ਨੇ ਜਿਹੜਾ ਹੈਗਾ ਸੰਤਾਂ ਨੂੰ ਐਡਰੈਸ ਕੀਤਾ ਸੀਗਾ, ਭਾਈ ਵੀ ਭਗਤੀ ਕਰਨ ਵਾਲਿਓ ਤੁਸੀਂ ਸੁਣ ਲਓ, 2 ਰਸਤੇ ਹੈਗੇ ਆ। ਤੇ ਲਿਵ ਵਾਲਿਆਂ ਨੇ ਤਾਂ ਕੀ, ਦੂਸਰਾ ਜਿਹੜੇ ਧਾਤ ਵਾਲੇ ਹੈਗੇ ਉਹਨਾਂ ਨੇ ਤਾਂ ਨਹੀਂ ਸੁਣਨੀ, ਪਰ ਤੁਸੀਂ ਤਾਂ ਸੁਣ ਲਓ ਸੰਤ ਜਣੋ। ਹਰ ਕੇ ਸੰਤ ਸੁਣੋ ਜਨ ਭਾਈ, ਹਰ ਸਤਿਗੁਰ ਕੀ ਇੱਕ ਸਾਖੀ। ਬਈ ਇਹ ਸਤਿਗੁਰੂ ਦੀ ਆ ਸਿੱਖਿਆ ਸੁਣ ਲਓ ਤੇ ਇਹਨੂੰ ਆਪਣੇ ਮਨ 'ਚ ਵਸਾਓ, ਹਿਰਦੇ 'ਚ ਵਸਾਓ। ਜਿਨ ਧੁਰੇ ਭਾਗ ਹੋਵੇ, ਜੇ ਤੁਹਾਡੇ ਭਾਗ ਹੋਣਗੇ ਮੁੱਖ ਮਸਤਕ ਤੇ 3 ਜਣੇ ਲੈ ਹਿਰਦੇ ਰਾਖੀ, ਹਿਰਦੇ 'ਚ ਰੱਖ ਲੈਂਦੇ ਆ। ਉਹਦੇ ਅਨੁਸਾਰ ਜਿਹੜਾ ਹੈਗਾ ਫਿਰ ਜਿਹੜੇ ਹੈਗੇ ਆ ਕਾਰਵਾਈ ਕਰਦੇ ਆ। ਉਹ ਸਤਿਗੁਰੂ ਦੀ ਮੱਤ ਜਿਹੜੀ ਹੈਗੀ ਆ, ਉਹ ਸਤਿਗੁਰੂ ਦੀ ਮੱਤ ਦੇ ਆਪਣੀ ਮੱਤ ਛੱਡ ਦਿੰਦੇ ਆ। ਗੁਰੂ ਦੀ ਮੱਤ ਦੇ ਨਾਲ ਜਿਹੜਾ ਹੈਗਾ, ਇਹ ਬ੍ਰਹਮ ਮੱਤ ਦੇ ਨਾਲ, ਬ੍ਰਹਮ ਗਿਆਨ ਦੇ ਨਾਲ ਜਿਹੜਾ ਹੈਗਾ ਆਪਣੀ ਯਾਤਰਾ ਸ਼ੁਰੂ ਕਰਦੇ ਇਸ ਪਾਸੇ ਨੂੰ, ਆਤਮ ਤੀਰਥ ਵੱਲ। ਹਰਿ ਅੰਮ੍ਰਿਤ ਕਥਾ ਸ੍ਰੇਸ਼ਟ ਉਤਮ, ਗੁਰਬਚਨੀ ਸਹਿਜ ਚਾਖੀ। ਔਰ ਉੱਥੇ ਤੱਕ ਪਹੁੰਚ ਜਾਂਦੇ ਆ, ਅੰਮ੍ਰਿਤ ਤੱਕ ਪਾਏ, ਸਹਿਜ ਦੇ ਨਾਲ ਹੀ ਚੱਖ ਲੈਂਦੇ ਆ ਅੰਮ੍ਰਿਤ ਨੂੰ। ਤੈਂ ਪਾਇਆ ਮਿਟਿਆ ਪ੍ਰਗਾਸ, ਮਿਟਿਆ ਅੰਧੇਰਾ, ਜੋ ਸੂਰਜ ਰਹਿਣ ਕੀ ਰਾਖੀ। ਇਸ ਤਰ੍ਹਾਂ ਪ੍ਰਕਾਸ਼ ਹੋ ਜਾਂਦਾ ਜਿਵੇਂ ਕਿ ਸੂਰਜ ਆ ਜਾਂਦਾ ਹੈ ਪਾਏ, ਜਿਵੇਂ ਰਾਤ ਗਾਇਬ ਹੋ ਜਾਂਦੀ ਹੈ। ਅਦਿਸ਼ਟ ਅਗੋਚਰ ਅਲਖ ਨਿਰੰਜਨ, ਸੋ ਦੇਖਿਆ ਗੁਰਮੁਖ ਆਖੀ। ਜਿਹੜਾ ਅਦ੍ਰਿਸ਼ਟ ਆ, ਅਗੋਚਰ ਹੈਗਾ, ਜਿਹੜਾ ਅਪਹੁੰਚ ਹੈਗਾ ਤੇ ਇੰਦਰੀਆਂ ਦੀ ਪਕੜ ਤੋਂ ਪਰੇ ਹੈਗਾ, ਅਲਖ ਹੈਗਾ, ਨਹੀਂ ਲਿਖਿਆ ਜਾਂਦਾ ਹੋਰ ਕਿਸੇ ਤਰੀਕੇ ਦੇ ਨਾਲ। ਸੋ ਦੇਖਿਆ ਗੁਰਮੁਖ ਆਖੀ। ਉਹ ਜਿਹੜਾ ਹੈ ਬ੍ਰਹਮ ਗਿਆਨ ਦੇ ਅਨੁਸਾਰ, ਜਿਹੜਾ ਹੈ ਸ੍ਰੇਸ਼ਟ ਕਥਾ ਦੇ ਅਨੁਸਾਰ ਜਿਹੜਾ ਹੈਗਾ, ਇਸ ਮੱਤ ਦੇ ਅਨੁਸਾਰ ਜਿਹੜਾ ਹੈਗਾ, ਉਹ ਪਰਮਾਤਮਾ ਪ੍ਰਗਟ ਹੋ ਜਾਂਦਾ ਹੈ। ਹੁਣ ਇਸ ਤੋਂ ਅੱਗੇ ਜਿਹੜੀ ਹੈਗੀ ਆਪਣੀ ਆ ਗਿਆਨ 13ਵੀਂ ਪੌੜੀ 'ਤੇ ਚੱਲਦਾ ਹੈ, ਕਿਉਂਕਿ ਇਹ ਲਿੰਕਡ ਹੈਗਾ ਪਿੱਛੋਂ 13ਵੀਂ ਪੌੜੀ ਦਾ ਸ਼ਲੋਕ ਮਹਲਾ 3। ਸਤਿਗੁਰ ਸੇਵੇ ਆਪਣਾ, ਸੋ ਸਿਰ ਲੇਖੇ ਲਾਏ। ਕਹਿੰਦੇ ਸਿਰ ਕਹਿ ਰਹੇ ਮਹਾਰਾਜ, ਕਹਿੰਦੇ ਬਾਕੀ ਜਿਹੜਾ ਹੈਗਾ ਸਿਰ ਦੇ ਵਿੱਚ ਕੀ ਹੁੰਦਾ? ਸਿਰ ਦੇ ਵਿੱਚ ਹੁੰਦੀ ਹੈ ਬੁੱਧੀ। ਕਹਿੰਦੇ ਜਿਹਨੇ ਗੁਰੂ ਦੇ ਅਨੁਸਾਰ, ਜਿਹਨੇ ਆ ਸਤਿਗੁਰ ਸੇਵੇ ਆਪਣਾ, ਪਹਿਲਾਂ ਤਾਂ ਸਤਿਗੁਰ ਆਪਣਾ ਹੋਏ, ਪਹਿਲਾਂ ਤਾਂ ਆਪਣਾ ਮੰਨੇ ਸਤਿਗੁਰੂ ਨੂੰ, ਤਾਂ ਜਿਹੜਾ ਹੈਗਾ ਇਨਸਾਨ ਕਿਸੇ ਨੂੰ ਜਿਹਨੂੰ ਆਪਣਾ ਮੰਨਦਾ ਹੈ, ਉਹਦੀ ਗੱਲ ਮੰਨਦਾ ਹੈ, ਉਹਦੀ ਮੱਤ ਲੈਂਦਾ ਹੈ। ਮਹਾਰਾਜ ਕਹਿੰਦੇ ਆ ਸਤਿਗੁਰ ਸੇਵੇ ਆਪਣਾ, ਫਿਰ ਉਹਨੂੰ ਮੰਨ ਲੈ। ਉਹ ਬੁੱਧੀ ਜਿਹੜੀ ਗੁਰੂ ਦੀ ਬੁੱਧੀ, ਵਿਵੇਕ ਬੁੱਧੀ ਨੂੰ ਆਪਣੇ ਰਿਪਲੇਸ ਕਰ ਦੇ। ਉਹ ਸਿਰ ਜਿਹੜਾ ਹੈਗਾ, ਉਹ ਇਨਸਾਨ ਜਿਹੜਾ ਹੈਗਾ, ਉਹਦੀ ਯਾਤਰਾ ਜਿਹੜੀ ਹੈਗੀ ਸੰਸਾਰ ਦੇ ਵਿੱਚ ਸਫਲ ਹੈ, ਉਹ ਲੇਖੇ 'ਚ ਆਉਂਦਾ ਹੈ। ਬਾਕੀ ਜਿਹੜੇ ਹੈਗੇ ਬਗੈਰ ਲੇਖੇ ਦੇ ਚਲੇ ਜਾਂਦੇ ਧਰਮਰਾਜ ਦੇ ਕੋਲ। ਉਹ ਧਰਮਰਾਜ ਜਿਹੜਾ ਹੈਗਾ ਉਹਨਾਂ ਨੂੰ ਜੂਨਾਂ ਦੇ ਵਿੱਚ ਜਿਹੜਾ ਹੈਗਾ ਕਮਾਉਂਦਾ ਹੈ। ਫਿਰ ਸਤਿਗੁਰ ਸੇਵੇ ਆਪਣਾ, ਸੋ ਸਿਰ ਲੇਖੇ ਲਾਏ। ਆ ਹੈਗਾ ਮਾਲਕ ਪਰਮਾਤਮਾ ਦਾ ਕਾਨੂੰਨ। ਮਾਲਕ ਪਰਮਾਤਮਾ ਕਹਿੰਦਾ ਭਾਈ ਸਤਿਗੁਰੂ ਦੀ ਸੇਵਾ ਕੀਤੀ ਹੈ, ਗਿਆਨ ਲਿਆਇਆ, ਧਿਆਨ ਸਿਮਰਨ ਕੀਤਾ ਹੈਗਾ ਤੇ ਦੱਸ ਦੇ, ਨਹੀਂ ਕੀਤਾ ਤੇ ਭਾਈ ਆ ਕਾਨੂੰਨ ਦੇਖ ਲਾ। ਆ ਧਰਮਰਾਜ ਉੱਥੇ ਹੀ ਦਿਖਾ ਦਿੰਦਾ ਹੈ ਭਾਈ ਤੂੰ ਇਸ ਵਾਸਤੇ ਆਇਆ ਸੀ, ਤੈਨੂੰ ਟ੍ਰੇਨਿੰਗ ਵੀ ਦਿੱਤੀ ਸੀ ਮਾਂ ਦੇ ਪੇਟ ਦੇ ਵਿੱਚ,
ਔਰ ਤੈਨੂੰ ਜਿਹੜਾ ਹੈਗਾ ਸਾਧ ਸੰਗਤ ਵੀ ਮਿਲੀ ਸੀਗੀ, ਤੈਨੂੰ ਗਿਆਨ ਵੀ ਮਿਲਿਆ ਸੀ, ਤੇਰੇ ਜੀਵਨ ਦੇ ਵਿੱਚ ਸਤਸੰਗ ਵੀ ਮਿਲਿਆ ਸੀ ਤੈਨੂੰ, ਤੂੰ ਕੀ ਕੀਤਾ? ਵਿੱਚੋਂ ਆਪ ਗਵਾਏ ਕੇ ਰਹਿਣ ਸੱਚ ਲਿਵ ਲਾਏ। ਜਿਨ੍ਹਾਂ ਨੂੰ ਗੁਰੂ ਦੀ ਮੱਤ ਆ ਗਈ ਉਹਨਾਂ ਨੇ ਧਿਆਨ ਸਿਮਰਨ ਕਰਕੇ ਆਪਣੀ ਹਉਮੈ, ਆਪਣੀ ਮੈਂ, ਆਪਣਾ ਜਿਹੜਾ ਹੈਗਾ ਕਰਤੇ ਪਰਮਾਤਮਾ ਦੇ ਜਿਹੜੇ ਆਪਾਂ ਪੈਰਲਲ ਹੋ ਜਾਂਦੇ ਆ। ਆਪਾਂ ਕਰਤੇ ਹੈ, ਕਰਤਾ ਹੈ ਨਹੀਂ ਗੇ, ਕਰਤਾ ਮਾਲਕ ਆ। ਆਪਾਂ ਕਹਿੰਦੇ ਮੈਂ ਕੀਤਾ ਹੈ, ਆ ਮੇਰਾ ਘਰ ਆ ਮੈਂ ਬਣਾਇਆ, ਆ ਮੇਰੇ ਬੱਚੇ ਆ ਮੇਰਾ ਫਲਾਨਾ ਆ ਮੇਰੀ ਘਰਵਾਲੀ ਆ। ਹੈ ਕੋਈ ਵੀ ਨਹੀਂ ਇਹਨਾਂ ਦੇ ਵਿੱਚੋਂ, ਦੇਣ ਵਾਲਾ ਮਾਲਕ ਹੈਗਾ, ਉਹ ਤਾਂ ਚੁੱਪ ਆ। ਆਪਾਂ ਜਿਹੜੀ ਹੈਗੀ ਝੂਠੀ ਜਿਹੜੀ ਹੈਗੀ ਆ ਆਪ, ਝੂਠਾ ਆਪ ਜਿਹੜਾ ਹੈਗਾ ਆਪਾਂ ਇਹਦੇ ਨਾਲ ਸਾਰੀ ਉਮਰ ਲੰਘਾ ਦਿੰਦੇ ਹਾਂ। ਆਪਾਂ ਇਹਦੇ ਨਾਲ ਹੀ ਆਪਾਂ ਦੂਸਰਿਆਂ ਤੇ ਜਿਹੜੇ ਹੈਗੇ ਦੂਸਰਿਆਂ ਨੂੰ ਜਿਹੜਾ ਹੈਗਾ ਦੂਸਰਿਆਂ ਤੇ ਧੱਕਾ ਕਰਦੇ ਹਾਂ। ਆਪਾਂ ਕਹਿੰਦੇ ਇਹਨੂੰ ਗਵਾ ਕੇ ਰਹਿਣ ਸੱਚ ਲਿਵ ਲਾਏ। ਜਿਹੜੇ ਕੀ ਕਰਦੇ ਆ? ਕਿਹੜੇ? ਜਿਹੜੇ ਸਤਿਗੁਰ ਸੇਵੇ ਆਪਣਾ ਸੋ ਸਿਰ ਲੇਖੇ ਲਾਏ। ਜਿਹੜੇ ਗੁਰੂ ਦੀ ਮੱਤ ਲੈਂਦੇ ਆ ਔਰ ਗੁਰੂ ਦੇ ਅਨੁਸਾਰ ਜਿਹੜੇ ਹੈਗੇ ਸੇਵਾ ਕਰਦੇ ਆ, ਧਿਆਨ ਸਿਮਰਨ। ਸਤਿਗੁਰੂ ਤਾਂ ਇੱਕੋ ਹੀ ਸੇਵਾ ਕਰਨ ਵਾਸਤੇ ਕਹਿ ਰਹੇ। ਸਤਿਗੁਰੂ ਤਾਂ ਕਹਿ ਰਹੇ, ਕਹਿੰਦੇ ਇਹੀ ਤੀਸਰੀ ਪਾਤਸ਼ਾਹੀ ਕਹਿ ਰਹੀ ਹੈ, ਨਾਮ ਹਮਾਰੇ ਗੁਰ ਕੀ ਸੇਵ, ਨਾਮ ਹਮਾਰੇ ਪੂਜਾ ਦੇਵ। ਕਹਿੰਦੇ ਸਾਡੇ ਤਾਂ ਬਸ ਇੱਕੋ ਹੀ ਹੈ ਭਾਈ, ਸਾਡੇ ਤਾਂ ਰਿਵਾਜ ਆਹੀ ਆ ਵੀ ਨਾਮ ਹੀ ਜਪਣਾ, ਇਹੀ ਗੁਰੂ ਦੀ ਸੇਵਾ ਹੈ, ਇਹੀ ਪੂਜਾ ਦੇਵਤਿਆਂ ਦੀ ਪੂਜਾ ਕਰਨੀ ਹੈ। ਸਤਿਗੁਰ ਜਿਨੀ ਨਾ ਸੇਵਿਓ, ਆਹ ਪੂਜਾ ਜਿਨ੍ਹਾਂ ਨੇ ਨਹੀਂ ਕੀਤੀ ਗੁਰੂ ਦੇ ਅਨੁਸਾਰ, ਤਿਨਾਂ ਬਿਰਥਾ ਜਨਮ ਗਵਾਏ। ਉਹਨਾਂ ਨੇ ਆਪਣਾ ਜਨਮ ਬਿਰਥਾ ਗਵਾ ਲਿਆ ਭਾਈ, ਬਿਰਥਾ ਗਵਾ ਲਿਆ, ਕੁਛ ਵੀ ਨਹੀਂ ਖੱਟਿਆ। ਬਸ ਸਰੀਰ ਮਿਲਿਆ ਸੀ ਉਹ ਵੀ ਤੋੜ ਕੇ ਚਲੇ ਗਏ। ਨਾਨਕ ਜੋ ਤਿਸ ਭਾਵੈ ਸੋ ਕਰੇ, ਕਹਿਣਾ ਕਿਛੂ ਨਾ ਜਾਏ। ਕਹਿੰਦੇ ਕੁਛ ਬੋਲ ਨਹੀਂ ਸਕਦਾ ਜੇ ਤੂੰ ਇਸ ਰਸਤੇ ਤੇ ਚੱਲਿਆ ਤੇ ਦੂਸਰਿਆਂ ਦੇ ਉੱਤੇ ਕਮੈਂਟ ਕਰ ਦੇ ਜਿਹੜੇ ਨਹੀਂ ਇਸ ਰਸਤੇ ਤੇ ਚੱਲ ਰਹੇ। ਮਿੱਤਰਾ, ਤੇਰੀ ਚੜਾਈ ਖਤਮ ਹੋ ਜਾਏਗੀ। ਨਾਨਕ ਜੋ ਤਿਸ ਭਾਵੈ ਸੋ ਕਰੇ, ਕਹਿਣਾ ਕਿਛੂ ਨਾ ਜਾਏ। ਮਾਲਕ ਦੇ ਦੋਨੋਂ ਗੇਮ ਆ। ਉਹ ਕਹਿੰਦਾ ਮੈਂ ਵਿਚਾਰਿਆਂ ਨੂੰ ਫਸਾਇਆ ਹੋਇਆ ਆ, ਮੈਂ ਤਾਂ ਇੰਨੀ ਹਾਰਡ ਗੇਮ ਪਾਈ ਹੋਈ ਆ। ਇਹ ਕਾਮ ਕ੍ਰੋਧ ਲੋਭ ਮੋਹ ਹੰਕਾਰ, ਇਹ ਜਿਹੜੇ ਸਵਾਦ ਲੈ ਰਹੇ ਇਹ ਫਸ ਗਏ ਆ, ਇਹ ਚੋਗੇ ਦੇ ਵਿੱਚ ਫਸ ਗਏ। ਮੈਂ ਤਾਂ ਜਾਲ ਪਾਇਆ ਹੋਇਆ, ਮੈਂ ਤਾਂ ਚੋਗਾ ਪਾਇਆ ਹੋਇਆ। ਹੂ ਆਰ ਯੂ ਟੂ ਕਮੈਂਟ? ਨਾਨਕ ਜੋ ਤਿਸ ਭਾਵੈ ਸੋ ਕਰੇ, ਕਹਿਣਾ ਕਿਛੂ ਨਾ ਜਾਏ। ਨਹੀਂ ਕੁਛ ਬੋਲ ਸਕਦੇ, ਕੁਛ ਨਹੀਂ ਕਰਨ ਵਾਲਾ ਮਾਲਕ ਪਰਮਾਤਮਾ ਹੈ। ਆਪਾਂ ਕੁਛ ਨਹੀਂ ਬੋਲ ਸਕਦੇ ਭਾਈ। ਹਾਂਜੀ ਗੋਰਖੀ ਸਾਹਿਬ, ਗੇਮ ਬੜੀ ਹਾਰਡ ਆ। ਹਾਂ ਜੀ, ਠੀਕ ਹੈ ਜੀ, ਠੀਕ ਹੈ। ਪਹਿਲੀ ਤੋਂ ਬੋਲਦੇ ਨੇ ਜਸਾ, ਸਤਿਗੁਰ ਸੇਵੇ ਆਪਣਾ, ਪਹਿਲਾਂ ਤਾਂ ਆਪਣਾ ਹੋਏ ਨਾ ਸਤਿਗੁਰੂ, ਫਿਰ ਸੇਵੇ ਸੋ ਸਿਰ ਲੇਖੇ ਲਾਏ। ਉਹ ਸਿਰ ਲੇਖੇ ਲੱਗੂਗਾ ਭਾਈ। ਹਾਂਜੀ ਗੋਰਖੀ ਸਾਹਿਬ। ਬਿਲਕੁਲ ਸਹੀ ਹੈ ਜੀ। ਕਹਿੰਦੇ ਗਿਆਨ ਜਿਹੜਾ ਹੈ ਨਾ ਆਪਣਾ ਚਾਹੀਦਾ। ਤੇ ਸਤਿਗੁਰੂ ਦਾ ਮਤਲਬ ਨੇ ਜਸਾ ਗਿਆਨ, ਜਿਹੜੇ ਬਾਣੀ। ਹਾਂ, ਗਿਆਨ। ਸਤਿਗੁਰੂ ਦਾ ਮਤਲਬ ਜਿਹੜਾ ਹੈਗਾ ਇਹ ਗਿਆਨ ਆਪਣੇ, ਕਿਉਂਕਿ ਸਤਿਗੁਰੂ ਜਿਹੜਾ ਹੈਗਾ ਭਾਵੇਂ ਸਰੀਰ 'ਚ ਹੋਏ ਭਾਵੇਂ ਜਿਹੜਾ ਹੈਗਾ ਲਿਖਤ ਦੇ ਵਿੱਚ ਹੋਏ, ਉਹ ਜਿਹੜਾ ਹੈਗਾ ਗਿਆਨ ਹੀ ਦੇ ਸਕਦੇ ਆ। ਗਿਆਨ ਹੀ ਗੁਰੂ ਹੈਗਾ ਆਪਣਾ। ਗਿਆਨ ਗੁਰੂ ਆਤਮ ਉਪਦੇਸ਼ ਸੇ ਨਾਮ ਵਿਭੂਤ ਲਗਾਓ। ਤੇ ਗਿਆਨ ਜਿਹੜਾ ਹੋਣਾ ਚਾਹੀਦਾ ਆਤਮਾ ਦਾ ਗਿਆਨ ਹੋਣਾ ਚਾਹੀਦਾ, ਆਤਮਾ ਦਾ ਉਪਦੇਸ਼ ਹੋਣਾ ਚਾਹੀਦਾ। ਇਹ ਨਹੀਂ ਕਿ ਅਟਕਲ ਪੱਚੂ ਗਿਆਨ ਜਿਹੜਾ ਹੈਗਾ ਕਰਮ ਕਾਂਡਾਂ ਵਾਲਾ, ਉਹ ਗਿਆਨ ਪਹਿਲਾਂ ਲੈਣਾ ਪਊਗਾ। ਫਿਰ ਆਪਣਾ ਗਿਆਨ ਤਾਂ ਜਿਹੜਾ ਹੈਗਾ ਜੇ ਸੇਵੂਗਾ ਸਤਿਗੁਰੂ ਦੇ ਅਨੁਸਾਰ ਚੱਲੂਗਾ ਤੇ ਤਾਂ ਆਪਣਾ ਗਿਆਨ ਪੈਦਾ ਹੋਏਗਾ। ਪਹਿਲਾਂ ਆਪਾਂ ਨੂੰ ਆਹ ਗਿਆਨ ਲੈਣਾ ਪਊਗਾ। ਹਾਂਜੀ ਗੋਰਖੀ ਸਾਹਿਬ। ਬਿਲਕੁਲ ਸਹੀ, ਬਿਲਕੁਲ ਸਹੀ। ਉਹ ਕਹਿੰਦੇ ਨੇ ਕਿ ਜੇ ਤੇ ਤੁਹਾਡੇ ਕੋਲ ਆਪਣਾ ਸਵਾਲ ਸੁਲਝਾਇਆ ਜਾ ਰਿਹਾ ਹੈ ਤੇ ਠੀਕ ਹੈ, ਪਰ ਜੇ ਨਹੀਂ ਸੁਲਝਾਇਆ ਜਾ ਰਿਹਾ ਤੇ ਤੁਸੀਂ ਏਦਾਂ ਕਰੋ ਕਿ ਕਿਸੇ ਐਸੀ ਸੰਗਤ ਦੀ ਖੋਜ ਕਰੋ ਜਿੱਥੇ ਤੁਹਾਨੂੰ ਉਹਨਾਂ ਸਵਾਲਾਂ ਦਾ ਹੱਲ ਮਿਲੇ। ਤੇ ਸਵਾਲ ਤੇ ਕੋਈ ਜ਼ਿਆਦਾ ਨਹੀਂ, 4-5 ਸਵਾਲ ਨੇ। ਕਾਮ ਕ੍ਰੋਧ ਲੋਭ ਮੋਹ ਹੰਕਾਰ। ਕੱਲ ਵੀ ਕਹਿੰਦੀ ਸੀ ਬਾਣੀ, ਪਰਸੋਂ ਵੀ ਕਹਿੰਦੀ ਸੀ, ਉਸ ਤੋਂ ਪਹਿਲਾਂ ਵੀ ਇਹੋ ਕਹਿੰਦੀ ਹੈ ਕਿ ਜਿਹੜੇ ਤੇਰੇ ਕੁਝ ਨਿੱਜੀ ਸਵਾਲ ਆ ਉਹ ਜਿਨ੍ਹਾਂ ਨੂੰ ਤੂੰ ਹੱਲ ਕਰਨਾ ਹੈ ਫਿਰ, ਔਰ ਤੈਨੂੰ ਇਹ ਜੀਵਨ ਮਿਲਿਆ। ਇੱਕ ਨੰਬਰ ਤੋਂ ਸਾਧ ਸੰਗਤ ਜੀ, ਮੈਂ ਨਾ ਇੱਕ ਬੜੀ ਹੈਰਾਨ ਹੋ ਗਿਆ ਗੱਲ ਸੁਣ ਕੇ। ਉਹ ਮਹਾਤਮਾ ਬੁੱਧ ਦੀ ਉਹ ਕਹਾਣੀ ਪਹਿਲਾਂ ਵੀ ਸੁਣਾਈ ਆ ਕਿ ਉਹ ਕਹਿੰਦੇ ਸੀ ਕਿ ਗਿਆਨ ਪ੍ਰਾਪਤ ਹੋ ਗਿਆ ਤੇ ਫਿਰ ਉਹਨਾਂ ਕੋਲ ਗਏ ਦੇਵਤੇ। ਉਹ ਕਹਿੰਦੇ ਦੱਸੋ ਜੀ, ਲੋਕਾਂ ਨੂੰ ਦੱਸੋ ਗਿਆਨ ਤੁਹਾਨੂੰ ਪ੍ਰਾਪਤ ਹੋਇਆ, ਲੋਕਾਂ ਨੂੰ ਪ੍ਰਚਾਰ ਕਰੋ। ਉਹ ਮਹਾਤਮਾ ਬੁੱਧ ਕਹਿੰਦੇ ਕਿ ਜਿੰਨੇ ਜਾਣਾ ਵਾ ਉਹਨੇ ਮੇਰੇ ਦੱਸੇ ਬਿਨਾਂ ਹੀ ਚੱਲ ਜਾਣਾ, ਤੇ ਜਿਹਨੇ ਨਹੀਂ ਜਾਣਾ, ਕਹਿਣ ਤੋਂ ਭਾਵ ਬਾਣੀ ਕੱਲ ਕਹਿੰਦੀ ਸੀ, ਆਪਣੀ ਬਾਣੀ ਵੀ ਉਹ ਕੁਝ ਬੋਲਦੀ ਆ, ਉਹਨੇ ਮੇਰੇ ਕਹਿਣ ਤੇ ਵੀ ਨਹੀਂ ਜਾਣਾ।
ਕਿਉਂਕਿ ਸੰਸਾਰੀ ਬੰਦੇ ਨੂੰ ਤੁਸੀਂ ਕਹੋਗੇ ਉਹ ਨਹੀਂ ਮੰਨਦਾ ਰੱਬ ਰੁੱਬ ਨੂੰ। ਉਹ ਰੱਬ ਕੋ ਉਦੋਂ ਹੀ ਜਾਂਦਾ ਵਾ ਜਦੋਂ ਉਹਨੂੰ ਕਿਸੇ ਚੀਜ਼ ਦੀ ਲੋੜ ਹੁੰਦੀ ਆ। ਅਦਰਵਾਈਜ਼ ਉਹ ਰੱਬ ਬਾਣੀ ਚ ਵੀ ਕਰੀ ਸੀ ਪਹਿਲੀ ਤੁਕ ਕਿ ਤੂੰ ਉਦੋਂ ਹੀ ਰੱਬ ਕੋਲ ਕਿਉਂ ਜਾਣਾ ਜਦੋਂ ਤੈਨੂੰ ਕਿਸੇ ਚੀਜ਼ ਦੀ ਲੋੜ ਹੁੰਦੀ। ਜਦੋਂ ਤੂੰ ਆਰਾਮ ਨਾਲ ਤੇਰਾ ਜੀਵਨ ਬਤੀਤ ਹੋ ਰਿਹਾ, ਤੇਰੇ ਕੋਲ ਸਾਰਾ ਕੁਝ ਹੈਗਾ, ਫਿਰ ਤੂੰ ਉਦੋਂ ਕਿਉਂ ਨਹੀਂ ਰੱਬ ਕੋਲ ਜਾਂਦਾ? ਪਰ ਉਦੋਂ ਬੰਦਾ ਨਹੀਂ ਜਾਂਦਾ, ਉਦੋਂ ਬੰਦਾ ਭੁੱਲ ਜਾਂਦਾ। ਬਾਣੀ ਇਸੇ ਕਰਕੇ ਕਹਿੰਦੀ ਆ ਦੁੱਖ ਦਾਰੂ ਤੇ ਸੁੱਖ ਰੋਗ ਪਿਆ। ਸੁੱਖ ਰੋਗ ਆ ਕਿਉਂਕਿ ਸੁੱਖ ਚ ਬੰਦਾ ਰੱਬ ਨੂੰ ਵੀ ਭੁੱਲ ਜਾਂਦਾ, ਸਾਰਿਆਂ ਨੂੰ ਭੁੱਲ ਜਾਂਦਾ, ਬੰਦੇ ਦੇ ਦਿਮਾਗ ਚ ਨੁਕਸ ਪੈ ਜਾਂਦਾ ਕਹਿੰਦੇ। ਅੱਛਾ ਇੱਥੇ ਫਿਰ ਉਹ ਕਹਿੰਦੇ ਨੇ ਕਿ ਕਹਿੰਦੇ ਕਿ ਫਿਰ ਤੁਸੀਂ ਬੋਲੋ, ਉਹਨਾਂ ਲਈ ਬੋਲੋ ਕਿ ਜਿਹੜੇ ਬੰਦੇ ਜਿੰਨਾ ਚਿਰ ਤੁਸੀਂ ਨਹੀਂ ਕਹਿੰਦੇ ਉਹਨਾਂ ਚਿਰ ਤੱਕ ਉਹਨਾਂ ਨੂੰ ਨਹੀਂ ਪਤਾ ਲੱਗਣਾ। ਉਹ ਕੰਢੇ ਤੇ ਖਲੋਤੇ ਨੇ। ਬਿਲਕੁਲ, ਬਹੁਤ ਵਧੀਆ ਗੁਰਕੀ ਸਾਹਿਬ, ਆਹੀ ਹੈ ਬਾਣੀ, ਇਹੀ ਬਾਣੀ ਕਹਿੰਦੀ। ਬਾਣੀ ਤੇ ਇਹ ਕਹਿੰਦੀ ਕਿ ਤੇ ਇਸੇ ਕਰਕੇ ਵੇਖਿਓ ਸਾਧੂਆਂ ਨੂੰ ਸੰਤਾਂ ਨੂੰ ਕਹੀ ਜਾਂਦੇ ਆ ਤੁਸੀਂ ਸੁਣੋ, ਬਸ ਬੰਦੇ ਨੂੰ ਨਹੀਂ ਕਹਿੰਦੇ ਆਰਡੀਨਰੀ। ਦੇ ਨੈਵਰ ਸਪੀਕ ਅਬਾਊਟ ਐਨੀ ਆਰਡੀਨਰੀ ਪੀਪਲ। ਸਾਹਿਬ ਬਿਲਕੁਲ, ਜੋ ਚੱਲਣਾ ਚਾਹੁੰਦੇ ਆ, ਜਿਹੜੇ ਇੰਟਰਸਟਿਡ ਹੈ, ਹੱਥ ਖੜਾ ਕੀਤਾ ਜਿਨ੍ਹਾਂ ਨੇ, ਉਹਨਾਂ ਦੇ ਵਾਸਤੇ ਗਿਆਨ ਹੈਗਾ ਗੁਰਕੀ ਸਾਹਿਬ। ਜਾਂ ਜਿਨ੍ਹਾਂ ਨੂੰ ਵਿਚਾਰਿਆਂ ਨੂੰ ਨਹੀਂ ਪਤਾ, ਜਿਨ੍ਹਾਂ ਨੂੰ ਨਹੀਂ ਪਤਾ, ਜਿਹਨੂੰ ਨਿਜਸਾ ਭੁੱਖ ਲੱਗੀ। ਹਾਂ ਬਿਲਕੁਲ ਸਹੀ ਆ, ਜਿਹਨੂੰ ਭੁੱਖ ਲੱਗੀ ਹੈ। ਇਹ ਭੁੱਖ ਲੱਗੀ ਤੇ ਮੈਂ ਇਹੋ ਸੋਚ ਕੇ ਹੈਰਾਨ ਹੁੰਦਾ ਕਿ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਜੇ ਉੱਥੇ ਬੰਦੇ ਮਿਲ ਜਾਂਦੇ ਤੇ ਫਿਰ ਉਦਾਸੀਆਂ ਕਰਨ ਦੀ ਕੀ ਲੋੜ ਪਈ ਸੀ? ਲੱਭਣੇ ਪਏ ਬੰਦੇ ਫਿਰ। ਬਿਲਕੁਲ ਲੱਭਣੇ ਪਏ ਬੰਦੇ, ਬਿਲਕੁਲ ਲੱਭਣੇ ਪਏ, ਕਿਉਂਕਿ ਉਹਦਾ ਸੋਰਸ ਨਹੀਂ ਸੀ, ਉਹ ਲਵਾ ਨਹੀਂ ਸਕਦੇ ਸੀ। ਫਿਰ ਗੁਰੂ ਨਾਨਕ ਪਾਤਸ਼ਾਹ ਹੀ ਉਹਨਾਂ ਕੋਲ ਚਲ ਗਏ। ਹਾਂ ਭੋਲਿਓ ਆ ਜਾਓ। ਉਹ ਜੇ ਇਕੱਠ ਦੇ ਵਿੱਚ ਜਾਂਦੇ ਸੀਗੇ, ਜਿੱਥੇ ਇਕੱਠ ਹੈ, ਜਿੱਥੇ ਮੈਜੋਰਿਟੀ ਹੈਗੀ, ਕਹਿੰਦੇ ਉੱਥੇ ਚੋਂ ਕੋਈ ਨਾ ਕੋਈ ਤਾਂ ਲੱਭ ਜੂਗਾ, ਇੱਕ ਅੱਧਾ ਬੰਦਾ ਤੇ ਮਿਲੂਗਾ ਹੀ। ਹਾਂਜੀ ਹਾਂਜੀ ਬਿਲਕੁਲ। ਭਾਈ ਲਹਿਣਾ ਜੀ ਵੀ ਕਹਿੰਦੇ ਇਹ ਵੀ ਘੱਟ ਭੀੜ ਚ ਹੀ ਸੀ, ਪਿਆਸ ਹੈਗੀ ਸੀ ਪਰ ਰਸਤਾ ਨਹੀਂ ਮਿਲ ਰਿਹਾ ਸੀ। ਦੇਖੋ ਕਿੱਦਾਂ ਫਿਰ ਬਿੱਧ ਬਣੀ। ਬਿਲਕੁਲ, ਇਹ ਜਾ ਰਹੇ ਸੀ ਜੱਥੇ ਦੇ ਨਾਲ, ਜਾ ਰਹੇ ਸੀ ਮਾਤਾ ਦੇ ਜਾ ਰਹੇ ਸੀ ਘੋੜੇ ਦੇ ਉੱਤੇ। ਤਾਂ 63 ਖੱਤਰੀਆਂ ਦੇ ਬਹੁਤ ਅਮੀਰ ਘਰਾਣੇ ਚੋਂ ਸੀਗੇ ਤੇ ਉਹ ਜੱਥੇ ਦੇ ਲੀਡਰ ਸੀਗੇ। ਤੇ ਜਾਂਦੇ ਜਿਹੜੇ ਹੈਗੇ ਉਹ ਕਰਤਾਰਪੁਰ ਤੋਂ ਸਾਈਡ ਤੋਂ ਲੰਘ ਰਹੇ ਸੀਗੇ ਤੇ ਕਹਿੰਦੇ ਕਿ ਬਈ ਇੱਥੇ ਮੈਂ ਬੜਾ ਸੁਣਿਆ ਹੈ ਕੋਈ ਨਾਨਕ ਤਪੀਆ ਰਹਿੰਦਾ ਹੈ, ਬਈ ਤੁਸੀਂ ਜਰਾ ਦਰਖਤ ਦੇ ਛਾਵੇਂ ਰੋਟੀ ਰਾਟੀ ਖਾਓ। ਤੇ ਮੈਂ ਜਰਾ ਆਇਆ ਜਾ ਕੇ ਪਤਾ ਕਰਕੇ ਤੇ ਆ ਗਏ ਭਾਈ। ਤੇ ਆ ਕੇ ਜਿਹੜਾ ਹੈਗਾ ਮਿਲ ਗਏ ਤੇ ਗੁਰੂ ਨਾਨਕ ਸਾਹਿਬ ਤੋਂ ਹੀ ਪੁੱਛਿਆ ਉਹਨਾਂ ਨੇ, ਉਹੀ ਲੈ ਘੋੜੇ ਨੂੰ ਫੜ ਕੇ ਭਾਈ ਆ ਮੈਨੇ ਤੈਨੂੰ ਨਾਨਕ ਦਾ ਘਰ ਦੱਸ ਦੇਣਾ ਹੈ। ਤੇ ਅੱਗੇ ਬੈਠ ਗਏ, ਕਹਿੰਦੇ ਦੱਸ। ਤੇ ਬਸ ਉੱਥੇ ਤਸੱਲੀ ਹੋ ਗਈ ਉਹਨਾਂ ਦੀ ਪੂਰੀ ਦੀ ਪੂਰੀ। ਉਹਨਾਂ ਨੇ ਦੱਸਿਆ ਭਾਈ ਕੀ? ਕਹਿੰਦੇ ਆ ਭਾਈ ਆ ਮਾਲਕ ਪਰਮਾਤਮਾ ਨੂੰ ਮੈਂ ਜਿਹੜਾ ਹੈਗਾ ਉਹਦਾ ਧਿਆਨ ਕਰਦਾ ਹੈ ਤੇ ਤੂੰ ਵੀ ਆ ਜਾ ਤੇ ਤੂੰ ਵੀ ਕਰ ਲੈ ਧਿਆਨ ਤਾਂ ਕਰਨਾ ਪਊਗਾ। ਸਿਲ ਅਲੂਣੀ ਆ, ਪਹਿਲਾਂ ਤਾਂ ਚਟਣੀ ਪਊਗੀ ਭਾਈ, ਫਿਰ ਜਰਾ ਰਸ ਆ ਜਾਊਗਾ ਇਹਦੇ ਵਿੱਚ। ਤੇ ਜਿਹੜੇ ਬਚਨ ਵਿਲਾਸ ਹੋਏ ਤੇ ਬਸ ਹੋ ਗਏ ਉਹਨਾਂ ਦੇ ਹੀ ਨਾਨਕ ਦੇ ਹੀ ਹੋ ਗਏ। ਤੇ ਬਾਕੀ ਜਾ ਕੇ ਕਹਿੰਦੇ ਕਿ ਭਾਈ ਤੁਸੀਂ ਚਲੋ, ਹੁਣ ਮੇਰਾ ਕੰਮ ਬਣ ਗਿਆ ਹੈ ਤੇ ਮੈਂ ਨਹੀਂ ਹੁਣ ਆਉਂਦਾ ਜੱਥੇ ਦੇ ਨਾਲ। ਬਸ ਆਹ ਗੱਲ ਆ ਗੁਰਕੀ ਸਾਹਿਬ। ਹਾਂਜੀ ਬਿਲਕੁਲ ਠੀਕ ਹੈ ਜੀ। ਦੇਖੋ ਹੁਣ ਬਾਣੀ ਆਪਾਂ ਨੂੰ ਕੀ ਕਹਿ ਰਹੀ ਆ, ਆਪ ਜਸਟ ਦੇਖੋ ਜੋ ਬਾਣੀ ਪੜ੍ਹੀ ਹੈ। ਕਹਿੰਦੇ ਸਤਿਗੁਰ ਸੇਵੇ ਆਪਣਾ ਸੋ ਸਿਰ ਲੇਖੇ ਲਾਏ। ਪਹਿਲਾਂ ਗਿਆਨ ਜਿਹੜਾ ਹੈਗਾ ਉਹਨੂੰ ਆਪਣਾ ਤਾਂ ਸਮਝੇ ਨਾ, ਬਈ ਮੇਰੇ ਵਾਸਤੇ ਆ, ਮੈਂ ਆ ਗਿਆਨ ਜਿਹੜਾ ਬ੍ਰਹਮ ਗਿਆਨ ਹੈਗਾ ਇਹ ਗੁਰੂ ਦੀ ਮੱਤ ਆ, ਇਹ ਮੇਰੇ ਵਾਸਤੇ ਆ, ਇਹਨੂੰ ਆਪਣਾ ਤਾਂ ਸਮਝੇ ਨਾ। ਪਹਿਲਾਂ ਤਾਂ ਜਿੱਥੋਂ ਗਿਆਨ ਆ ਰਿਹਾ ਉਸ ਨੂੰ ਆਪਣਾ ਸਮਝੇ ਤੇ ਫਿਰ ਗਿਆਨ ਦੇ ਅਨੁਸਾਰ ਜਿਹੜਾ ਹੈਗਾ ਕਾਰਵਾਈ ਕਰੇ, ਤਾਂ ਲੇਖੇ ਲੱਗੂਗਾ ਭਾਈ। ਹਾਂ ਪਰ ਨਿੱਜਰ ਸਾਹਿਬ ਇਹ ਸਮਝਣਾ ਕਾਫੀ ਔਖਾ ਹੈ। ਚਲੋ ਆਪਾਂ ਕੋਸ਼ਿਸ਼ ਕਰਾਂਗੇ। ਠੀਕ ਹੈ ਜੀ। ਬਾਣੀ ਕਹਿੰਦੀ ਆ ਕਿ ਜਿੰਨਾ ਚਿਰ ਤੂੰ ਆਪਣਾ ਨਹੀਂ ਸਮਝਦਾ ਉਹਨਾਂ ਚਿਰ ਤੱਕ ਤੇਰੇ ਪੱਲੇ ਨਹੀਂ ਪੈਣਾ, ਕਿਉਂਕਿ ਤੇਰੇ ਮਨ 'ਚ ਹਜੇ ਸ਼ਰਧਾ ਨਹੀਂ ਹੈਗੀ। ਹਾਂ ਬਿਲਕੁਲ ਸਹੀ ਗੱਲ। ਕਿਉਂਕਿ ਤੇਰੀ ਨਜ਼ਰ 'ਚ ਤੇ ਆਲੂ ਗੰਢਿਆਂ ਦੀ ਕੀਮਤ ਬਹੁਤ ਜ਼ਿਆਦਾ, ਹੀਰੇ ਦੀ ਕੋਈ ਕੀਮਤ ਨਹੀਂ ਹੈਗੀ ਨਾ। ਬਾਣੀ ਕਹਿੰਦੀ ਹੀਰੇ ਜਿਹਾ ਜਨਮ ਕੌਡੀ ਬਦਲੇ ਜਾਏ। ਹਾਂ ਬਿਲਕੁਲ ਸਹੀ ਗੱਲ ਹੈ। ਕਹਿੰਦੇ ਕੌਡੀਆਂ ਤੂੰ ਮਿੱਟੀ ਪਾਈ ਜਾ ਰਿਹਾ ਭੋਲਿਆ, ਹਰ ਦਿਨ ਮਿੱਟੀ ਪਾ ਕੇ ਸ਼ਾਮ ਨੂੰ ਮਿੱਟੀ ਇਕੱਠੀ ਕਰਕੇ ਆ ਜਾਣਾ। ਔਰ ਕਈਆਂ ਦਾ ਜੀਵਨ ਵੇਖੋ, ਉਹਨਾਂ ਦਾ ਜੀਵਨ ਹੀ ਮਕਸਦ ਆ ਘਰ ਬਣਾਉਣਾ, ਕੋਠੀ ਬਣਾਉਣੀ। ਨਿੱਜਰ ਸਾਹਿਬ ਮੈਂ ਨਾ ਹੇਠਾਂ ਪੜਦਾ ਤੇ ਮੈਂ ਉਹ ਪੜਦਾ ਵੇਖਿਆ, ਮੈਡੀਸਨ 'ਚ ਬਹੁਤ ਪੜਦਾ। ਚਲੋ ਕੋਸ਼ਿਸ਼ ਤੇ ਹੈ ਕਿ ਵੱਧ ਤੋਂ ਵੱਧ ਅਸੀਂ ਕੋਸ਼ਿਸ਼ ਕਰਦੇ, ਕੰਮ ਕੋਈ ਵੀ ਅਸੀਂ ਸੇਵਾ ਕਰ ਸਕਦੇ ਹਾਂ। ਉਹ 10,000 ਚ ਵੀ ਨਿੱਜਰ ਸਾਹਿਬ ਪ੍ਰੋਫਿਟ ਹੈਗਾ ਉਹਦੇ 'ਚ। ਵਾਹ ਜੀ ਵਾਹ। ਤੇ ਲੋਕੀ ਲੱਖ 1.5 ਲੱਖ ਰੁਪਇਆ 2 ਲੱਖ ਵੀ ਲੈ ਲੈਂਦੇ ਆ। ਮੈਂ ਸੋਚਦਾ ਵਾਂ ਕਿ ਇਹਦਾ ਮਤਲਬ ਕਿ ਇਹ ਚਾਹੁਣ ਤੇ ਲੋਕਾਂ ਦੀ ਮਦਦ ਕਰ ਸਕਦੇ ਆ, ਪਰ ਨਹੀਂ ਕਰਨਾ ਚਾਹੁੰਦੇ ਨਿੱਜਰ ਸਾਹਿਬ। ਨਾ ਉਹ ਤਾਂ ਡਾਕਟਰ ਬਣੇ। ਹਾਂ ਉਹ ਡਾਕਟਰ ਬਣੇ ਆ, ਉਹਨਾਂ ਨੇ ਬਹੁਤ ਪੈਸੇ ਪੂਸੇ ਦੇ ਕੇ ਜਿਹੜਾ ਡਾਕਟਰੀ ਲਈ ਆ ਤੇ ਫਿਰ ਜਿਹੜਾ ਹੈਗਾ ਹੁਣ ਵਸੂਲੀ ਕਰਦੇ ਆ, ਭਾਵੇਂ ਡੈਂਟਲ ਹੋਣ ਭਾਵੇਂ ਦੂਜੇ ਹੋਣ।
ਸੇਵਾਵਾੜੀ ਦਾ ਗੱਲ ਸਸਤੇ 'ਚ ਕੰਮ ਹੋ ਸਕਦਾ ਸੰਗਤ ਸੀ, ਪਰ ਨਹੀਂ, ਇਹ ਨਹੀਂ ਕਰਨਗੇ। ਪਰ ਇਹ ਚੀਜ਼ ਚੰਗੀ ਨਹੀਂ ਹੈ। ਠੀਕ ਹੈ ਜੀ, ਚਲੋ ਆਪਣੇ ਮਨ ਦਾ ਵਿਚਾਰ ਸੀ ਤੁਹਾਡੇ ਨਾਲ ਸਾਂਝਾ ਕਰਤਾ। ਹੁਣ ਦੇਖੋ ਸਾਡੇ ਕੋਲ ਨਾ ਦੋ ਆਪਸ਼ਨ ਹੈ। ਬਾਣੀ ਕਹਿੰਦੀ ਹੈ ਕਿ ਪਹਿਲੀ ਗੱਲ ਤੇ ਤੁਸੀਂ ਗਿਆਨ ਪ੍ਰਾਪਤ ਕਰੋ, ਤੇ ਗਿਆਨ ਇਹ ਕਹਿੰਦਾ ਹੈ ਕਿ ਤੇਰੇ ਕੋਲ ਦੋ ਰਸਤੇ ਨੇ, ਇੱਕ ਤੇਰੇ ਕੋਲ ਕਾਰਨ ਸਰੀਰ ਆ ਤੇ ਇੱਕ ਤੇਰੇ ਕੋਲ ਚੇਤਨਾ ਹੈਗੀ ਆ। ਜੇ ਤੇ ਤੂੰ ਕਾਰਨ ਸਰੀਰ ਅਨੁਸਾਰ ਜੀਵਨ ਬਤੀਤ ਕਰਨਾ ਹੈ ਤੇ ਫਿਰ ਤੂੰ ਕਰੀ ਜਾ, ਫਿਰ ਤੈਨੂੰ ਕੁਝ ਕਰਨ ਦੀ ਲੋੜ ਨਹੀਂ ਹੈ। ਤੂੰ ਜੋ ਕਰ ਰਿਹਾ ਕਰੀ ਜਾ, ਕਿਉਂਕਿ ਤੇਰੇ ਅੰਦਰੋਂ ਆਵਾਜ਼ਾਂ ਆਈ ਜਾ ਰਹੀਆਂ ਤੇ ਤੂੰ ਬਸ ਗੁਲਾਮ ਬਣ ਕੇ ਤੁਰਿਆ ਫਿਰਦਾ। ਜਿੱਦਾਂ ਘੋੜੇ ਦੇ ਵੇਖਿਆ ਜਾਂ ਰੱਸਾ ਪਾਇਆ ਹੁੰਦਾ ਉਹਦੇ ਮੂੰਹ 'ਚ, ਤੇ ਜਿੱਧਰ ਉਹਦਾ ਮਾਲਕ ਖਿੱਚਦਾ ਉਧਰ ਤੁਰਿਆ ਫਿਰਦਾ। ਬਿਲਕੁਲ। ਜਦ ਕਿ ਉਸ ਘੋੜੇ ਦੇ ਵਿੱਚ 25 ਬੰਦਿਆਂ ਦੀ ਸ਼ਕਤੀ ਹੈ, ਪਰ ਇੱਕ ਨਿੱਕੇ ਜਿਹੇ ਬੱਚੇ ਨੂੰ ਫੜਾ ਦੋ ਵੀ ਤੁਰੀ ਫਿਰਦਾ। ਇਸੇ ਤਰ੍ਹਾਂ ਦੋ ਤਰੀਕੇ ਨੇ। ਇੱਕ ਤੇ ਤੁਸੀਂ ਜਿਸ ਤਰੀਕੇ ਨਾਲ ਜਾ ਰਹੇ ਜੋ ਤੁਰੇ ਜੋ, ਫਿਰ ਤੇ ਕੋਈ ਨੂੰ ਪੁੱਛਣ ਦੀ ਲੋੜ ਨਹੀਂ ਆ, ਫਿਰ ਤੁਸੀਂ ਮੰਜ਼ਿਲ ਤੇ ਆਪੇ ਪਹੁੰਚ ਜਾਣਾ ਜਿੱਥੇ ਤੁਸੀਂ ਜਾਣਾ ਹੈ। ਪਰ ਜੇਕਰ ਤੁਸੀਂ ਚਾਹੁੰਦੇ ਜੋ ਕਿ ਇਹ ਧਰਤੀ ਦੇ ਵਿੱਚ ਉਹ ਪ੍ਰਮਾਤਮਾ ਕੀ ਚੀਜ਼ ਹੈ, ਇਹ ਕਿਹਨੇ ਬਣਾਇਆ ਜਗਾੜ, ਇਹ ਕੌਣ ਆ, ਇਹ ਹਾਥੀ ਚ ਏਡੇ ਵੱਡੇ ਚ ਵੀ ਉਹ ਪੁਰਜਾ, ਇੱਕ ਬੰਦੇ ਚ ਵੀ ਉਹ ਪੁਰਜਾ, ਇੱਕ ਕੀੜੇ ਚ ਵੀ ਉਹ ਪੁਰਜਾ, ਕੀੜੇ ਤੋਂ ਛੋਟਾ ਜਿਹੜਾ ਬੈਕਟੀਰੀਆ ਉਹਦੇ ਚ ਵੀ ਉਹ ਪੁਰਜਾ, ਇਹਦੇ ਬਣਾਉਣ ਵਾਲਾ ਕੌਣ ਆ, ਉਹ ਕਿੱਥੇ ਉਹ ਬ੍ਰਹਮ, ਕਿੱਥੇ ਉਹ ਪ੍ਰਮਾਤਮਾ, ਉਹ ਜਿੱਥੇ ਉਹ ਸਾਰਾ ਕੁਝ ਹਿਸਾਬ ਤਾਂ ਲਾ ਕੇ ਬੈਠਾ ਹੈ। ਉਹ ਕਹਿੰਦੇ ਸੋਦਰ ਕਿਹਾ ਕਿੱਦਾਂ ਦਾ ਘਰ ਆ। ਬਿਲਕੁਲ। ਜਿੱਥੇ ਸਰਬ ਸੰਭਾਲੇ, ਜਿੱਥੇ ਤੂੰ ਸੰਭਾਲ ਕਰ ਰਿਹਾ ਉਹ ਆਤਮਾ ਕਿਹੜੀ ਹੈ, ਮੈਂ ਦੇਖਣਾ ਚਾਹੁੰਦਾ ਉਹਨੂੰ। ਤੇ ਫਿਰ ਆਪਸ਼ਨ ਹੈਗਾ ਜੀ, ਫਿਰ ਇਹ ਜੋ ਰਸਤਾ ਆਪਾਂ ਚੱਲਦੇ ਹਾਂ, ਅਸੀਂ ਵੀ ਚੱਲਦੇ ਨਾਲ ਤੁਸੀਂ ਪਹੁੰਚੋ, ਕਿਉਂਕਿ ਤੁਹਾਡਾ ਮਾਰਗ ਵੱਖਰਾ ਨਹੀਂ ਹੈਗਾ, ਸਾਰਿਆਂ ਦਾ ਮਾਰਗ ਇੱਕੋ ਹੀ, ਆਪਣਾ ਮੰਜ਼ਿਲ ਇੱਕ ਹੀ ਆ, ਇੱਕੋ ਹੀ ਆ। ਔਰ ਅਸੀਂ ਵੀ ਯਾਤਰੂ ਹੈਗੇ ਆ, ਅਸੀਂ ਕਿਹੜੇ ਪਹੁੰਚੇ ਹੋਏ ਆ, ਅਸੀਂ ਯਾਤਰੂ ਆ। ਇਹ ਯਾਤਰਾ ਦੇਖੋ ਪ੍ਰਮਾਤਮਾ ਦੀ ਡਿਮਾਂਡ ਬਹੁਤ ਜ਼ਿਆਦਾ। ਮੈਂ ਨਾ ਕਈ ਵਾਰੀ ਵੇਖਣਾ ਜਿੰਨਾ ਮਰਜੀ ਹੀ ਅੱਗੇ ਵੱਧ ਰਹੇ ਆ ਨਾ, ਹੋਰ ਮੰਗ ਰਿਹਾ। ਬਿਲਕੁਲ ਮੰਗ ਰਿਹਾ, ਬਿਲਕੁਲ। ਆਪ ਹੀ ਬੜਾ ਪਵਿੱਤਰ ਹੈ, ਉਹ ਬਹੁਤ ਜ਼ਿਆਦਾ ਪਵਿੱਤਰ ਹੈ। ਗੋਰਖੀ ਸਾਹਿਬ 24 ਕੈਰਟ ਹੋਵਾਂਗੇ ਤਾਂ ਦੀ ਗੱਲ ਬਣਨੀ ਆ। ਠੀਕ ਹੈ, ਬੜੀ ਇੰਟਰਸਟਿੰਗ ਗੇਮ ਹੈ। ਫਿਰ ਅਗਲੇ ਬੰਨੇ ਚਲੋ ਨਜਾ ਸਾਹਿਬ। ਹਾਂਜੀ, ਕਹਿੰਦੇ ਵਿੱਚੋਂ ਆਪ ਗਵਾਇਕ ਹੈ ਰਹਿਨ ਸੱਚ ਲਿਵ ਲਾਏ। ਕਹਿੰਦੇ ਆਪਣੀ ਮੱਤ ਛੱਡਣੀ ਪਊਗੀ ਭਾਈ। ਇਹ ਜਿਹੜਾ 5 ਜਿਹੜੇ ਹੈਗੇ ਕਾਮ ਕ੍ਰੋਧ ਲੋਭ ਮੋਹ ਅਹੰਕਾਰ, ਇਹ ਸਰੀਰ ਦੇ ਤੱਕ ਹੀ ਸੀਮਿਤ ਹੈਗੇ। ਔਰ ਇਹ ਜਿਹੜੇ ਮਨ ਆਪਣੇ ਆਤਮਾ ਨੂੰ ਜਿਹੜੇ ਹੈਗੇ ਇਹ ਧੂਈ ਫਿਰ ਰਹੇ ਆ। ਕਹਿੰਦੇ ਇਹਨਾਂ ਦੀ ਪਕੜ ਜਿਹੜੀ ਹੈਗੀ ਢਿੱਲੀ ਕਰਨੀ ਪਊਗੀ ਭਾਈ। ਵਿੱਚੋਂ ਆਪ ਗਵਾਇਕ ਹੈ ਰਹਿਨ ਸੱਚ ਲਿਵ ਲਾਏ। ਸੱਚ ਦੇ ਨਾਲ ਲਿਵ ਲਾਉਣੀ ਪਏਗੀ ਤਾਂ ਲਿਵ ਲੱਗੇਗੀ। ਹਾਂਜੀ ਵੀਰ ਜੀ। ਹਾਂਜੀ, ਆਪ ਨੂੰ ਗਾਉਣਾ ਕਿੱਦਾਂ ਸਾਧ ਸੰਗਤ ਜੀ? ਦੇਖੋ ਪਤਾ ਕੀ ਹੈ, ਬੜਾ ਸਿੰਪਲ ਜਿਹਾ ਕੰਮ ਆ। ਆਪਾਂ ਇਲੈਕਟ੍ਰੀਕਲ ਚੀਜ਼ ਨਾਲ ਸਮਝਾਉਂਦੇ ਹਾਂ। ਨਿੱਜਰ ਸਾਹਿਬ ਵੀ ਇਲੈਕਟ੍ਰੀਕਲ ਦੇ ਇੰਜੀਨੀਅਰ ਨੇ। ਕਈ ਵਾਰੀ ਨਾ ਤੁਸੀਂ ਵੇਖੋ ਕਿ ਪਹਿਲਾਂ ਜਿਹੜੀਆਂ ਆਪਣੀਆਂ ਫਰਿੱਜਾਂ ਹੁੰਦੀਆਂ ਸਨ, ਉਹਦੇ ਤੇ ਇੱਕ ਟਰਾਂਸਫਾਰਮਰ ਹੁੰਦਾ ਸੀ। ਉਹ ਕਰੰਟ ਨੂੰ ਕੰਟਰੋਲ ਕਰਕੇ ਫਰਿੱਜ ਦੇ ਵਿੱਚ ਭੇਜਦਾ ਸੀ। ਟੀਵੀ ਨੂੰ ਵੀ ਉਹ ਲੱਗਦਾ ਸੀ, ਪਰ ਬਾਅਦ ਦੇ ਵਿੱਚ ਬੱਤੀ ਦੀ ਕੁਆਲਿਟੀ ਵੱਧਦੀ ਗਈ ਆ। ਹੁਣ ਉਹ ਚੀਜ਼ਾਂ ਬੰਦ ਹੋ ਗਈਆਂ, ਘੱਟ ਗਈਆਂ। ਸਟੈਬਲਾਈਜ਼ਰ ਕਹਿੰਦੇ ਉਹਨੂੰ, ਸਟੈਬਲਾਈਜ਼ਰ। ਹਾਂ, ਉਹ ਸਟੈਬਲਾਈਜ਼ਰ ਜਿਹੜਾ ਹੈਗਾ ਟੈਕਨੀਕਲ ਵਰਡ, ਉਹ ਕੀ ਕਰਦਾ ਸੀ ਕਿ ਉਹ ਇਲੈਕਟ੍ਰਿਸਿਟੀ ਨੂੰ ਆਪ ਫੜ ਲੈਂਦਾ ਸੀ, ਫਿਰ ਉਹਨੂੰ ਪ੍ਰੋਸੈਸ ਕਰਕੇ ਸਹੀ ਕਰਕੇ ਕਰੈਕਟ ਕਰਕੇ ਉਹਨੂੰ ਅੱਗੇ ਭੇਜਦਾ ਸੀ। ਹੁਣ ਸਾਡੇ ਕੋਲ ਦੋ ਚੀਜ਼ਾਂ ਹੁੰਦੀਆਂ ਨੇ। ਜਦੋਂ ਤੁਹਾਨੂੰ ਗੁੱਸਾ ਆ ਗਿਆ, ਕ੍ਰੋਧ ਆ ਗਿਆ, ਬਾਣੀ ਚ ਕਹਿੰਦੇ ਨੇ ਕਿ ਕ੍ਰੋਧ ਬਹੁਤ ਮਾੜਾ ਹੈ, ਚੰਡਾਲ ਹੈ, ਬਹੁਤ ਡੈਮੇਜ ਕਰਦਾ ਹੈ। ਕ੍ਰੋਧ ਤੋਂ ਭਾਵ ਡਾਇਰੈਕਟ ਸਪਲਾਈ। ਟਰਾਂਸਫਾਰਮਰ ਹੈਗਾ ਸੀ ਪਰ ਤੁਸੀਂ ਇਸਤੇਮਾਲ ਹੀ ਨਹੀਂ ਕੀਤਾ, ਤੁਹਾਡੀ ਬੁੱਧੀ। ਬਿਲਕੁਲ ਸਹੀ ਹੈ ਗੁਰਕੀ ਸਾਹਿਬ, ਬਹੁਤ ਵਧੀਆ। ਹਾਂ, ਹੁਣ ਉਹ ਬੁੱਧੀ ਕੀ ਕਰਦੀ ਹੈ? ਐਜ਼ ਏ ਸਟੈਬਲਾਈਜ਼ਰ ਦਾ ਕੰਮ ਕਰਦੀ ਆ। ਉਹ ਕਹਿੰਦੀ ਕਿ ਚਰਨਜੀਤ ਨੇ ਤਾਰਾਂ ਗਲਤ ਜਗ੍ਹਾ ਤੇ ਲਾ ਦਿੱਤੀਆਂ, ਪਰ ਉਹਦੇ ਚ ਕੈਪੈਸਿਟੀ ਬੜੀ। ਉਹ ਸਟੈਬਲਾਈਜ਼ਰ ਜਿਹੜਾ ਵੱਡਾ ਹੁੰਦਾ ਨਾ, ਵੱਡਾ, ਉਹ ਤੇ ਐ ਭਾਵੇਂ ਜਿੰਨੀ ਮਰਜ਼ੀ ਬੱਤੀ ਛੱਡ ਦੋ, ਉਹ ਸਾਰੀ ਬੱਤੀ ਨੂੰ ਚੂਸ ਲੈਂਦਾ। ਫਿਰ ਜਿੰਨੀ ਕਿ ਮੇਰਾ ਮੈਦਾ ਹੈ, ਜਿੰਨੀ ਕਿ ਮੇਰੀ ਪੱਖੇ ਦੀ ਲੋੜ ਆ, ਉਨੀ ਕੁ ਹੌਲੀ ਜਿਹੀ ਬੱਤੀ ਛੱਡ ਦਿੰਦਾ। ਉਹਦੇ ਨਾਲ ਕੀ ਹੁੰਦਾ ਕਿ ਚੀਜ਼ਾਂ ਸੇਫ ਹੋ ਜਾਂਦੀਆਂ। ਠੀਕ ਹੈ ਜੀ। ਔਰ ਅਕਸਰ ਜਦੋਂ ਕੋਈ ਚੀਜ਼ ਘਰ ਦੀ ਸੜਦੀ ਹੈ ਤੇ ਇਹਦਾ ਮਤਲਬ ਕਿ ਸਟੈਬਲਾਈਜ਼ਰ ਨਹੀਂ ਹੈਗਾ। ਸਾਡੀ ਜ਼ਿੰਦਗੀ 'ਚ ਜਿਹੜੇ ਮਸਲੇ ਨੇ ਉਹ ਕਿਉਂ ਨੇ? ਕਿਉਂਕਿ ਅਸੀਂ ਕੰਮ ਕੀਤਾ ਵਾ, ਤਾਰਾਂ ਡਾਇਰੈਕਟ ਲਾਤੀਆਂ, ਵੱਡੀਆਂ ਵੱਡੀਆਂ ਤਾਰਾਂ ਨੂੰ, ਫਿਰ ਉਹ ਸਾਡੀਆਂ ਤਾਰਾਂ ਹੀ ਸੜ ਗਈਆਂ, ਨਾਲ ਮੀਟਰ ਵੀ ਸੜ ਗਿਆ, ਸਭ ਕੁਝ ਸਾੜ ਲਿਆ। ਜ਼ਿੰਦਗੀ ਦੇ ਵਿੱਚ ਜੇ ਤੁਸੀਂ ਚਾਹੁੰਦੇ ਇੱਕ ਸੁਥਰਾ ਜੀਵਨ ਬਤੀਤ ਕਰਨਾ ਤੇ ਪਲੀਜ਼ ਉਹਦਾ ਬੁੱਧੀ ਰੂਪੀ ਸਟੈਬਲਾਈਜ਼ਰ ਆ, ਉਹਦੇ ਵਿੱਚ ਚੀਜ਼ ਨੂੰ ਪਾਓ। ਉਸ ਤੋਂ ਬਾਅਦ ਉਹ ਤੁਹਾਡੀ ਬੁੱਧੀ ਤੁਹਾਨੂੰ ਦੱਸੇਗੀ ਕਿ ਚਰਨਜੀਤ ਤੂੰ ਕੀ ਖਾਣਾ, ਕੀ ਤੂੰ ਪੀਣਾ, ਕੀ ਤੂੰ ਨਹੀਂ ਕਰਨਾ ਜਾਂ ਕੀ ਤੂੰ ਕਰਨਾ। ਇਹ ਹਰ ਇੱਕ ਚੀਜ਼ ਦਾ ਜਵਾਬ ਤੁਹਾਡੀ ਬੁੱਧੀ ਕੋਲ ਹੈ।
ਪਰ ਸੱਜਣੋ, ਜਿੱਦਣ ਤੁਸੀਂ ਸਟੈਪਲਾਈਜ਼ਰ ਦੀ ਵਰਤੋਂ ਨਹੀਂ ਕੀਤੀ ਤੇ ਡਾਇਰੈਕਟ ਸਪਲਾਈ ਲੈ ਲਈ, ਉਹ ਫਿਰ ਬਹੁਤ ਡੇਂਜਰ ਆ। ਅੱਜ ਨਹੀਂ ਤੇ ਕੱਲ ਨੂੰ ਤੁਹਾਡੇ ਘਰ ਦੀ ਵਾਇਰਿੰਗ ਸੜ ਜਾਣੀ ਆ, ਤੁਹਾਡੇ ਫਿਰ ਬਲਬ ਸੜਨਗੇ, ਪੱਖੇ ਸੜਨਗੇ। ਸਹੀ ਹੈ ਨਾ ਜੀ ਸਾਹਿਬ? ਬਹੁਤ ਵਧੀਆ ਜੀ, ਬਹੁਤ ਵਧੀਆ, ਬਿਲਕੁਲ ਸਹੀ ਗੱਲ ਹੈ। ਫਿਰ ਆਪਾਂ ਪਤਾ ਕੀ ਕਰਦੇ ਆ, ਆਪਾਂ ਕਹਿੰਦੇ ਪਿਓ ਵੀ ਮਾੜਾ, ਮਾਂ ਵੀ ਮਾੜੀ ਆ, ਮੇਰੀ ਘਰ ਦੀ ਮਾੜੀ ਆ, ਮੇਰੇ ਘਰ ਦੇ ਮਾੜੇ ਆ, ਮੇਰਾ ਬੱਚਾ ਮਾੜਾ ਆ, ਸਭ ਫਿਰ ਮਾੜੇ ਆ। ਕਿਉਂ ਮਾੜੇ ਆ? ਕਿਉਂਕਿ ਸਟੈਪਲਰ ਚ ਪਾਈ ਨਹੀਂ ਉਹ ਚੀਜ਼ ਸਿੱਧੀ ਡਾਇਰੈਕਟ। ਔਰ ਸਟੈਪਲਾਈਜ਼ਰ ਜਿਹੜਾ ਗੋਰਕੀ ਸਾਹਿਬ, ਸਟੈਪਲਾਈਜ਼ਰ ਜਿਹੜਾ ਹੈਗਾ, ਆ ਜਿਹੜੇ ਹੈਗੇ ਗਿਆਨ ਜਿਹੜਾ ਹੈਗਾ, ਆ ਗੁਰੂ ਜਿਹੜੇ ਆ ਬ੍ਰਹਮ ਗਿਆਨੀ ਜਿਹੜੇ ਸਟੈਪਲਾਈਜ਼ਰ ਹੀ ਦੇ ਰਹੇ ਆ ਆਪਾਂ ਨੂੰ ਭਾਈ, ਹੋਰ ਕੁਝ ਨਹੀਂ ਕਰ ਰਹੇ। ਹਾਂ, ਵਧੀਆ ਕਰ ਰਹੇ। ਉਹ ਕਹਿੰਦੇ ਕਿ ਪਹਿਲਾਂ ਵਿਚਾਰ ਕਰ। ਪਰਸੋਂ ਵੀ ਆ ਕਹਿੰਦੇ ਬਿਨ ਵਿਚਾਰਿਆਂ ਤੋਂ ਦਾਨ ਨਹੀਂ ਕਰਨਾ, ਸੋਚਿਆ। ਬਿਲਕੁਲ। ਤੇ ਬਿਨ ਕਹਿੰਦੇ ਆ, ਬਿਨ ਮਤਲਬ ਵਿਚਾਰ ਤੋਂ ਬਿਨਾਂ ਕੋਈ ਕੰਮ ਹੀ ਨਹੀਂ ਕਰਨਾ। ਵਿਚਾਰ ਤੋਂ ਭਾਵ ਕਹਿੰਦੇ ਸਟੈਪਲਾਈਜ਼ਰ ਦੇ ਵਿੱਚੋਂ ਦੀ ਚੀਜ਼ ਕੱਢ, ਉਸ ਤੋਂ ਬਾਅਦ ਰਿਫਾਈਨ ਕਰ। ਜਿਹੜੀ ਚੀਜ਼ ਚੰਗੀ ਆ ਉਹਦੀ ਵਰਤੋਂ ਕਰ ਲਾ, ਤੇ ਜਿਹੜੀ ਚੀਜ਼ ਫਾਲਤੂ ਆ ਉਹਨੂੰ ਸੁੱਟ ਦੇ। ਪਰ ਆਪਾਂ ਸੁੱਟਦੇ ਥੋੜੀ ਆ। ਆਪਾਂ ਬਾਣੀ ਚ ਇੱਕ ਤੁਕ ਹੁੰਦੀ ਆ, ਅੱਜ ਮੈਂ ਥੋੜਾ ਆਊਟ ਆਫ ਟੌਪਿਕ ਜਾਊਂਗਾ, ਤੁਹਾਡਾ ਭਲਾ ਹੈ, ਤੁਹਾਡਾ ਭਲਾ ਹੈ। ਸਟੈਪਲਾਈਜ਼ਰ ਦਾ ਮਤਲਬ ਪਤਾ ਕੀ ਆ? ਬਾਣੀ ਕਹਿੰਦੀ ਹੈ ਹੁਕਮ ਦੇ ਵਿੱਚ ਚੱਲ, ਜੋ ਤੂੰ ਕਰ ਰਿਹਾ ਨਾ ਇਸ ਨੂੰ ਪ੍ਰਮਾਤਮਾ ਦਾ ਹੁਕਮ ਸਮਝ ਤੇ ਆਪਣੇ ਜੀਵਨ ਚ ਚੱਲੀ ਜਾ, ਤੈਨੂੰ ਕੋਈ ਪ੍ਰੋਬਲਮ ਨਹੀਂ ਹੈ। ਪਰ ਪ੍ਰੋਬਲਮ ਉਦੋਂ ਹੁੰਦੀ ਆ, ਮੈਂ ਤੁਹਾਨੂੰ ਦੱਸਾਂ ਕਿ ਸਟੈਪਲਾਈਜ਼ਰ ਕੀ ਕਰ ਸਕਦਾ ਹੈ, ਬੁੱਧੀ ਕੀ ਕੰਮ ਕਰਦੀ ਆ। ਸਟੈਪਲਾਈਜ਼ਰ ਦਾ ਮਤਲਬ ਕਿ ਕਈ ਵਾਰੀ ਨਾ ਨਿੱਜਰ ਸਾਹਿਬ ਨਾ, ਮੈਂ ਕਈਆਂ ਦੇ ਨਾਲ ਮੇਰਾ ਲੜਾਈ ਝਗੜਾ ਹੋ ਜੇ ਮੰਨ ਲਓ, ਤੇ ਮੈਂ ਇੱਕ ਨਾ ਉਹਨਾਂ ਦੀ ਨਾ ਬੜੀ ਘਟੀਆ ਜੀ ਪੇਂਟਿੰਗ ਆਪਣੇ ਅੰਦਰ ਤਿਆਰ ਕਰ ਲੈਣਾ। ਉਹਦੀ ਪੇਂਟਿੰਗ ਮੈਂ ਤਿਆਰ ਕਰਦਾ ਵਾਂ, ਉਹ ਮੈਂ ਤਿਆਰ ਕਰਦਾ ਵਾਂ ਆਪਣੇ ਵਿਚਾਰਾਂ ਦੇ ਰਾਹੀਂ। ਬਿਲਕੁਲ। ਫਿਰ ਉਹ ਪੇਂਟਿੰਗ ਨੂੰ ਮੈਂ ਬਾਰ-ਬਾਰ ਵੇਖਦਾ ਵਾਂ ਆਪਣੇ ਅੰਦਰ, ਤੇ ਫਿਰ ਹੋਰ ਨਾਲ ਵਿਚਾਰ ਜੋੜ ਕੇ ਇੱਕ ਬਹੁਤ ਹੀ ਜ਼ਿਆਦਾ ਬਦਸੂਰਤ ਪੇਂਟਿੰਗ ਤਿਆਰ ਕਰ ਲੈਣਾ ਮੈਂ ਆਪਣੇ ਅੰਦਰ। ਹੁਣ ਉਹ ਬੰਦਾ ਮੈਨੂੰ 8-10 ਸਾਲਾਂ ਬਾਅਦ ਮਿਲਦਾ ਹੈ, ਤੇ ਮੇਰਾ ਮਨ ਕੀ ਕਰਦਾ ਕਿ ਸਭ ਤੋਂ ਪਹਿਲਾਂ ਉਹਦੀ ਗੰਦੀ ਜੀ ਫੋਟੋ ਉਹਨੂੰ ਕੱਢ ਕੇ ਲਿਆਉਂਦਾ, ਉਸ ਪੇਂਟਿੰਗ ਨੂੰ ਸਾਹਮਣੇ ਰੱਖਦਾ ਹੈ। ਪਰ ਭਾਈ ਕਨਈਆ ਜੀ ਏਦਾਂ ਨਹੀਂ ਕਰਦੇ, ਉਹ ਪੇਂਟਿੰਗ ਨੂੰ ਉੱਥੇ ਹੀ ਸਾੜ ਦਿੰਦੇ ਆ। ਉਹ ਕਹਿੰਦੇ ਨਵੀਂ ਪੇਂਟਿੰਗ ਤਿਆਰ ਕਰੋ, ਉਹਦੀ ਪਹਿਲੀ ਮੈਂ ਨਹੀਂ ਵਰਤਣੀ। ਉਹ ਦੂਜੇ ਜਿਹੜੇ ਸਿੰਘ ਆ ਉਹ ਕੰਪਲੇਂਟ ਕਰਦੇ ਆ ਗੁਰੂ ਗੋਬਿੰਦ ਸਿੰਘ ਜੀ ਨੂੰ, ਮਹਾਰਾਜ ਇਹ ਤੇ ਬੰਦੇ ਸਾਡੇ ਦੁਸ਼ਮਣ ਹੈਗੇ ਆ, ਇਹ ਤੇ ਸਾਡੇ ਤੇ ਅਟੈਕ ਕਰ ਰਹੇ ਆ, ਤੇ ਇਹਨਾਂ ਨੂੰ ਭਾਈ ਕਨਈਆ ਜੀ ਪਾਣੀ ਪਿਆ ਰਹੇ ਨੇ। ਪਰ ਭਾਈ ਕਨਈਆ ਜੀ ਤੇ ਵਰਤਮਾਨ ਕਾਲ 'ਚ ਬੈਠੇ ਨੇ। ਬਿਲਕੁਲ। ਉਹ ਪੁਰਾਣੀ ਪੇਂਟਿੰਗ ਲੈਂਦੇ ਹੀ ਨਹੀਂ ਉਹਦੀ। ਉਹ ਕਹਿੰਦੇ ਹੁਣ ਤਾਂ ਵਿਚਾਰਾ ਫੱਟੜ ਹੈਗਾ, ਉਹ ਫੱਟੜ ਆ। ਆਪਾਂ ਪਰ ਏਦਾਂ ਨਹੀਂ ਕਰਦੇ। ਆਪਾਂ ਕਹਿੰਦੇ ਨਾ ਜੀ ਨਾ, ਜੋ ਵੀ ਗੱਲ ਹੋਊਗੀ ਪਹਿਲਾਂ ਉਸ ਪੇਂਟਿੰਗ ਦੇ ਵਿੱਚ ਪਾਈ ਜਾਊਗੀ, ਔਰ ਪੇਂਟਿੰਗ 'ਚ ਤੁਹਾਨੂੰ ਪਤਾ ਹੀ ਕੀ ਹੈਗਾ, ਉੱਥੇ ਲੱਗਣਾ ਵੀ ਇਹ ਤਾਂ ਮੁਸਲਮਾਨ ਹੈਗੇ, ਇਹ ਤਾਂ ਦੁਸ਼ਮਣ ਹੈਗੇ ਆ, ਇਹਨਾਂ ਨੂੰ ਗੱਲ ਹੀ ਪਾਣੀ ਪਿਲਾਉਣਾ ਹੈ। ਹਾਂ, ਤੇ ਫਿਰ ਤੇ ਮੁਸ਼ਕਿਲ ਹੋ ਜੂਗੀ। ਪਰ ਆਪਾਂ ਏਦਾਂ ਨਹੀਂ ਕਰਨਾ। ਹੁਕਮ ਦਾ ਮਤਲਬ ਏਦਾਂ ਕਿ ਜੋ ਹੋਇਆ ਸੀ ਉਹਨੂੰ ਵੀ ਛੱਡੋ, ਹੁਣ ਜੋ ਸਿਸਟਮ ਚੱਲ ਰਿਹਾ ਉਹਨੂੰ ਐਕਸੈਪਟ ਕਰੋ, ਔਰ ਇਹਨੂੰ ਸਮਝੋ ਕਿ ਮੇਰਾ ਭਲਾ, ਇਸੇ ਚ ਹੀ ਸਾਡਾ ਭਲਾ। ਹੁਣ ਦੇਖੋ ਬਾਣੀ ਕਹਿੰਦੀ ਆ ਹੁਕਮ ਦੇ ਵਿੱਚ ਚੱਲ, ਤੂੰ ਪੁਰਾਣੀਆਂ ਪੇਂਟਿੰਗਾਂ ਨੂੰ ਛੱਡ ਦੇ। ਛੋਟੇ ਬੱਚਿਆਂ ਕੋਲ ਪੇਂਟਿੰਗ ਕੋਈ ਨਹੀਂ ਹੁੰਦੀ ਨਿੱਜਾ ਸਾਹਿਬ। ਬਿਲਕੁਲ। ਹੁਣ ਇਹ ਲੜਨਗੇ, ਬਿਲਕੁਲ ਇੱਕਦਮ ਕਿਲੋ ਗਾਲ ਕੱਢਣਗੇ, ਅੱਧੇ ਘੰਟੇ ਬਾਅਦ ਫਿਰ ਇਕੱਠੇ। ਮੈਂ 2 ਮਿੰਟ ਬਾਅਦ ਹੀ, 2 ਮਿੰਟ ਬਾਅਦ ਗੋਰਕੀ ਸਾਹਿਬ, 2 ਮਿੰਟ ਬਾਅਦ, ਅੱਧਾ ਘੰਟਾ ਕਿੱਥੇ ਆ। ਲੋਕਾਂ ਦੇ ਘਰਾਂ ਦੇ ਵਿੱਚ ਮੈਂ ਵੇਖਦਾ 90-95% ਲੜਾਈਆਂ ਬੱਚਿਆਂ ਕਰਕੇ ਆ। ਬੱਚਿਆਂ ਕਰਕੇ ਸਿਆਣੇ ਲੜ ਪੈਂਦੇ ਨੇ ਤੇ ਆਪਣੀ ਲੜਾਈ ਬਣਾ ਲੈਂਦੇ ਨੇ ਉਹ ਕਿਸੇ ਦੀ ਪੇਂਟਿੰਗ ਤੋਂ। ਬੱਚੇ ਫੇਰ ਇਕੱਠੇ ਦੇ ਇਕੱਠੇ। ਤੁਸੀਂ ਜਿੰਨਾ ਮਰਜ਼ੀ ਸਮਝਾ ਲਓ, ਤੁਸੀਂ ਕਹੋ ਉੱਥੇ ਨਹੀਂ ਜਾਣਾ, ਉਹਨਾਂ ਨੇ ਕਰਨਾ ਉਹੀ ਕੁਝ ਜੋ ਉਹਨਾਂ ਨੂੰ ਚੰਗਾ ਲੱਗਦਾ। ਤੁਹਾਡੀਆਂ ਪੇਂਟਿੰਗਾਂ ਨਹੀਂ ਲੈਣਗੇ। ਬਿਲਕੁਲ ਸਹੀ। ਤੇ ਇਸ ਕਰਕੇ ਹਮੇਸ਼ਾ ਹੀ ਸਾਧ ਸੰਗਤ ਜੀ ਬੜਾ ਵਧੀਆ ਨੁਕਤਾ ਹੈ, ਆਪਣੀ ਬੁੱਧੀ ਦਾ ਇਸਤੇਮਾਲ ਕਰੋ। ਬਾਣੀ ਵੀ ਇਸੇ ਗੱਲ ਨੂੰ ਸਮਝਾਉਂਦੀ ਹੈ ਕਿ ਤੇਰੇ ਕੋਲ ਪ੍ਰਮਾਤਮਾ ਨੇ ਏਡੀ ਸੋਹਣੀ ਬੁੱਧੀ ਦਿੱਤੀ ਹੈ, ਤੂੰ ਚੀਜ਼ ਖਾਣਾ ਹੈ, ਤੇਰੇ ਹੱਥਾਂ ਦਾ ਪਤਾ ਲੱਗ ਜਾਂਦਾ ਕਿ ਚੀਜ਼ ਗਰਮ ਹੈ, ਤੱਤੀ ਹੈ, ਠੰਡੀ। ਤੇਰੀਆਂ ਨਾਸਾਂ ਦੱਸਦੀਆਂ, ਤੇਰਾ ਮੂੰਹ ਦੱਸਦਾ, ਤੇਰੀ ਜ਼ੁਬਾਨ ਵੀ ਦੱਸਦੀ ਆ, ਹਜੇ ਵੀ ਤੂੰ ਥੁੱਕ ਸਕਦਾ ਹੈ। ਕਹਿੰਦੇ ਕੋਈ ਚੀਜ਼ ਆਪਾਂ ਜਦੋਂ ਖਾਂਦੇ ਆ ਨਾ, ਤੇ ਸਭ ਤੋਂ ਪਹਿਲਾਂ ਆਪਣੀਆਂ ਅੱਖਾਂ ਖਾਂਦੀਆਂ, ਉਹ ਵੇਖਦੀਆਂ ਕਿ ਚੀਜ਼ ਖਾਣ ਲਾਇਕ ਹੈਗੀ ਆ। ਜੇ ਟੇਢੀ ਮੇਢੀ ਬਣੀ ਆ ਨਾ, ਨਹੀਂ ਖਾਂਦੇ ਲੋਕੀ। ਜਦੋਂ ਆਪਾਂ ਕਿਸੇ ਦੀ ਗੱਲ ਨੂੰ ਫੜਦੇ ਆ, ਜਦੋਂ ਸਾਡਾ ਮਨ ਕਿਸੇ ਗਲਤ ਚੀਜ਼ ਨੂੰ ਸਾਨੂੰ ਖਵਾਉਣ ਦੀ ਕੋਸ਼ਿਸ਼ ਕਰਦਾ ਹੈ, ਤੇ ਉਦੋਂ ਅਸੀਂ ਉਹਨੂੰ ਮਨਾ ਕਿਉਂ ਨਹੀਂ ਕਰਦੇ ਕਿ ਨਹੀਂ ਯਾਰ ਏਦਾਂ ਕਿਉਂ ਕਰ ਰਿਹਾ ਤੂੰ, ਉਹ ਤਾਂ ਬੰਦਾ ਬਹੁਤ ਨਾਈਸ ਹੈਗਾ, ਪਰ ਤੂੰ ਕਿਉਂ ਪੁਰਾਣੀ ਪੇਂਟਿੰਗ ਕੱਢ ਕੇ ਲੈ ਆਉਣਾ। ਔਰ ਜਦੋਂ ਪੁਰਾਣੀ ਪੇਂਟਿੰਗ ਕੱਢ ਕੇ ਲੈ ਆਂਦੀ ਨਾ, ਉਹ ਬੰਦਾ ਤੁਹਾਡੇ ਘਰ ਆ ਗਿਆ, ਫਿਰ ਤੁਸੀਂ ਆਪਣੇ ਅੰਦਰ ਵੇਖੋ ਤੁਹਾਡੇ ਅੰਦਰ ਕਿੱਦਾਂ ਇੱਕ ਨੈਗੇਟਿਵ એનર્ਜੀ ਨੇ, ਜਿਵੇਂ ਕਿੱਦਾਂ ਤੁਹਾਨੂੰ ਕੰਟਰੋਲ ਕਰਦੀ, ਔਰ ਸਭ
ਪੁਰਾਣੀਆਂ ਗੱਲਾਂ, ਘਟੀਆਂ ਗੱਲਾਂ ਉਸ ਬੰਦੇ ਦੇ ਪ੍ਰਤੀ ਉਹ ਤੁਹਾਡੇ ਸਾਹਮਣੇ ਨੂੰ ਚਿੱਤ 'ਚ ਪ੍ਰਗਟ ਕਰ ਦੇਣੀ ਹੈ। ਬਿਲਕੁਲ ਕਰ ਦੇਣੀ ਹੈ ਜੀ, ਬਿਲਕੁਲ ਕਰ ਦੇਣੀ ਹੈ, ਬਿਲਕੁਲ ਸਹੀ ਹੈ। ਔਰ ਤੁਸੀਂ ਫਿਰ ਹਾਂਡੀ ਸੜੀ ਜੋ ਤੇ ਆਪਣੇ ਕੰਡੇ ਫੂਕੂਗੀ, ਕੀ ਹੋਊਗਾ? ਉਹਨੂੰ ਤੇ ਪਤਾ ਨਹੀਂ ਵਿਚਾਰੇ ਨੂੰ ਕਿ ਤੁਸੀਂ ਕੀ ਸੋਚਦੇ ਜੋ, ਨਹੀਂ ਨਾ ਦੱਸ ਸਕਦੇ ਕਿਉਂਕਿ ਤੁਹਾਡਾ ਰਿਸ਼ਤੇਦਾਰ ਹੈ। 100 ਮਜਬੂਰੀਆਂ। ਇਸ ਕਰਕੇ ਡਿਪਰੈਸ਼ਨ, ਐਂਗਜ਼ਾਇਟੀ ਇਹ ਕਿਉਂ ਹੋ ਰਹੀ ਲੋਕਾਂ ਨੂੰ? ਕਿਉਂਕਿ ਲੋਕੀ ਹੁਕਮ ਮੰਨਣ ਨੂੰ ਤਿਆਰ ਹੀ ਨਹੀਂ ਆ। ਆਪਾਂ ਪੇਂਟਿੰਗਾਂ ਬਣਾਈਆਂ ਨੇ ਔਰ ਸਾਡਾ ਮਨ ਕੀ ਕਰਦਾ, ਏਡਾ ਸ਼ਦਾਈ ਮਨ ਆ, ਹਰ ਦਿਨ ਉਸ ਪੇਂਟਿੰਗ ਨੂੰ ਹੋਰ ਬਦਸੂਰਤ ਵਿਚਾਰਾਂ ਦੇ ਰਾਹੀਂ ਹੋਰ ਬਦਸੂਰਤ ਇੰਨੀ ਬਦਸੂਰਤ ਕਰ ਦਿੰਦਾ ਹੈ ਕਿ ਤੁਸੀਂ ਦੇਖੋਗੇ ਤੁਹਾਡੀ ਜ਼ਿੰਦਗੀ 'ਚ ਚਿੰਤਾ ਹੀ ਚਿੰਤਾ। ਤੁਸੀਂ ਕੇਵਲ ਉਦਾਸੀ ਦੇ ਨਾਲ ਹੀ ਘਿਰ ਜਾਓਗੇ। ਕਿਉਂ? ਕਿਉਂਕਿ ਤੁਹਾਡਾ ਮਨ ਉਸ ਪੁਰਾਣੀ ਪੇਂਟਿੰਗ ਨੂੰ ਚੁੱਕੀ ਫਿਰਦਾ ਹੈ। ਦੇਖਿਆ ਕਿਤੇ ਨਾ ਇੱਥੇ ਜਿਹੜੀ ਨਿੱਜਰ ਸਾਹਿਬ ਜਿਹੜੀ ਬਾਂਦਰੀ ਹੁੰਦੀ ਹੈ, ਕਹਿੰਦੇ ਆਪਣੇ ਬੱਚੇ ਨੂੰ ਸੁੱਟਦੀ ਨਹੀਂ ਸੁੱਟਦੀ। ਉਹ ਮਰ ਜਾਂਦਾ ਤਾਂ ਵੀ ਹੱਡੀਆਂ ਫਾੜ ਕੇ ਹੀ ਰੱਖਦੀ ਆ ਉਹਨੂੰ ਗੋਦੀ 'ਚ ਲਾਉਂਦੀ ਨਹੀਂ ਆ ਉਹ ਕਿੰਨੀ ਤੁਹਾਡੀ ਆਵਾਜ਼ ਬੰਦ ਹੋ ਗਈ ਜੀ। ਹਾਂ, ਉਹ ਕਿਸੇ ਨੇ ਵਿੱਚ ਫੋਨ ਕਰਤਾ ਸੀ। ਹਾਂਜੀ। ਹੁਣ ਉਹ ਜਿਹੜੀ ਪੁਰਾਣੀ ਪੇਂਟਿੰਗ ਚੁੱਕ ਕੇ ਆਪਾਂ ਤੁਰੇ ਫਿਰਾਂਗੇ ਤੇ ਫਿਰ ਸਾਡੇ ਲਾਗੇ ਕਿਸੇ ਨੇ ਬਹਿਣਾ ਨਾ ਤੇ ਉਹਨੇ ਕਹਿਣਾ ਇਹ ਬੰਦੇ ਦੇ ਲਾਗੇ ਬਹਿਣਾ ਵੀ ਪਾਪ ਆ। 24 ਘੰਟੇ ਲੋਕਾਂ ਦੀ ਨਿੰਦਿਆ ਹੀ ਕਰੀ ਜਾਂਦਾ। ਔਰ ਜਿਹੜੀ ਇਹ ਨਿੰਦਿਆ ਤੁਹਾਡਾ ਸਬੂਤ ਆ ਕਿ ਤੁਹਾਡੇ ਕੋਲ ਬਹੁਤ ਪੁਰਾਣੀਆਂ ਪੇਂਟਿੰਗਾਂ ਆਈਆਂ। ਸਾਹਿਬ ਸਹੀ ਹੈ, ਬਹੁਤ ਵਧੀਆ ਗੋਰਖੀ ਸਾਹਿਬ, ਅੱਜ ਤੱਕ ਕਮਾਲ ਹੋ ਗਈ ਜੀ, ਬਹੁਤ ਸਲੂਟ ਆ ਤੁਹਾਨੂੰ। ਇਹ ਪੇਂਟਿੰਗਾਂ ਨਾ ਚੁੱਕੋ ਤੇ ਨਾ ਲੋਕਾਂ ਨੂੰ ਸੁਣਾਓ, ਕਿਉਂਕਿ ਤੁਹਾਡੀ ਪੇਂਟਿੰਗ ਨੋ ਬੋਡੀ ਇੰਟਰਸਟਿਡ, ਤੁਹਾਡੀ ਪੇਂਟਿੰਗ ਕੋਈ ਲੈਣਾ ਨਹੀਂ ਚਾਹੁੰਦਾ। ਔਰ ਤੁਸੀਂ ਬਾਣੀ ਕਹਿੰਦੀ ਆ ਕਿ ਜਿੱਦਾਂ ਕੋਈ ਪੁਰਾਣੀ ਪੇਂਟਿੰਗ ਕੱਢੇ ਨਾ, ਨਿੰਦਿਆ ਦੇ ਜਿਹੜਾ ਨਿੰਦਕ ਉਹਦੇ ਲਾਗੋਂ ਭੱਜੋ, 9 ਤੋਂ 11 ਹੋ ਜਾਓ। ਬਿਲਕੁਲ ਸਹੀ ਹੈ। ਕਿਉਂਕਿ ਉਹ ਬ੍ਰਸ਼ ਲਿਆ ਕੇ ਤੁਹਾਡੇ ਅੰਦਰ ਵੀ ਉਹ ਪੇਂਟਿੰਗ ਬਣਾਉਣ ਦੀ ਕੋਸ਼ਿਸ਼ ਕਰ ਰਿਹਾ। ਪੰਗਾ ਤੇ ਆ ਤੁਸੀਂ ਉਹਨੂੰ ਚੰਗਾ ਸਮਝਦੇ ਜੇ, ਉਹ ਕਹਿੰਦਾ ਨਹੀਂ ਉਹ ਬੰਦਾ ਬਹੁਤ ਮਾੜਾ ਹੈ। ਤੂੰ ਕਿੱਦਾਂ ਕਹਿਤਾ ਚੰਗਾ? ਉਹ ਫਿਰ ਦਾਦਾ ਵਾ ਆਵੇ ਮੇਰੇ ਕੋਲ ਪੁਰਾਣੀ ਪੇਂਟਿੰਗ, ਇਹਦੇ ਫਲਾਣੇ ਟਾਈਮ ਤੇ ਨਾ ਮੈਨੂੰ ਨੇ ਏਦਾਂ ਕੀਤਾ ਸੀ, ਮੈਂ ਉਹਨਾਂ ਦੇ ਘਰੇ ਗਿਆ, ਮੈਨੂੰ ਪਾਣੀ ਨਹੀਂ ਪਿਆਇਆ, ਵੇਖ ਕਿੱਦਾਂ ਦੇ ਬੰਦੇ। ਘਰੇ ਵਿਆਹ ਹੋਇਆ ਤੇ ਮੈਂ ਰੋਟੀ ਖਾਣ ਗਿਆ, ਸਾਨੂੰ ਇਹ ਨੀ ਕਿਹਾ ਕਿ ਰੋਟੀ ਖਾ ਲਾ। ਬੰਦਾ ਪੁੱਛੇ, ਵੇਟਰ ਲੱਗੇ, ਕਾਊਂਟਰ ਲੱਗੇ, ਜਿੱਥੋਂ ਮਰਜ਼ੀ ਜਾ ਕੇ ਖਾ ਲਾ, ਤੂੰ ਬੱਚਾ ਹੈਗਾ, ਤੇਰਾ ਗੁੱਟ ਫੜ ਕੇ ਖਵਾਉਣੀ ਹੈ ਰੋਟੀ। ਪਰ ਐਸੀਆਂ ਪੇਂਟਿੰਗਾਂ ਲੋਕੀ ਬਣਾ ਕੇ ਬੈਠੇ ਆਪਣੇ ਅੰਦਰ। ਔਰ ਫਿਰ ਕਹਿੰਦੇ ਡਾਕਟਰ ਸਾਹਿਬ ਸਾਡੀ ਮਾਨਸਿਕ ਬਿਮਾਰੀਆਂ ਬਹੁਤ ਨੇ, ਸਾਡਾ ਇਲਾਜ ਕਰੋ। ਉਹ ਇਲਾਜ ਤੁਹਾਡਾ ਕਿੱਥੋਂ ਹੋਣਾ ਵਾ? ਤੁਸੀਂ ਤੇ ਬਾਣੀ ਦਾ ਹੁਕਮ ਨਹੀਂ ਮੰਨਿਆ। ਬਾਣੀ ਕਹਿੰਦੀ ਆ ਹੁਕਮੇ ਅੰਦਰ ਸਭ ਕੁਛ। ਉਹ ਜੋ ਹੋਇਆ, ਜੇ ਭਾਈ ਕਨ੍ਹਈਆ ਜੀ ਨੂੰ ਦੱਸਦਾ ਕਿ ਉਹ ਦੁਸ਼ਮਣ ਹੈਗੇ ਆ, ਉਹਨਾਂ ਨੂੰ ਮੈਂ ਪਾਣੀ ਪਿਆ ਰਿਹਾ, ਨਹੀਂ। ਉਹ ਕਹਿੰਦੇ ਕਿ ਹੁਣ ਮੇਰਾ ਧਰਮ ਕੀ ਹੈ, ਮੇਰਾ ਧਰਮ ਮੇਰੇ ਤੋਂ ਕੀ ਡਿਮਾਂਡ ਕਰ ਰਿਹਾ। ਔਰ ਧਰਮ ਤੇ ਇਹੋ ਕਹਿੰਦਾ ਕਿ ਸੱਜਣਾ ਜਿਹੜਾ ਰੁੱਖ ਕੱਲ ਸੀ ਨਾ, ਉਹ ਰੁੱਖ ਅੱਜ ਨਹੀਂ ਆ। ਕਈ ਪੱਤੇ ਝੜ ਗਏ ਨੇ, ਕਈ ਨਵੇਂ ਆ ਗਏ ਨੇ। ਉਹ ਭੋਲਿਆ ਫੁੱਲ ਵੇਖ, ਉਹ ਇੱਕ ਫੁੱਲਾਂ ਦੇ ਰੁੱਖ ਨੂੰ ਕਿੰਨੇ ਨਵੇਂ ਫੁੱਲ ਆਉਂਦੇ ਨੇ, ਫਿਰ ਟੁੱਟ ਜਾਂਦੇ ਨੇ। ਉਹ ਤੇ ਨਹੀਂ ਰੋਂਦਾ, ਤੂੰ ਚੀਕਾਂ ਮਾਰੀ ਜਾਂਦੇ ਆ, ਉਹ ਰੱਬ ਨੂੰ ਹੋਰ ਦੇ ਦਿੰਦਾ। ਸਹੀ ਹੈ ਨਿਜਰ ਸਾਹਿਬ? ਬਿਲਕੁਲ ਠੀਕ ਹੈ ਜੀ। ਔਰ ਪਰ ਇਸੇ ਤਰ੍ਹਾਂ ਜੀਵਨ ਆ। ਵੈਸੇ ਇੱਧਰ ਦੀ ਗੱਲਾਂ ਕੀਤੀਆਂ, ਇਹ ਗੱਲਾਂ ਬੜੀਆਂ ਨੇ ਸਿੰਪਲ। ਇਹਨੂੰ ਜੇਕਰ ਤੁਸੀਂ ਇੱਕ ਦੋ ਗੱਲ ਵੀ ਫੜ ਲਈ ਨਾ, ਤੁਹਾਡੀ ਜ਼ਿੰਦਗੀ 'ਚ ਇੰਨਾ ਸੰਗੀਤ ਆ ਜਾਏਗਾ ਨਾ, ਤੁਸੀਂ ਖੁਦ ਹੀ ਕਹੋਗੇ ਕਿ ਚਰਨਜੀਤ ਜੀਵਨ ਦਾ ਵੱਲ ਤੇ ਹੁਣ ਪਤਾ ਲੱਗਾ, ਜੀਵਨ ਹੈ ਕੀ ਆ। ਬਿਲਕੁਲ। ਮੈਂ ਤੇ ਪੁਰਾਣੀਆਂ ਫੋਟੋਆਂ ਦੇ ਨਾਲ, ਮੁਰਦਿਆਂ ਦੇ ਨਾਲ ਜੀਵਨ ਬਤੀਤ ਕੀਤਾ ਹੈ ਤੇ ਆਖਰ ਤੇ ਮੈਂ ਦੁਖੀ ਹੋ ਗਿਆ, ਨਿਰਾਸ਼ ਹੋ ਗਿਆ। ਔਰ ਬੰਦਾ ਨਿਰਾਸ਼ ਹੀ ਹੈ। ਬਿਲਕੁਲ ਨਿਰਾਸ਼ ਹੈ ਜੀ, ਬਿਲਕੁਲ ਨਿਰਾਸ਼ ਹੈ। ਬਿਲਕੁਲ ਸਹੀ ਗੱਲ ਹੈ। ਹਾਂ ਚਲੋ ਅੱਜ ਫਿਰ ਕਥਾ ਤੇ ਵਾਪਸ ਆ ਗਈ। ਹਾਂਜੀ ਨਿਜਰ ਸਾਹਿਬ ਅਗਲੀ ਤੁਕ ਬੋਲੋ। ਅਗਲੀ ਤੁਕ ਇਹੀ ਗੱਲ ਕਹਿ ਰਹੀ ਹੈ, ਸਤਿਗੁਰ ਜਿਨੀ ਨਾ ਸੇਵਿਓ ਤਿੰਨਾ ਬਿਰਥਾ ਜਨਮ ਗਵਾਏ। ਜਿਨ੍ਹਾਂ ਨੇ ਨਹੀਂ ਲਈ ਪਾਈ, ਬ੍ਰਹਮ ਗਿਆਨ ਨਹੀਂ ਲਿਆ, ਇਹਦੇ ਅਨੁਸਾਰ ਜਿਹੜੀ ਹੈਗੀ ਯਾਤਰਾ ਨਹੀਂ ਕੀਤੀ, ਆਪਣੀ ਜੀਵਨ ਦੀ ਯਾਤਰਾ, ਉਹ ਪੁਰਾਣੀਆਂ ਪੇਂਟਿੰਗਸ ਨੂੰ ਫੜ ਕੇ ਰੱਖਿਆ ਉਹਨਾਂ ਨੇ, ਤੇ ਭਾਈ ਫਿਰ ਜਨਮ ਤਾਂ ਬਿਰਥਾ ਜਾਏਗਾ। ਭਾਈ ਕੁਛ ਕੀਤਾ ਨਹੀਂ ਉਹਨਾਂ ਨੇ। ਇਹ ਮਨੁੱਖੀ ਜੂਨ ਜਿਹਦੇ ਵਾਸਤੇ ਜਿਹੜਾ ਹੈ ਇਹ ਸਰੀਰ ਮਿਲਿਆ ਸੀਗਾ, ਉਹ ਕੰਮ ਨਹੀਂ ਕੀਤਾ। ਪਰ ਕਹਿੰਦੇ ਮਾਲਕ ਪਰਮਾਤਮਾ ਨੇ ਜਿਹੜਾ ਹੈਗਾ ਇਹ ਨੈਗੇਟਿਵਿਟੀ ਜਿਹੜੀ ਹੈਗੀ, ਇਹ ਜਿਹੜੀ ਸਾਰਾ ਜਿਹੜਾ ਹੈਗਾ ਕਾਮ ਕ੍ਰੋਧ ਲੋਭ ਓਂਕਾਰ, ਇਹ ਸਾਰੀ ਗੇਮ ਉਸ ਮਾਲਕ ਪਰਮਾਤਮਾ ਦੀ ਪਾਈ ਆ। ਇਹ ਜਿਹੜੀ ਹੈਗੀ, ਇਹ ਜਿਹੜੇ ਹੈਗੇ ਅਵਗੁਣ ਜਿਹੜੇ ਹੈਗੇ, ਇਹਨਾਂ ਦਾ ਡਿਜ਼ਾਈਨਰ ਵੀ ਮਾਲਕ ਪਰਮਾਤਮਾ ਹੀ ਹੈਗਾ, ਜਿਹੜਾ ਗੁਣਾਂ ਦਾ ਡਿਜ਼ਾਈਨਰ ਹੈਗਾ। ਅਤੇ ਇਸ ਕਰਕੇ ਆਪਾਂ ਕਿਸੇ ਨੂੰ ਕੁਛ ਕਮੈਂਟ ਨਹੀਂ ਕਰ ਸਕਦੇ। ਨਾਨਕ ਜੋ ਤਿਸ ਭਾਵੈ ਸੋ ਕਰੇ, ਕਹਿਣਾ ਕੁਛ ਨਾ ਜਾਏ। ਕਹਿੰਦੇ ਉਹਦੀ ਮਾਲਕ ਦੀ ਮਰਜ਼ੀ ਆ ਭਾਈ, ਗੇਮ ਇਸ ਤਰ੍ਹਾਂ ਹੀ ਚੱਲਣੀ ਆ। ਅਤੇ ਆਪਾਂ ਨਾ ਕਰਤਾ ਹੈਗੇ, ਨਾ ਆਪਾਂ ਕੁਛ ਚੇਂਜ ਕਰ ਸਕਦੇ ਹਾਂ। ਹਾਂਜੀ ਵੀਰ ਜੀ। ਚੰਗੀ ਹੈ ਜੀ, ਠੀਕ ਹੈ ਜੀ। ਉਹ ਕਹਿੰਦੇ ਜਿੱਦਾਂ ਮੋਬਾਇਲ ਆ, ਮੋਬਾਇਲ ਦੇ ਵਿੱਚ ਜਦੋਂ ਪੁਰਾਣਾ ਸੌਫਟਵੇਅਰ ਹੁੰਦਾ ਨਾ,
ਤੇ ਬਾਅਦ ਦੇ ਵਿੱਚ ਜਿਹੜੇ ਸੌਫਟਵੇਅਰ ਇੰਜੀਨੀਅਰ ਕੀ ਕਰਦੇ, ਨਵਾਂ ਸੌਫਟਵੇਅਰ ਦੇ ਕੇ ਜਾਂਦੇ ਵੀ ਇਹਨੂੰ ਏਦਾਂ ਕਰੋ, ਇਹਨੂੰ ਆਪ ਡਾਊਨਲੋਡ ਕਰਕੇ ਤੇ ਇਹਨੂੰ ਇੰਸਟਾਲ ਕਰ ਲਓ। ਮਹੀਨੇ ਬਾਅਦ ਹੀ ਗੋਰਕੀ ਸਾਹਿਬ, ਮਹੀਨੇ ਬਾਅਦ ਹੀ ਤਾਂ ਨਵਾਂ ਸੌਫਟਵੇਅਰ ਆ ਜਾਂਦਾ ਹੈ। ਮੋਬਾਈਲ ਪੁਰਾਣਾ ਹੋਏ ਤਾਂ ਵੀ ਸੌਫਟਵੇਅਰ ਨਵਾਂ ਚੜਾਉਣਾ ਪੈਂਦਾ। ਪਰ ਨਿੱਜਰ ਸਾਹਿਬ ਆਪਾਂ ਉਹ ਸੌਫਟਵੇਅਰ ਤੇ ਬਦਲ ਦਿੰਦੇ ਆ, ਪਰ ਆਪਾਂ ਆਪਣੇ ਅੰਦਰ ਵਾਲਾ ਸੌਫਟਵੇਅਰ ਕਿਉਂ ਨਹੀਂ ਬਦਲਦੇ? ਬਿਲਕੁਲ, ਉਹ ਤਾਂ ਨਹੀਂ ਆਪਾਂ ਬਦਲਣਾ ਚਾਹੁੰਦੇ। ਉਹ ਤਾਂ ਪੁਰਾਣਾ ਹੀ ਸੌਫਟਵੇਅਰ ਕਹਿੰਦੇ। ਮੈਂ 100 ਸਾਲ ਦਾ, ਮੈਂ ਵੀ ਪਿਓ ਦਾ ਪੋਤਿਆਂ, ਇਸੇ ਸੌਫਟਵੇਅਰ ਦੇ ਨਾਲ ਹੀ ਜੀਵਨ ਬਤੀਤ ਕਰੂੰਗਾ। ਜਿਹਦੀ ਜਾਊਂਗਾ ਨਾ ਜ਼ਹਿਰ ਹੀ ਸੁੱਟੂੰਗਾ। ਬਸ 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 ਬਸ। ਮੇਰੇ ਮੂੰਹ ਚ ਨਿੰਦਿਆ ਤੋਂ ਇਲਾਵਾ, ਮਾੜੇ ਲਫ਼ਜ਼ਾਂ ਤੋਂ ਇਲਾਵਾ ਮੇਰੀ ਹੋਰ ਕੋਈ ਕੰਮ ਹੀ ਨਹੀਂ ਹੈ। ਮੇਰੀ ਜ਼ਿੰਦਗੀ ਦਾ ਮਕਸਦ ਹੀ ਇਹ ਆ। ਪਰ ਬਾਣੀ ਤੇ ਕਹਿੰਦੀ ਆ ਕਿ ਨਵਾਂ ਸੌਫਟਵੇਅਰ ਆਇਆ ਹੈ, ਇਹ ਗੁਰੂ ਗ੍ਰੰਥ ਸਾਹਿਬ ਚ ਲਿਖ ਕੇ ਗਏ ਨੇ, ਤੂੰ ਅਪਲੋਡ ਕਰ ਲਾ ਤੇ ਪੁਰਾਣਾ ਡਿਲੀਟ ਕਰ ਦੇ। ਪਰ ਗੋਰਖੀ ਸਾਹਿਬ ਦੇਖੋ, ਇੱਕ ਹੋਰ ਹੈਰਾਨੀ ਵਾਲੀ ਗੱਲ ਆ ਨਾ, ਜਿਹੜੀ ਨਿੰਦਾ ਵਾਲਾ ਬੰਦਾ ਹੈਗਾ ਉਹ ਸੁਖੀ ਵੀ ਨਹੀਂ ਹੁੰਦਾ, ਦੁਖੀ ਇੰਨਾ ਜ਼ਿਆਦਾ ਜਿਹੜਾ ਹੈਗਾ, ਇੰਨਾ ਜ਼ਿਆਦਾ ਨੈਗੇਟਿਵ ਰਹੂਗਾ, ਇੰਨਾ ਜ਼ਿਆਦਾ ਦੁਖੀ ਰਹਿੰਦਾ ਹੈ, ਪਰ ਉਹ ਛੱਡ ਨਹੀਂ ਪਾਉਂਦਾ। ਗੱਲ ਤਾਂ ਆ ਹਾਂ ਨਿੱਜਰ ਸਾਹਿਬ, ਉਹ ਛੱਡ ਸਕਦਾ ਹੈ ਜੇਕਰ ਉਹ ਬਾਣੀ ਦੀ ਸੰਗਤ ਕਰੇ। ਜਦੋਂ ਸੰਗਤ ਕਰੇਗਾ ਨਾ, ਆਟੋਮੈਟਿਕਲੀ ਹੀ ਬਾਣੀ ਦੀ ਨਿਰਮਲ ਧਾਰਾ ਉਹਦੇ ਅੰਦਰ ਵੜੇਗੀ, ਪ੍ਰਵੇਸ਼ ਕਰੇਗੀ, ਉਸ ਗੰਦਗੀ ਨੂੰ ਸਾਫ਼ ਕਰ ਦੇਗੀ। ਦੇਖੋ ਪਤਾ ਕੀ ਹੁੰਦਾ ਕਿ ਤੁਹਾਡੇ ਅੰਦਰ ਨਾ ਇੱਕ ਗ੍ਰੰਥੀ ਹੈ, ਔਰ ਪ੍ਰਮਾਤਮਾ ਨੇ ਹਰ ਇੱਕ ਨੂੰ ਗ੍ਰੰਥੀ ਦਿੱਤੀ ਹੈ। ਉਸ ਨੂੰ ਗ੍ਰੰਥੀ ਕਹਿੰਦੇ ਨੇ ਅੰਮ੍ਰਿਤ ਵਾਲੀ। ਜਦੋਂ ਤੁਸੀਂ ਖੁਸ਼ ਹੁੰਦੇ ਜੋ ਨਾ, ਉਹ ਅੰਮ੍ਰਿਤ ਵਿੱਚੋਂ ਵਗਦਾ, ਉਹਨੂੰ ਡੋਪਾਮਾਈਨ ਕਹਿੰਦੇ ਆਪਾਂ। ਉਹ ਡੋਪਾਮਾਈਨ ਜਿਹੜਾ ਨਾ ਹਰ ਇੱਕ ਬੰਦੇ ਨੂੰ ਮਿਲਦਾ ਹੈ, ਐਕਸਰਸਾਈਜ਼ ਤੇ ਵੀ ਮਿਲਦਾ ਹੈ। ਇਸੇ ਤਰ੍ਹਾਂ ਹੀ ਆਪਣੇ ਬਜ਼ੁਰਗ ਕਹਿੰਦੇ ਸੀ ਕਿ ਤੁਸੀਂ ਤੰਦਰੁਸਤ ਬਣੋ, ਐਕਸਰਸਾਈਜ਼ ਕਰੋ। ਜਦੋਂ ਤੁਸੀਂ ਵਾਕ ਕਰਦੇ ਜੋ ਨਾ, ਤੁਹਾਨੂੰ ਡੋਪਾਮਾਈਨ ਮਿਲਦਾ ਹੈ। ਜਦੋਂ ਤੁਸੀਂ ਹੱਸਦੇ ਜੋ, ਡੋਪਾਮਾਈਨ ਮਿਲਦਾ ਹੈ। ਤੇ ਅੱਜ ਕੱਲ੍ਹ ਬੱਚਿਆਂ ਨੂੰ ਡੋਪਾਮਾਈਨ ਮਿਲਦਾ ਹੈ ਐੜੀਆਂ ਮੋਬਾਇਲ ਤੇ ਗੇਮਾਂ ਖੇਡਣ ਦੇ ਨਾਲ। ਇਸ ਕਰਕੇ ਉਹ ਬੱਚੇ ਅਸਲੀ ਜੀਵਨ ਨੂੰ ਭੁੱਲ ਜਾਂਦੇ। ਉਹ ਬਾਰ-ਬਾਰ, ਉਹਨੂੰ ਵਿਚਾਰੇ ਨੂੰ ਪਤਾ ਨਹੀਂ ਲੱਗਦਾ ਮੈਂ ਉਹ ਗੇਮ ਕਿਉਂ ਖੇਡ ਰਿਹਾ, ਕਿਉਂਕਿ ਜਦੋਂ ਗੇਮ ਖੇਡਦਾ ਹੈ ਨਾ, ਤੇ ਉਹਦਾ ਜਿਹੜੀ ਥਾਟ ਪ੍ਰੋਸੈਸ ਨਿੱਜਰ ਸਭ ਰੁਕ ਜਾਂਦਾ ਹੈ। ਠੀਕ ਹੈ ਜੀ। ਉਹ ਫਿਰ ਉਹਨੂੰ ਐਡਿਕਸ਼ਨ ਲੱਗ ਜਾਂਦੀ ਹੈ। ਉਹਨੂੰ ਜਿਹੜਾ ਸ਼ਰਾਬੀ ਹੈ, ਇਹ ਜਿਹੜੇ ਨਸ਼ਾ ਕਰਦੇ ਨੇ, ਜੂਆ ਖੇਡਦੇ ਨੇ, ਕਿਉਂ ਏਦਾਂ ਕੰਮ ਕਰਦੇ ਨੇ? ਇਹ ਸਭ ਡੋਪਾਮਾਈਨ ਪ੍ਰਾਪਤ ਕਰਨਾ ਚਾਹੁੰਦੇ ਨੇ, ਪਰ ਪਤਾ ਨਹੀਂ ਉਹਨਾਂ ਨੂੰ ਕੀ ਕੈਮੀਕਲ ਰਿਲੀਜ਼ ਕਰਕੇ ਮੈਂ ਪੰਗੇ ਲੈ ਰਿਹਾ। ਔਰ ਜਦੋਂ ਆਪਾਂ ਕਿਸੇ ਤੋਂ ਨਫ਼ਰਤ ਕਰਦੇ ਹਾਂ, ਕਿਸੇ ਦੀ ਨਿੰਦਿਆ ਕਰਦੇ ਹਾਂ, ਤੇ ਉਦੋਂ ਕੀ ਹੁੰਦਾ ਕਿ ਇਹੋ ਡੋਪਾਮਾਈਨ ਜਿਹੜਾ ਹੈ ਨਾ, ਉਹ ਇੱਕ ਪੋਇਜ਼ਨ ਸਾਡੇ ਅੰਦਰ ਪ੍ਰੋਡਿਊਸ ਕਰਦਾ ਹੈ। ਉਹ ਜਦੋਂ ਪੋਇਜ਼ਨ ਬਹੁਤ ਜ਼ਿਆਦਾ ਹੋ ਜਾਂਦਾ ਹੈ ਤੇ ਸਾਧ ਸੰਗਤ ਜੀ, ਫਿਰ ਉਹਦੇ ਨਾਲ ਦੋ ਬਿਮਾਰੀਆਂ ਤੁਹਾਨੂੰ ਲੱਗਣਗੀਆਂ, ਇੱਕ ਐਂਗਜ਼ਾਇਟੀ ਤੇ ਇੱਕ ਡਿਪਰੈਸ਼ਨ। ਜਿਹੜੇ ਬੰਦੇ ਡਿਪਰੈਸ਼ਨ ਦੇ ਸ਼ਿਕਾਰੀ ਹਨ, ਉਹ ਮਤਲਬ ਉਹਨਾਂ ਨੇ ਕੀ ਕੀਤਾ ਕਿ ਆਪਣੇ ਅੰਦਰ ਨੈਗੇਟਿਵਿਟੀ ਬਹੁਤ ਭਰ ਲਈ। ਹਰ ਦਿਨ ਐਸਾ ਚਿੰਤਨ ਕੀਤਾ, ਪੁਰਾਣੀ ਫੋਟੋ ਦੇ ਨਾਲ ਜੀਵਨ ਬਤੀਤ ਕਰਕੇ ਉਹਨਾਂ ਕੀ ਕੀਤਾ ਕਿ ਆਪਣੀ ਡੋਪਾਮਾਈਨ ਜਿਹੜੀ ਪੈਦਾ ਕਰਨ ਵਾਲੀ ਗ੍ਰੰਥੀ ਆ, ਉਸ ਨੂੰ ਨੈਗੇਟਿਵ ਗ੍ਰੰਥੀ ਬਣਾ ਲਿਆ। ਔਰ ਉਹਨੇ ਕੀ ਹੋਇਆ ਕਿ ਤੁਹਾਡੇ ਸਰੀਰ ਚ ਜਿਹੜੀ, ਦੇਖੋ ਦੋ ਚੀਜ਼ਾਂ ਨੇ, ਇੱਕ ਤੁਹਾਡਾ ਸੂਖਮ ਸਰੀਰ ਹੈ, ਇੱਕ ਤੁਹਾਡਾ ਸਥੂਲ ਸਰੀਰ ਹੈ। ਸੂਖਮ ਸਰੀਰ ਜਿਹੜਾ, ਦੇਖੋ ਇਹ ਜਿਹੜਾ ਮੇਰਾ ਅੰਦਰ, ਮੇਰੇ ਅੰਦਰ, ਜੇਕਰ ਮੇਰੇ ਅੰਦਰੋਂ, ਮੈਂ ਅੰਦਰੋਂ ਦੁਖੀ ਹਾਂ, ਕਿਸੇ ਨੇ ਮੈਨੂੰ ਗਾਲਾਂ ਕੱਢਤੀਆਂ, ਬੇਸ਼ੱਕ ਮੈਂ ਬੜੀ ਮਹਿੰਗੀ ਕਾਰ ਚ ਬੈਠਾ, ਬੜੇ ਵੱਡੇ ਘਰ ਚ ਬੈਠਾ, ਪਰ ਮੈਨੂੰ ਮੇਰੇ ਤਨ ਨੇ ਉੱਥੇ ਖੁਸ਼ੀ ਨਾਲ ਨਹੀਂ ਰਹਿਣਾ। ਨਿੱਜਰ ਸਾਹਿਬ, ਇਹ ਸੱਚ ਹੈ ਨਾ? ਬਿਲਕੁਲ ਸੱਚ ਹੈ, ਬਿਲਕੁਲ ਸੱਚ ਹੈ। ਜਿਹੇ ਜਿਹਾ ਮਰਜੀ ਸੁੰਦਰ ਸਰੀਰ, ਜਿਹੇ ਜਿਹਾ ਮਰਜੀ ਤੰਦਰੁਸਤ ਸਰੀਰ ਹੋਏ, ਜਦ ਅੰਦਰ ਮਨ ਜਿਹੜਾ ਹੈ, ਸੂਖਮ ਸਰੀਰ ਰੋਗੀ ਹੋ ਗਿਆ ਤੇ ਤਨ ਵੀ ਰੋਗੀ ਹੋ ਜਾਏਗਾ। ਹਾਂ, ਔਰ ਇਸੇ ਤਰ੍ਹਾਂ ਆ ਜਿਹੜਾ ਧਨ ਦਾ ਤਨ ਆ, ਜੇਕਰ ਵਿਚਾਰੇ ਇਹਨੂੰ ਕੋਈ ਬੁਖਾਰ ਲੱਗ ਜੇ ਜਾਂ ਇਹਨੂੰ ਕੋਈ ਪ੍ਰੋਬਲਮ ਹੋ ਜੇ, ਤੇ ਤੁਸੀਂ ਕਹੋ ਫਿਲਮ ਬੜੀ ਵਧੀਆ ਲੱਗੀ ਹੈ, ਚੱਲ ਯਾਰ ਆਪਾਂ ਫਿਲਮ ਵੇਖਣ ਚੱਲੀਏ, ਉਹ ਦੇਖ ਕਿੱਡਾ ਵਧੀਆ ਖਾਣਾ ਬਣਿਆ, ਆਪਾਂ ਖਾਣਾ ਖਾਈਏ। ਉਹ ਕਹਿੰਦਾ ਨਹੀਂ ਯਾਰ, ਮੇਰਾ ਮਨ ਨਹੀਂ ਕਰਦਾ। ਉਹਨੇ ਕਹਿਣਾ ਦਫਾ ਕਰ, ਮਨ ਕਿਉਂ ਨਹੀਂ ਕਰਦਾ? ਤੇਰੇ ਮਨ ਨੂੰ ਸਮਝਾ ਦਿੰਦੇ ਆ। ਕਹਿੰਦੇ ਨਹੀਂ ਯਾਰ, ਮੂੰਹ ਚ ਰਸ ਨਹੀਂ ਹੈਗਾ, ਮੈਂ ਖਾਣਾ ਹੈ ਨਾ, ਟੇਸਟ ਨਹੀਂ ਹੈ, ਕਿਉਂਕਿ ਬੁਖਾਰ ਨੇ ਟੇਸਟ ਵਾਲਾ ਜਿਹੜੀਆਂ ਇੰਦਰੀਆਂ ਸੀ ਉਹਨਾਂ ਨੂੰ ਖਰਾਬ ਕਰ ਦਿੱਤਾ। ਸੋ ਏਦਾਂ ਗੱਲਾਂ ਬਾਤਾਂ ਹੈਗੀਆਂ ਨੇ। ਸੋ ਸਾਡਾ ਮਨ ਤੇ ਤਨ ਦੋਨੋਂ ਜੁੜੇ ਨੇ। ਸਰ ਨਿੱਜਰ ਸਾਹਿਬ, ਅੱਗੇ ਚੱਲੀਏ, ਕੀ ਕਹਿ ਰਹੇ ਸੀ ਆਪ? ਹਾਂ, ਬਸ ਇਹੀ ਸੀਗਾ, ਕਹਿੰਦੇ ਕਿ ਜਿਨ੍ਹਾਂ ਨੇ ਨਹੀਂ ਆ ਮੱਤ ਲੈ ਲਈ, ਆ ਗਿਆਨ ਨਹੀਂ ਲਿਆ ਜਿਨ੍ਹਾਂ ਨੇ, ਤੇ ਕਹਿੰਦੇ ਉਹਨਾਂ ਨੇ ਫਿਰ ਆਪਣਾ ਜਨਮ ਤਾਂ ਬਿਰਥਾ ਗਵਾ ਲਿਆ ਭਾਈ। ਪਰ ਇਹ ਜਿਹੜੀ ਗੇਮ ਹੈਗੀ, ਇਹ ਦੋਨੋਂ ਪਾਸੇ ਜਿਹੜੇ ਨੈਗੇਟਿਵਿਟੀ, ਪੋਜ਼ੀਟਿਵਿਟੀ, ਇਹ ਜਿਹੜਾ ਲਿਵ ਔਰ ਧਾਤ, ਜੋ ਵੀ ਹੈਗਾ, ਗੁਣ ਅਵਗੁਣ, ਇਹ ਗੇਮ ਮਾਲਕ ਪਰਮਾਤਮਾ ਦੀ ਹੈਗੀ। ਔਰ ਦੁਨੀਆ ਦੇ ਵਿੱਚ ਜਿੰਨੇ ਵੀ ਇਨਸਾਨ ਹੈਗੇ, ਉਹਨਾਂ ਦੇ ਅੰਦਰ ਜਿਹੜਾ ਹੈਗਾ, ਹਰੇਕ ਦੇ ਅੰਦਰ ਇਹਨਾਂ ਦਾ ਕੰਬੀਨੇਸ਼ਨ, ਇਹਨਾਂ ਦਾ ਪਰਮੂਟੇਸ਼ਨ ਕੰਬੀਨੇਸ਼ਨ ਅਲੱਗ-ਅਲੱਗ ਹੈਗਾ। ਇਸ ਕਰਕੇ ਸਾਰੀ ਦੁਨੀਆ ਅਲੱਗ-ਅਲੱਗ ਹੈਗੀ। ਹਾਂਜੀ ਵੀਰ ਜੀ, ਬਿਲਕੁਲ ਠੀਕ ਹੈ ਜੀ। ਹਰ ਕੋਈ ਬੰਦਾ ਜਿਹੜਾ ਉਹ ਅਲੱਗ-ਅਲੱਗ ਹੈ, ਕਿਉਂਕਿ ਉਹਨੇ ਇੱਕ ਅੰਦਰ ਇੱਕ ਅਲੱਗ ਕਿਸਮ ਦੀ ਜਿਹੜੀ ਨਾ ਮਸ਼ੀਨ ਤਿਆਰ ਕਰ ਲਈ ਹੈ।
ਔਰ ਉਹਦੀ ਮਸ਼ੀਨ ਜਿੱਦਾਂ ਦੀ ਉਹਨੇ ਤਿਆਰ ਕੀਤੀ ਹੈ ਉਹਦਾ ਜੀਵਨ ਵੀ ਬਿਲਕੁਲ ਉਸੇ ਹੀ ਤਰ੍ਹਾਂ ਦਾ ਹੈ। ਹਾਂਜੀ ਨਿਜਸਤਾ। ਹਾਂ, ਅਗਲਾ ਸ਼ਲੋਕ ਆ ਗਿਆ, ਮਹੱਲਾ ਤੀਜਾ। ਹੁਣ ਮਹਾਰਾਜ ਦੱਸ ਰਹੇ ਭਾਈ ਦੇਖੋ ਕਿ ਮਾਲਕ ਨੇ ਕਿਸ ਤਰ੍ਹਾਂ ਦੀ ਗੇਮ ਪਾਈ ਆ। ਮਨ ਵੇਕਾਰੀ ਵੇੜਿਆ, ਵੇਕਾਰਾ ਕਰਮ ਕਮਾਏ। ਕਹਿੰਦੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਨੇ ਇਹਨੂੰ ਘੇਰਿਆ ਹੋਇਆ ਤੇਰੇ ਮਨ ਨੂੰ। ਇਹ ਵਿਸ਼ੇ ਵਿਕਾਰ, ਇਹ ਚੋਗਾ, ਇਹ ਮਾਲਕ ਪਰਮਾਤਮਾ ਨੇ ਤੇਰੀ ਬਾਡੀ ਡਿਜ਼ਾਈਨ ਕੀਤੀ ਆ ਔਰ ਤੇਰੇ ਅੰਦਰ ਜਿਹੜੀ ਆ ਉਹਦੀ ਖਿੱਚ ਬਣੇਗੀ ਪੰਜਾਂ ਤੱਤਾਂ ਦੀ ਜੋ ਰਚਨਾ ਹੈਗੀ। ਕਹਿੰਦੇ ਇਹਨੂੰ ਪੂਰਾ ਘੇਰ ਕੇ ਰੱਖਿਆ ਹੋਇਆ। ਮਨ ਵੇਕਾਰੀ ਵੇੜਿਆ, ਵੇਕਾਰਾ ਕਰਮ ਕਮਾਏ। ਦੂਜੇ ਪਾਏ ਅਗਿਆਨੀ ਪੂਜਦੇ, ਦਰਗਹਿ ਮਿਲੈ ਸਜਾਏ। ਔਰ ਜਿਹੜੇ ਪੂਜਾ ਵੀ ਕਰਦੇ ਆ ਕਹਿੰਦੇ ਉਹ ਅਗਿਆਨਤਾ ਦੇ ਨਾਲ ਪੂਜਾ ਕਰਦੇ ਆ, ਉਹ ਵੀ ਆਕਾਰ ਦੀ ਪੂਜਾ ਕਰਦੇ ਆ। ਦੂਜੇ ਪਾਏ ਦੀ ਦੂਜੇ ਪਾਏ ਦੂਸਰੇ ਦੇ ਨਾਲ ਜੋ ਦਿਸ ਰਿਹਾ ਆ ਉਹਦੇ ਨਾਲ ਪਿਆਰ ਪਾ ਕੇ ਅਗਿਆਨਤਾ ਦੇ ਨਾਲ ਪੂਜਾ ਕਰਦੇ ਆ। ਪਰ ਉਹਦੇ ਨਾਲ ਫਿਰ ਜਿਹੜਾ ਹੈਗਾ ਨਹੀਂ, ਇਹ ਜਿਹੜਾ ਵੇਕਾਰ ਮਨ ਜਿਹੜਾ ਹੈਗਾ ਫ੍ਰੀ ਨਹੀਂ ਹੁੰਦਾ। ਇਹ ਵੇਕਾਰਾਂ ਤੋਂ ਜਿਹੜਾ ਹੈਗਾ ਇਹ ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਮਨ ਰਿਲੀਜ਼ ਨਹੀਂ ਹੁੰਦਾ। ਕਹਿੰਦੇ ਫਿਰ ਦਰਗਾਹ ਦੇ ਵਿੱਚ ਸਜ਼ਾ ਮਿਲਦੀ ਹੈ ਭਾਈ। ਧਰਮਰਾਜ ਬਿਠਾਇਆ ਹੋਇਆ ਹੈ, ਇਹ ਸਵਾਦਾਂ ਤੋਂ ਨਹੀਂ ਛੁੱਟਦਾ। ਫਿਰ ਮਹਾਰਾਜ ਜੀ ਕੀ ਕਰੀਏ ਅਸੀਂ? ਆਤਮ ਦੇਵ ਪੂਜੀਏ, ਬਿਨ ਸਤਿਗੁਰ ਬੂਝ ਨਾ ਪਾਏ। ਕਹਿੰਦੇ ਆਤਮਾ ਤੇਰੇ ਅੰਦਰ ਦੇਵਤਾ ਹੈਗਾ ਭਾਈ, ਤੇਰੇ ਅੰਦਰ ਆਤਮਾ ਤੇਰੀ ਉਹ ਯਾਤਰਾ ਹੈ ਤੇਰੀ, ਉਹਦੀ ਪੂਜਾ ਕਰਨੀ ਆ। ਉਹ ਆਤਮਾ ਪਰਮਾਤਮਾ ਉੱਥੇ ਬੈਠਾ ਹੈ, ਉਹ ਤਾਂ ਤੂੰ ਤਾਂ ਕਦੀ ਗਿਆ ਹੀ ਨਹੀਂ ਉਸ ਪਾਸੇ। ਤੇ ਸਤਿਗੁਰੂ ਤੋਂ ਬਗੈਰ ਜਿਹੜਾ ਗਿਆਨ ਤੋਂ ਬਗੈਰ ਜਿਹੜਾ ਹੈਗਾ ਆਹ ਨਹੀਂ ਪਤਾ ਲੱਗਣਾ। ਹੁਣ ਆਹ ਦੇਖੋ ਤੀਸਰੀ ਪਾਤਸ਼ਾਹੀ ਦਾ ਆਪਾਂ ਨੂੰ ਕੀ ਦੱਸ ਰਿਹਾ ਭਾਈ। ਆ ਕਿੰਨਾ ਜਿਹੜਾ ਬ੍ਰਹਮ ਗਿਆਨ ਹੈ ਆਪਾਂ ਨੂੰ ਕਹਿ ਰਿਹਾ ਵੀ ਅੰਦਰ ਵੜਨਾ ਹੈ ਭਾਈ, ਤੇਰੀ ਆਤਮਾ ਦੇ ਕੋਲ ਜਾਣਾ ਹੈ ਤੂੰ। ਆਪਾਂ ਕਦੀ ਪਤਾ ਹੈ ਆਪਾਂ ਨੂੰ ਆਤਮਾ ਦੇ ਕੋਲ ਕਿਵੇਂ ਜਾਈਦਾ? ਆਤਮ ਦੇਵ ਪੂਜੀਏ, ਬਿਨ ਸਤਿਗੁਰ ਬੂਝ ਨਾ ਪਾਏ। ਜਪ ਤਪ ਸੰਜਮ ਭਾਣਾ ਸਤਿਗੁਰੂ ਕਾ, ਕਰਮੀ ਪਲੇ ਭਾਏ। ਕਹਿੰਦੇ ਜਪ ਤਪ ਸੰਜਮ ਜੋ ਕੁਛ ਵੀ ਹੈਗਾ ਮਨ ਨੇ ਜਿਹੜਾ ਮਨ ਦਾ ਹੈ ਸਾਰਾ ਜਪ ਤਪ ਸੰਜਮ। ਜੋ ਆਪਾਂ ਬਾਹਰ ਦਾ ਸਰੀਰ ਦਾ ਆਕਾਰ ਦਾ ਕਰ ਰਹੇ ਜਪ ਤਪ, ਇੰਦਰੀਆਂ ਨੂੰ ਕੰਟਰੋਲ ਕਰ ਰਹੇ, ਨਹੀਂ। ਕਹਿੰਦੇ ਸਾਰਾ ਮਨ ਦਾ ਹੈਗਾ ਭਾਈ। ਗੁਰੂ ਦਾ ਭਾਣਾ ਮੰਨ ਲਿਆ ਨਾ, ਤੇਰਾ ਸਾਰਾ ਕੰਟਰੋਲ ਆ ਜਾਏਗਾ। ਸਾਰੀਆਂ ਇੰਦਰੀਆਂ ਟਿਊਨ ਹੋ ਜਾਣਗੀਆਂ ਤੇਰੇ ਹਿਸਾਬ, ਤੇਰੇ ਪਿੱਛੇ ਚੱਲਣ ਲੱਗ ਜਾਣਗੀਆਂ। ਤੂੰ ਇੱਕ ਵਾਰੀ ਪਤੰਦਰਾ ਮਨਾ ਮੇਰਿਆ ਆ ਲੈ ਤਾਂ ਸਹੀ ਨਾ ਗੁਰੂ ਵਾਲੀ ਬੁੱਧੀ। ਜਪ ਤਪ ਸੰਜਮ ਭਾਣਾ ਸਤਿਗੁਰੂ ਕਾ, ਕਰਮੀ ਪੱਲੇ ਪਾਏ। ਪਰ ਇਹ ਕਰਮਾਂ ਦੇ ਨਾਲ ਮਿਲਦਾ ਹੈ ਭਾਈ। ਇਹ ਕਰਮਾਂ ਦੇ ਨਾਲ ਇਹ ਚੀਜ਼ ਪ੍ਰਾਪਤ ਹੋਣੀ ਆ ਤੇ ਉਹਨੂੰ ਪ੍ਰਾਪਤ ਹੋਣੀ ਆ ਜਿਹੜਾ ਇਹ ਲੈਣਾ ਚਾਹੁੰਦਾ। ਇਹ ਮੱਤ ਅਵੇਲੇਬਲ ਆ। ਦੇਖੋ ਹੁਣ ਆਪਣੇ ਸਾਰੇ ਜਿੰਨੇ ਬੈਠੇ ਆ ਕਿੰਨੇ ਜਿਹੜੇ ਹੈਗੇ ਆਪਾਂ 90-100 ਦੇ ਕਰੀਬ ਹੈਗੇ ਆ। ਤੇ ਜਿਨ੍ਹਾਂ ਨੇ ਇਹ ਮੱਤ ਲੈ ਲੈਣੀ ਆ ਉਹਨਾਂ ਦੇ ਕਰਮ ਜਾਗ ਜਾਣੇ ਆ ਭਾਈ। ਨਾਨਕ ਸੇਵਾ ਸੁਰਤ ਕਮਾਵਣੀ, ਜੋ ਹਰ ਭਾਵੈ ਸੋ ਥਾਏ ਪਾਏ। ਕਰਨਾ ਕੀ ਆ? ਦੇਖੋ ਸੁਰਤ ਦੇ ਨਾਲ ਸੇਵਾ ਕਰਨੀ ਆ ਭਾਈ। ਇਹ ਗੱਲ ਤਾਂ ਹੈ, ਭਗਤੀ ਤਾਂ ਹੈ ਹੀ ਜਿਹੜੀ ਹੈਗੀ ਸੁਰਤ ਦੀ ਭਗਤੀ ਹੈਗੀ ਭਾਈ। ਮੇਰਾ ਚਿੱਤ ਨਾ ਚਲੇ ਮਨ ਪਇਓ ਪੰਗ, ਕਤ ਜਾਈਏ ਲੈ ਘਰੇ ਲਾਗੋ ਰੰਗ। ਆਹ ਸੇਵਾ ਸੁਰਤ ਦੇ ਨਾਲ ਸੇਵਾ ਕਰਨੀ ਆ, ਧਿਆਨ ਸਿਮਰਨ ਕਰਨਾ ਹੈ, ਸੁਰਤ ਦੇ ਨਾਲ ਯਾਤਰਾ ਹੋਣੀ ਆ। ਇਹ ਸੁਰਤ ਮਨ ਦੇ ਵਿੱਚੋਂ ਦੀ ਲੰਘਣੀ ਆ ਭਾਈ, ਮਨ ਦੇ ਵਿੱਚ ਵੜਨੀ ਆ ਤਾਂ ਮਨ ਨੇ ਰੁਕਣਾ ਹੈ। ਮਨ ਤਾਂ ਜਾਂਦਾ ਹੀ ਸੁਰਤ ਦੇ ਨਾਲ ਆ, ਬਸ ਸੁਰਤ ਜਿੱਧਰ ਜਾਂਦੀ ਹੈ ਮਨ ਉਸੇ ਪਾਸੇ ਘੁੰਮ ਜਾਂਦਾ, ਉਸੇ ਸਵਾਦ ਦੇ ਵਿੱਚ। ਸੁਰਤ ਨੂੰ ਟਿਕਾਤਾ ਮਨ 'ਚ ਤੇ ਮਨ ਕੋਲ ਜਾਣ ਦਾ ਕੋਈ ਆਪਸ਼ਨ ਹੀ ਨਹੀਂ ਹੈ। ਮਨ ਤਾਂ ਕਿਰਪਲ ਹੋ ਗਿਆ, ਅਪੰਗ ਹੋ ਗਿਆ, ਪੰਗ ਹੋ ਗਿਆ ਮਨ। ਨਾਨਕ ਸੇਵਾ ਸੁਰਤ ਕਮਾਵਣੀ, ਜੋ ਹਰ ਭਾਵੈ ਸੋ ਥਾਏ ਪਾਏ। ਕਹਿੰਦੇ ਆਹ ਮਾਲਕ ਨੂੰ ਭਾਉਂਦਾ ਹੈ ਪਾਏ। ਆਹ ਮਾਲਕ ਨੇ ਡਿਜ਼ਾਈਨ ਕੀਤੀ ਹੈ ਇਸ ਤਰ੍ਹਾਂ ਦੀ ਦੁਨੀਆ, ਇਸ ਤਰ੍ਹਾਂ ਦਾ ਤੇਰਾ ਸਰੀਰ, ਇਸ ਤਰ੍ਹਾਂ ਦਾ ਤੇਰਾ ਮਨ। ਤੇ ਜੇ ਤੂੰ ਮਾਲਕ ਨੂੰ ਜਿਹੜਾ ਪਾਉਂਦਾ ਇਹ ਕੰਮ ਕਰੇਗਾ ਤੇ ਉਹ ਥਾਂ ਪਾ ਦੂਗਾ ਭਾਈ। ਉਹ ਤਾਂ ਬੈਠਾ ਹੀ ਹੈ ਥਾਂ ਪਾਉਣ ਵਾਸਤੇ, ਤੈਨੂੰ ਆਪ ਨੂੰ ਪਤਾ ਲੱਗ ਜਾਏਗਾ। ਹਾਂਜੀ ਗੁਰਕੀ ਸਾਹਿਬ। ਹਾਂਜੀ ਠੀਕ ਹੈ। ਸਾਧ ਸੰਗਤ ਜੀ, ਸਭ ਤੋਂ ਪਹਿਲਾਂ ਸਮਝ ਲਓ ਕਿ ਸੁਰਤ ਦਾ ਮਤਲਬ ਹੈ ਤੁਹਾਡਾ ਧਿਆਨ। ਠੀਕ ਹੈ ਜੀ, ਬਿਲਕੁਲ। ਜਿੱਥੇ ਤੁਹਾਡਾ ਧਿਆਨ ਨਹੀਂ ਹੈ ਉੱਥੇ ਤੁਸੀਂ ਹੈ ਨਹੀਂ, ਜਿੱਥੇ ਤੁਹਾਡਾ ਧਿਆਨ ਹੈ ਅਸਲ ਤੁਸੀਂ ਉੱਥੇ ਬੈਠੇ ਜੋ। ਭਾਵੇਂ ਤੁਸੀਂ ਗੁਰਦੁਆਰੇ ਗਏ, ਮੰਦਿਰ ਗਏ, ਪਾਠ ਕੀਤਾ, ਜੇਕਰ ਤੁਹਾਡਾ ਧਿਆਨ ਉੱਥੇ ਨਹੀਂ ਹੈ ਤੁਸੀਂ ਉੱਥੇ ਨਹੀਂ ਹੈਗੇ। ਭਗਵੰਤ ਜੀ ਤੁਹਾਡਾ ਮਾਈਕ ਔਨ ਹੋ ਗਿਆ। ਹਾਂਜੀ ਮੈਂ ਪੁੱਛਣਾ ਚਾਹੁੰਦਾ ਜੀ। ਹਾਂਜੀ ਕਰਮੀ ਪੱਲੇ ਪਾਏ। ਹਾਂ, ਉਹ ਕਰਮ ਦਾ ਜਿਹੜਾ ਮਤਲਬ ਜਰਾ ਸਮਝਾ ਦਿਓ। ਕਰਮ ਦਾ ਮਤਲਬ ਆਪ ਤਾਂ ਸਮਝਦੇ ਜੀ ਕਿਸਮਤ ਜਿੱਦਾਂ ਹੈਗੀ ਹੈ। ਨਹੀਂ ਕਰਮ ਦਾ ਮਤਲਬ ਕਿਸਮਤ। ਉਹਦੇ ਕਰਮ ਬਣਾਉਣ ਵਾਸਤੇ ਆਪਾਂ ਆਏ ਆ ਇੱਥੇ ਦੁਨੀਆ ਦੇ ਵਿੱਚ। ਆਪਣੇ ਕਰਮ ਹੀ ਬਣਾਉਣ ਵਾਸਤੇ ਆਪਾਂ ਆਏ ਆ। ਕਲਮ ਆਪਣੇ ਹੱਥ ਦੇ ਵਿੱਚ ਆ। ਜੋ ਕਰਾਂਗੇ, ਜੋ ਐਕਸ਼ਨ ਕਰਾਂਗੇ, ਜਿੱਧਰ ਨੂੰ ਜਾਵਾਂਗੇ ਉਹੀ ਕਰਮ ਬਣਨੇ ਆਪਣੇ, ਜਿੱਧਰ ਨੂੰ ਜਾਵਾਂਗੇ। ਹਾਂਜੀ
ਇਹਦਾ ਮਤਲਬ ਇਹ ਹੈ ਕਿ ਜੋ ਅਸੀਂ ਐਕਸ਼ਨ ਕਰਦੇ ਹਾਂ ਉਹਦੇ ਮੁਤਾਬਕ ਹੀ ਸਾਨੂੰ ਉਹਦਾ ਫਲ ਮਿਲਦਾ। ਬਿਲਕੁਲ ਸਹੀ ਗੱਲ ਹੈ, ਬਿਲकुल ਸਹੀ ਗੱਲ। ਖੇਤ ਸਰੀਰ ਜੋ ਬੀਜੀਏ ਸੋ ਅੰਤ ਖਲੋਇਆ ਆਏ। ਬਿਲਕੁਲ ਇੱਕ ਬਹੁਤ ਵਧੀਆ ਕੁਐਸਚਨ ਸੀਗਾ ਤੁਹਾਡਾ। ਹਾਂਜੀ ਗੁਰਕੀ ਸਾਹਿਬ। ਠੀਕ ਹੈ, ਥੈਂਕ ਯੂ ਵੈਰੀ ਮਚ। ਹਾਂਜੀ ਹਾਂਜੀ। ਉਹ ਕਹਿੰਦੇ ਨਾ ਕਿ ਕਰਮੀ ਆਵੇ ਕੱਪੜਾ ਤੇ ਨਜ਼ਰੀ ਮੋਖ ਦੀਵਾਰ। ਕਰਮੀ ਆ ਤੇ ਜਿੱਦਾਂ ਦਾ ਆਪਾਂ ਕਰਮ ਕਰਾਂਗੇ ਉਹ ਸਾਡਾ ਜੀਵਨ, ਉਹ ਸਾਡਾ ਚਿੱਤ ਤੇ ਸਾਡੇ ਮਨ, ਸਾਡਾ ਕਾਰਨ ਸਰੀਰ ਸਾਰਾ ਉਦਾਂ ਵਾਂਗੂ ਹੀ ਬਣ ਜਾਣਾ ਜਿੱਦਾਂ ਦੀ ਤੁਸੀਂ ਕਰਮ ਕਰਨੇ ਸ਼ੁਰੂ ਕਰਦੇ ਹੋ। ਕਰਮ ਕਰਨਾ ਨਹੀਂ ਕਰਨਾ, ਦੇਖੋ ਇੱਕ ਚੀਜ਼ ਨੂੰ ਆਪ ਸਮਝੋ, ਤੁਹਾਡੇ ਕੋਲ ਦੋ ਆਪਸ਼ਨ ਨੇ, ਇੱਕ ਸੱਜਾ ਪੈਰ ਇੱਕ ਖੱਬਾ ਪੈਰ। ਤੇ ਇੱਕ ਉਹ ਸੰਤ ਆਪਣੇ ਚੇਲੇ ਨੂੰ ਪੁੱਛ ਰਿਹਾ, ਕਹਿੰਦਾ ਪੈਰ ਚੁੱਕ, ਤੇ ਉਹਨੇ ਪੈਰ ਚੁੱਕ ਲਿਆ। ਫਿਰ ਕਹਿੰਦਾ ਦੂਜਾ ਪੈਰ ਚੁੱਕ। ਕਹਿੰਦੇ ਸੰਤ ਜੀ ਦੂਜਾ ਪੈਰ ਤੇ ਨਹੀਂ ਚੁੱਕਿਆ ਜਾ ਸਕਦਾ, ਕਿਉਂ? ਕਹਿੰਦਾ ਪਹਿਲਾਂ ਚੁੱਕ ਲਿਆ ਇੱਕ। ਕਹਿੰਦੇ ਹੁਣ ਮੈਂ ਤੈਨੂੰ ਕਹਿ ਦਿਆਂ ਕਿ ਸੱਜਾ ਪੈਰ ਚੁੱਕ, ਪਹਿਲਾਂ ਤੂੰ ਖੱਬਾ ਪੈਰ ਚੁੱਕ ਲਿਆ ਆਪਣੀ ਮਰਜ਼ੀ ਨਾਲ, ਪਰ ਜਦੋਂ ਚੁੱਕਣ ਲੱਗਾ ਸਾਂ ਜੇਕਰ ਤੂੰ ਮੈਨੂੰ ਸਵਾਲ ਕਰਦਾ ਤੇ ਤੂੰ ਸੱਜਾ ਪੈਰ ਚੁੱਕ ਸਕਦਾ ਸਾਂ, ਪਰ ਤੂੰ ਖੱਬਾ ਚੁੱਕਿਆ। ਜਦੋਂ ਆਪਾਂ ਪੈਰ ਚੁੱਕ ਲਿਆ ਫਿਰ ਸਾਡਾ ਜਿਹੜਾ ਤੀਰ ਆ ਉਹ ਕਮਾਨ ਚੋਂ ਨਿਕਲ ਚੁੱਕਿਆ। ਤੀਰ ਨੂੰ ਕੱਢਣ ਤੋਂ ਪਹਿਲਾਂ ਸਾਡੇ ਕੋਲ ਨਿਜਸਬ ਆਪਸ਼ਨ ਹੁੰਦਾ ਹੈ। ਕਰਮ ਦਾ ਮਤਲਬ ਕੋਈ ਵੀ ਕਰਮ ਕਰਦੇ ਆ ਉਸ ਨੂੰ ਜੇਕਰ ਆਪਾਂ ਬੁੱਧੀ ਦੇ ਆਧਾਰ ਤੇ ਨਹੀਂ ਨਾ ਉਹਨੂੰ ਪ੍ਰੋਸੈਸ ਕਰਦੇ ਤੇ ਆਪਾਂ ਕਰ ਦਿੰਦੇ ਆ, ਉਸ ਨੂੰ ਫਲ ਜ਼ਰੂਰ ਲੱਗੇਗਾ। ਨਿਸ਼ਕਰਮ ਆਪਾਂ ਦੇਖੋ ਅਕਰਮ ਅਵਸਥਾ ਚ ਜਾਣਾ ਹੈ। ਅਨਮਨੀ ਅਵਸਥਾ ਕਹਿੰਦੇ ਨੇ, ਜਿੱਥੇ ਮਨ ਨਹੀਂ ਹੈਗਾ ਕਰਨਾ, ਕੰਮ ਥੋੜੀ ਕਰਨਾ ਤੁਸੀਂ ਰੋਕ ਦੋਗੇ। ਤੁਸੀਂ ਉਸ ਕਰਮ ਨੂੰ ਕੰਮ ਤੇ ਕਰਨਾ ਹੈ, ਪਰ ਹੁਣ ਤੁਹਾਡਾ ਉੱਥੇ ਕੋਈ ਸਵਾਰਥ ਨਹੀਂ ਹੈਗਾ। ਔਖੀ ਖੇਡ ਹੈ, ਬਰੀਕ ਹੈ, ਇਹ ਆਸਾਨ ਨਹੀਂ ਹੈ। ਇਹ ਬਿਲਕੁਲ ਮੈਂ ਇੱਥੇ ਕਹਿਣਾ ਚਾਹੁੰਦਾ। ਪਰ ਜਦੋਂ ਆਪਾਂ ਪ੍ਰਮਾਤਮਾ ਨੂੰ ਸਮਰਪਣ ਕਰ ਦਿੰਦੇ ਆ ਤੇ ਇਹ ਚੀਜ਼ ਤੁਹਾਡੇ ਅੰਦਰ ਆਪਣੀ ਬਾਈ ਪ੍ਰੋਡਕਟ ਹੀ ਤੁਹਾਡੇ ਅੰਦਰ ਪੈਦਾ ਹੋ ਜਾਂਦੀ। ਤੁਸੀਂ ਸੱਚ ਤੇ ਚੱਲਣਾ ਸ਼ੁਰੂ ਕਰ ਦੋਗੇ ਨਾ, ਆਟੋਮੈਟਿਕਲੀ ਤੁਸੀਂ ਨਿਸ਼ਕਾਮ ਹੋ ਜਾਣਾ। ਬਿਲਕੁਲ ਸਹੀ ਗੱਲ ਹੈ ਗੋਰਖੀ ਸਾਹਿਬ। ਇੱਕ ਹੋਰ ਚੀਜ਼ ਹੈਗੀ ਆ ਬਈ, ਆਪਾਂ ਨੇ ਖੱਬਾ ਪੈਰ ਚੁੱਕ ਲਿਆ ਤੇ ਦੋ ਤੀਰ ਆਪਾਂ ਨੇ ਚਲਾ ਦਿੱਤੇ, ਪਰ ਬਾਕੀ ਜਿਹੜੇ ਤੀਰ ਹੈਗੇ ਤੇ ਬਾਣੀ ਕਹਿੰਦੀ ਹੈ ਤੂੰ ਜਿਹੜਾ ਹੈਗਾ ਹੁਣ ਉਹ ਪੈਰ ਥੱਲੇ ਰੱਖ ਦੇ ਤੇ ਬਾਕੀ ਤੀਰ ਸੱਜੇ ਨਾਲ ਚਲਾ ਲਾ। ਹਾਂਜੀ ਵੀਰ ਜੀ। ਹਾਂ, ਉਹ ਆਪਣੇ ਕੋ ਆਪਸ਼ਨ ਤਾਂ ਹੈਗਾ ਹੀ ਹੈ। ਬਿਲਕੁਲ ਸਹੀ ਹੈ। ਹਾਂਜੀ ਠੀਕ ਹੈ ਜੀ। ਮਨ ਵਿਕਾਰੀ ਇੰਨੇ ਜਸਾ ਤੁਕ ਬੋਲਿਓ। ਮਨ ਵਿਕਾਰੀ ਵੇੜਿਆ ਵੇਕਾਰਾ ਕਰਮ ਕਮਾਏ। ਆਹ ਦੇਖ ਲਓ, ਉਹ ਤਾਂ ਖੱਬਾ ਹੀ ਚੁੱਕਦਾ ਹੈ ਪੈਰ ਪਾਈ, ਕਿਉਂਕਿ ਵੇੜਿਆ ਹੋਇਆ ਹੈ ਉਹਦੇ ਨਾਲ। ਵੇੜੇ ਦਾ ਮਤਲਬ ਘਿਰਿਆ ਮਤਲਬ ਉਹਦੇ ਜਿਹੜੇ ਐਡਵਾਈਜ਼ਰ ਨੇ ਉਹ ਕੋਈ ਚੰਗੇ ਨਹੀਂ ਹੈਗੇ, ਮਾੜੇ ਨੇ। ਸਵਾਦ ਪਿਆ ਹੋਇਆ ਨਾ ਗੋਰਖੀ ਸਾਹਿਬ, ਸਵਾਦ ਸੁੱਟਿਆ ਮਾਲਕ ਨੇ ਚੋਗਾ ਸੁੱਟਿਆ ਹੋਇਆ। ਹਾਂਜੀ, ਉਹ ਤੇ ਕਹਿੰਦੇ ਅੱਜ ਦਾ ਦਿਨ ਮਿੱਠਾ ਤੇ ਕੱਲ ਦਾ ਕਿਨੇ ਡੇਠਾ। ਬਿਲਕੁਲ। ਚਲੋ ਠੀਕ ਹੈ ਜੀ। ਆਹ ਦੇਖੋ ਜੀ, ਉਹ ਕਹਿੰਦੇ ਖਾਓ ਪੀਓ ਲਓ ਆਨੰਦ ਤੇ ਖਸਮਾਂ ਨੂੰ ਜਾਵੇ ਪਰਮਾਨੰਦ। ਉਹ ਕਹਿੰਦੇ ਖਾਓ ਪੀਓ ਨਜ਼ਾਰੇ ਲਓ, ਖੱਬੇ ਸੱਜੇ ਦੇ ਚੱਕਰ ਚ ਨਾ ਪਾਓ, ਨਜ਼ਾਰੇ ਲਓ। ਬਸ ਦੁਨੀਆ ਭਰ ਦੇ ਜੋ ਭੋਗ ਹੈਗੇ ਭੋਗੋ। ਪਰ ਬਾਣੀ ਕਹਿੰਦੀ ਹੈ ਤੂੰ ਮੱਛੀ ਨੂੰ ਵੇਖੇ ਜਦੋਂ ਉਹਦੇ ਸੰਗ ਚ ਕੁੰਡੀ ਫਸਦੀ, ਹਾਏ ਹਾਏ ਹਾਏ, ਫਿਰ ਵੇਖੇ ਕਿਤੇ ਉਹਨੂੰ ਕਿੰਨੀ ਤੜਫਦੀ ਹੈ, ਕਿਉਂਕਿ ਉਹਨੇ ਖਾਧਾ ਹੀ ਵਿਚਾਰ ਤੋਂ ਬਿਨਾਂ ਖਾਧਾ ਹੀ, ਰਸ ਚ ਆ ਗਈ ਹੈ। ਔਰ ਉਹਦੀ ਜ਼ੁਬਾਨ ਦੇ ਰਸ ਨੇ ਉਹਨੂੰ ਉੱਥੇ ਮਜਬੂਰ ਕੀਤਾ। ਲੋੜ ਨਹੀਂ ਸੀ, ਉਹਦਾ ਮੱਛੀ ਫੜੀ ਨਹੀਂ ਜਾ ਸਕਦੀ ਸਮੁੰਦਰ ਚ, ਪਰ ਉਹਦਾ ਕਰਮ ਉਹਨੂੰ ਫੜਾ ਲੈਂਦੇ। ਦੇਖੋ ਕਿੱਡੀਆਂ ਦੂਰ ਮੱਛੀਆਂ ਥੱਲੇ ਹੁੰਦੀਆਂ, ਉਹ ਕੁੰਡੀਆਂ ਸੁੱਟ ਕੇ ਫੜ ਲੈਂਦੇ ਅਗਲੇ, ਕਿਉਂਕਿ ਉਹਨਾਂ ਨੂੰ ਪਤਾ ਹੈ ਇਹ ਅਗਿਆਨੀ ਮੱਛੀ ਹੈ। ਉਸੇ ਤਰ੍ਹਾਂ ਜੀਵ ਹੈ, ਇਹ ਅਗਿਆਨ ਦੇ ਕਰਕੇ ਕਰਮ ਕਰਦਾ, ਫਿਰ ਫਸ ਜਾਂਦਾ। ਠੀਕ ਹੈ ਜੀ। ਫਿਰ ਉਹ ਕਹਿੰਦੇ ਆ ਮਨ ਵਿਕਾਰੀ ਆ ਵੇੜਿਆ ਵਿਕਾਰਾਂ ਕਰਮ ਕਮਾਇਆ। ਉਹ ਏਦਾਂ ਦਾ ਜੀ, ਉਹਦੇ ਐਡਵਾਈਜ਼ਰ ਵੀ ਜਿਹੜੇ ਗਲਤ ਨੇ, ਇਸ ਕਰਕੇ ਉਹ ਵਿਚਾਰਾ ਉਲਟੇ ਪੁਲਟੇ ਕੰਮ ਕਰੀ ਜਾਂਦਾ। ਦੂਜੇ ਭਾਏ ਅਗਿਆਨੀ ਪੂਜਦੇ ਦਰਗਾਹ ਮਿਲੇ ਸਜਾਏ। ਅਗਿਆਨਤਾ ਦੇ ਨਾਲ ਜੇ ਨਿਕਲਣਾ ਵੀ ਚਾਹੁੰਦਾ ਹੈ ਤੇ ਦੂਸਰੇ ਭਾਵਨਾ ਉਹ ਜਿਹੜਾ ਹੈਗਾ ਕਰਮ ਕਾਂਡਾਂ ਦੇ ਵਿੱਚ ਚਲੇ ਜਾਂਦਾ ਹੈ। ਬਾਬਰ ਆਕਾਰ ਦੇ ਵਿੱਚ ਜਿਹੜਾ ਹੈ, ਪੂਜਾ ਵੀ ਆਕਾਰ ਦੇ ਵਿੱਚ ਸ਼ੁਰੂ ਕਰ ਦਿੰਦਾ ਹੈ। ਪਰਮਾਤਮਾ ਜਿਹੜਾ ਹੈਗਾ ਆਕਾਰ ਨੂੰ ਬਣਾ ਲੈਂਦਾ ਹੈ। ਫਿਰ ਦਰਗਾਹ ਕਹਿੰਦੇ ਫਿਰ ਤਾਂ ਸਜ਼ਾ ਮਿਲਣੀ ਹੈ ਪਾਈ, ਉਹਦੇ ਨਾਲ ਨਹੀਂ ਬਚ ਸਕਦਾ। ਮਨ ਤਾਂ ਪਤੰਦਰ ਖੁੱਲਾ ਛੱਡਦਾ ਤੂੰ ਜਿਹਨੂੰ ਫੜਨਾ ਸੀ। ਸਹੀ ਹੈ। ਉਸੇ ਚੀਜ਼ ਛੱਡ ਕੇ ਤੇ ਤੂੰ ਗਲਤ ਚੀਜ਼ ਚ ਪੈ ਗਿਆ। ਇੰਦਰੀਆਂ ਦੇ ਰਾਹੀਂ ਆਪਣਾ ਤੂੰ ਭਗਤੀ ਕਰ ਰਿਹਾ। ਇੰਦਰੀਆਂ ਦਾ ਤਾਂ ਕੰਮ ਹੀ ਨਹੀਂ ਹੈ। ਇੰਦਰੀਆਂ ਤੇ ਜਸਟ ਏ ਟਾਇਰ, ਗੱਡੀ ਦੇ ਟਾਇਰ ਨੇ, ਉਹ ਬਿਲਕੁਲ ਕੁਛ ਵੀ ਨਹੀਂ। ਬਿਲਕੁਲ ਜਿੱਧਰ ਮੋੜਿਆ ਮਨ ਨੇ ਉੱਧਰ ਹੀ ਮੁੜਨਾ। ਤੇ ਸਾਡੇ ਵਰਗੇ ਉਹ ਟਾਇਰਾਂ ਨੂੰ ਮੁੜੀ ਜਾਂਦੇ ਆ। ਟਾਇਰ ਤੇ ਕੰਟਰੋਲਰ ਨੂੰ ਫੜਨਾ ਸੀ, ਜਿਹੜਾ ਮਗਰ ਮਨ ਸੀ ਉਹ ਵਿਚਾਰੇ ਨੂੰ ਛੱਡ ਦਿੰਦੇ ਆ। ਇਸੇ ਕਰਕੇ ਭਗਤੀ ਆਪਾਂ ਇੰਦਰੀਆਂ ਤੋਂ ਕਰਾਈ ਜਾਂਦੇ ਆ। ਤੇ ਇੰਦਰੀਆਂ ਕੀ ਹੈ? ਤੁਹਾਡੀਆਂ ਸਿਮਰਤੀਆਂ। ਤੁਸੀਂ ਪੜ੍ਹੀ ਜੋ, ਜ਼ਬਾਨ ਪੜ੍ਹੀ ਜਾਂਦੀ ਹੈ, ਕੰਨ ਸੁਣੀ ਵੀ ਜਾਂਦਾ, ਪਰ ਜਿੰਨੇ ਸੁਣਨਾ ਉਹ ਤੇ ਹੈ ਹੀ ਨਹੀਂ। ਬਸ ਇਹੀ ਗੋਰਖੀ ਸਾਹਿਬ, ਇਸੇ ਤੋਂ ਹਟ ਨਹੀਂ ਪਾਉਂਦੇ ਆਪਾਂ। ਇਹੀ ਬਸ ਜਿਹੜਾ ਹੈਗਾ
ਉਹ ਜਿਹੜਾ ਰੂਟੀਨ ਹੈ ਕਹਿੰਦੇ ਜੀ ਨਿਤਨੇਮ ਆਹੀ ਨਿਤਨੇਮ ਫਟਾਫਟ ਕਰਕੇ ਤੇ ਉਹ ਜਾਂਦਾ ਕੀ ਪੜਿਆ ਤੇ ਕੀ ਸੁਣਿਆ ਕੁਛ ਵੀ ਨਹੀਂ ਪਤਾ ਲੱਗਦਾ। ਆਹੀ ਨਿੱਜਾ ਸਾਹਿਬ ਅਗਲੇ ਬੰਨੇ ਬਾਣੀ ਇਹ ਗੱਲ ਨੂੰ ਤਸਦੀਕ ਕਰ ਰਹੀ, ਕਹਿੰਦੇ ਤੂੰ ਸੁਰਤੀ ਨੂੰ ਤੇ ਕਮਾਇਆ ਨਹੀਂ, ਧਿਆਨ ਤੇ ਤੇਰਾ ਤੈਨੂੰ ਇਕੱਠਾ ਹੀ ਨਹੀਂ ਕੀਤਾ ਤੇ ਪਤਾ ਨਹੀਂ ਕੀ ਕਰੀ ਜਾਣਦੇ ਆ ਤੇ ਉਹ ਚੀਜ਼ ਦਾ ਫਲ ਹੀ ਨਹੀਂ ਤੈਨੂੰ ਮਿਲਣਾ, ਤੇਰਾ ਧਿਆਨ ਹੀ ਨਹੀਂ ਹੈਗਾ ਉੱਥੇ। ਬਿਲਕੁਲ ਸਹੀ ਗੱਲ ਹੈ ਗੋਰਖੀ ਸਾਹਿਬ, ਬਿਲਕੁਲ ਸਹੀ ਗੱਲ ਆ। ਉਹ ਪਾਣੀ ਕਹਿੰਦੀ ਹੈ, ਕਹਿੰਦੇ ਕਿ ਫੇਰ ਜੋ ਤੇਰੀ ਸੁਰਤੀ ਉੱਥੇ ਨਹੀਂ ਹੈਗੀ, ਸੁਰਤੀ ਕਮਾਉਣੀ ਪੈਣੀ ਆ, ਮਿਹਨਤ ਕਰਨੀ ਪੈਣੀ ਆ। ਧਿਆਨ ਤੇ ਖੁਦ ਹੀ ਤੇ ਖਿਲਾਰਿਆ ਮੈਂ ਇੰਨਾ ਸੰਸਾਰ ਦੇ ਵਿੱਚ, ਸਾਰੀ ਰਾਤ ਮੇਰੇ ਅੰਦਰ ਸੁਪਨਿਆਂ ਚ ਪਤਾ ਨਹੀਂ ਕੀ ਚੱਲੀ ਜਾਂਦਾ, ਦਿਨੇ ਵੀ ਮੈਂ ਸਾਰਾ ਦਿਨ ਉੜਦੇ ਬੱਦਲਾਂ ਦੇ ਪਿੱਛੇ ਉੜਦਾ ਫਿਰਦਾ ਵਾਂ ਤੇ ਫੇਰ ਉਹ ਧਿਆਨ ਕਿੱਥੇ, ਧਿਆਨ ਤੇ ਮੈਂ ਖੰਡਿਤ ਕਰ ਲਿਆ। ਤੇ ਗ੍ਰੰਥ ਕਹਿੰਦੀ ਹੈ ਕਿ ਜੋ ਤੂੰ ਕੰਮ ਕਰੇਂਗੇ ਕਰੇ, ਚਾਹੇ ਤੂੰ ਰੋਟੀ ਬਣਾ, ਚਾਹੇ ਤੂੰ ਖਾਣਾ ਖਾ, ਚਾਹੇ ਇਸ਼ਨਾਨ ਕਰ, ਚਾਹੇ ਪ੍ਰੈਸ ਕਰ, ਪਰ ਤੇਰਾ ਧਿਆਨ ਉੱਥੇ ਚਾਹੀਦਾ। ਪਰ ਨਹੀਂ ਕਹਿੰਦੇ ਆ ਸਾਡੇ ਕੋਲ ਮਲਟੀ ਟਾਸਕ ਹੈਗਾ ਹੈ, ਅਸੀਂ 50-50 ਕਰੀ ਜਾਵਾਂਗੇ ਕੰਮ। ਉਹ ਕਹਿੰਦੇ ਤੇਰਾ ਮਨ ਬਿਮਾਰ ਹੋ ਜਾਣਾ, ਮੁੜ ਕੇ ਬਿਮਾਰ ਹੋ ਜਾਊਗਾ, ਫਿਰ ਉੱਡਿਆ ਫਿਰੂ। ਜਿੱਦਾਂ ਮਤਲਬ ਹੁਣ ਇੱਕ ਘੋੜਾ ਵਾ, ਤੁਸੀਂ ਉਹਨੂੰ ਟ੍ਰੇਨ ਨਹੀਂ ਕੀਤਾ, ਅਨਟ੍ਰੇਨ ਆ, ਮੁੜ ਕੇ ਉਹਨੂੰ ਬਾਜ਼ਾਰ 'ਚ ਵੇਚਣ ਜਾਓ, ਉਹਨੇ ਕਿਹਨੂੰ ਸਵਾਰੀ ਨਹੀਂ ਕਰਨ ਦੇਣੀ। ਨਾ ਉਹਨੇ ਤਾਂ ਠਾ ਮਾਰਨਾ ਥੱਲੇ। ਤੇ ਮੁੜ ਕੇ ਉਹਨੂੰ ਵੇਚਣ ਜਾਓ, ਲੈਂਦਾ ਕੋ ਉਹਨੂੰ, ਉਹਦੀ ਕੀਮਤ ਹੀ ਨਹੀਂ ਹੈਗੀ। ਕੀਮਤ ਤੇ ਉਹਦੀ ਆ ਜਿਹੜਾ ਇੱਕਦਮ ਆਪਾਂ ਕੁੱਤਾ ਵੀ ਉਹ ਲਿਆਉਂਦੇ ਆ, ਕਹਿੰਦੇ ਨਸਲ ਦਾ ਕੁੱਤਾ ਲਿਆਓ ਜਿਹਨੂੰ ਬਹਿਣ ਦਾ, ਖਲੋਣ ਦਾ, ਚੱਲਣ ਦਾ, ਛੁਛੂ ਪੋਟੀ ਕਰਨ ਦਾ ਪਤਾ ਹੈ। ਕਿਉਂਕਿ ਦੂਜੇ ਨੂੰ ਟ੍ਰੇਨਿੰਗ ਦੇਣ ਵਾਸਤੇ ਸਾਡੇ ਕੋਲ ਟਾਈਮ ਨਹੀਂ ਆ। ਪਰ ਕਹਿੰਦੇ ਜਿਹੜਾ ਮਨ ਹੈ ਤੂੰ ਇਹਨੂੰ ਕਿਤੇ ਟ੍ਰੇਨਿੰਗ ਦਿੱਤੀ ਨਹੀਂ ਹੈ, ਕਿਉਂਕਿ ਇਹਦੀ ਟ੍ਰੇਨਿੰਗ ਹੀ ਧਿਆਨ ਆ, ਕਿਤੇ ਹੋਰ ਨਾ ਟ੍ਰੇਨਿੰਗ ਦੇਣ ਚੱਲ ਜਿਓ। ਕੋਈ ਬੰਦਾ ਥੋੜੀ ਹੈਗਾ। ਜਿੱਦੋਂ ਧਿਆਨ ਇਕਾਗਰ ਹੋ ਗਿਆ, ਸਮਝ ਲਓ ਮਨ ਦੀ ਟ੍ਰੇਨਿੰਗ ਸ਼ੁਰੂ ਹੋ ਗਈ। ਹਾਂਜੀ ਨਿਜਰ ਸਾਹਿਬ ਅੱਗੇ ਚੱਲੀ। ਅੱਗੇ ਦੱਸ ਰਿਹਾ ਵੀ ਕਰਨਾ ਕੀ ਸੀਗਾ, ਭਗਤੀ ਕਿਹਨੂੰ ਕਹਿੰਦੇ ਆ, ਕਹਿੰਦੇ ਆਤਮ ਦੇਵ ਪੂਜੀਏ। ਕਹਿੰਦੇ ਤੇਰੇ ਅੰਦਰ ਤਾਂ ਦੇਵਤਾ ਬੈਠਾ ਹੋਇਆ, ਲਾਈਵ ਬੈਠਾ, ਉਹਨੂੰ ਛੱਡ ਕੇ ਤੂੰ ਜਿਹੜਾ ਹੈਗਾ ਬਾਹਰ ਮੈਟਰ ਦੇ ਨਾਲ ਜਾ ਕੇ ਮੈਟਰ ਦੀ ਪੂਜਾ ਕਰ ਰਿਹਾ। ਅੰਦਰ ਤਾਂ ਤੇਰੇ ਕਹਿੰਦੇ ਲਾਈਵ ਪਰਮਾਤਮਾ ਆਤਮਾ ਤੇਰੀ ਬੈਠੀ ਹੋਈ ਆ, ਉਹਦੀ ਪੂਜਾ ਕਰਨੀ ਸੀ। ਆਤਮ ਦੇਵ ਦੇਖੋ ਕਿੰਨਾ ਕਲੀਅਰ ਲਿਖਿਆ, ਕਹਿੰਦੇ ਪ੍ਰਕਾਸ਼ ਰੂਪ ਆ ਉਹ ਸਰੀਰ ਥੋੜੀ ਨਾ ਹੈਗਾ। ਤੂੰ ਸਰੀਰ ਤੋਂ ਤਾਂ ਬਾਹਰ ਨਿਕਲਣਾ ਹੈ, ਸਰੀਰ ਦੀ ਫਿਰ ਪੂਜਾ ਕਰ ਰਿਹਾ ਹੈ। ਬਿਨ ਸਤਿਗੁਰ ਬੂਝ ਨਾ ਪਾਏ, ਗੁਰੂ ਤੋਂ ਬਗੈਰ ਕਹਿੰਦੇ ਨਹੀਂ ਤੈਨੂੰ ਇਹ ਬੁਝਾਰਤ ਜਿਹੜੀ ਹੈਗੀ ਨਹੀਂ ਪੱਲੇ ਪੈਣੀ ਪਾਈ। ਹਾਂਜੀ ਵੀਰ ਜੀ। ਪਰ ਅੱਜ ਕੱਲ ਦੇ ਗੁਰੂ ਕਹਿੰਦੇ ਛੱਡੋ ਆਤਮਾ ਨੂੰ, ਸਾਡੀ ਪੂਜਾ ਕਰੋ, ਸਾਡੀ ਫੋਟੋ ਦਾ ਧਿਆਨ ਕਰੋ। ਬਸ ਲੋਕੀ ਕਰੀ ਜਾਂਦੇ ਨੇ, ਬਾਣੀ ਪੜ ਕੇ ਵੇਖ ਲਓ, ਕਹਿੰਦੇ ਬਾਣੀ ਵੇਚ ਦਿੰਦੇ ਨੇ ਉਹ ਲੋਕ। ਇਸੇ ਕਰਕੇ ਕਹਿੰਦੇ ਨੇ ਕਿ ਬਾਣੀ ਦੇ ਲੋਕੀ ਅਨਰਥ ਕਰ ਦਿੰਦੇ। ਉਹ ਕਹਿੰਦੇ ਆਤਮਾ ਦੀ ਪੂਜਾ ਕਰੋ। ਹੁਣ ਤੁਸੀਂ ਕਹੋਗੇ ਕਿ ਆਤਮਾ ਕਿਹੜਾ ਕੋਈ ਮੂਰਤੀ ਹੈ, ਪੱਥਰ ਹੈ, ਕਿਉਂਕਿ ਮੂਰਤੀ ਪੱਥਰ ਦੀ ਪੂਜਾ ਕਰਨੀ ਬੜੀ ਆਸਾਨ ਹੈ। ਆਤਮਾ ਨੂੰ ਲੱਭੋ, ਉਹਦੇ ਲੱਭਣ ਦੇ ਲਈ 2.5 ਸਾਲ ਲੱਗ ਨੇ ਤੁਹਾਨੂੰ ਪਹਿਲੀ ਗੱਲ ਤੇ ਉਹ ਫਿਰ ਤੇ ਮਿਹਨਤ ਬੜੀ ਕਰਨੀ ਪੈਂਦੀ। ਘਾਲਣਾ ਕਰਨੀ ਪੈਣੀ, ਆਸਾਨ ਕੰਮ ਨਹੀਂ ਹੈ। ਬ੍ਰਹਮ ਦੇ ਕੋਲ ਜਾਣਾ, ਨਿਰਗੁਣ ਬ੍ਰਹਮ ਹੈ, ਉਹਦਾ ਰੂਪ ਨਹੀਂ, ਰੰਗ ਨਹੀਂ, ਰੇਖ ਨਹੀਂ। ਬਾਕੀ ਜੜ ਦੀ ਪੂਜਾ ਕਰਨੀ ਹੈ ਤੇ ਜੜ ਤੇ ਜਿੱਥੇ ਮਰਜ਼ੀ ਚੱਲ ਜਾਓ, ਤੁਹਾਡੇ ਘਰ ਵੀ ਮੇਰੇ ਨਾਲ 10-12 ਫੋਟੋਆਂ ਨਹੀਂ ਆ, ਜਿੱਥੇ ਮਰਜ਼ੀ ਪੂਜਾ ਕਰਨੀ ਸ਼ੁਰੂ ਕਰੋ, ਬਹੁਤ ਆਸਾਨ ਹੈ। ਪਰ ਉਹ ਕਹਿੰਦੇ ਆਤਮਾ ਦੀ ਪੂਜਾ ਕਰਨੀ ਹੈ। ਬਸ ਬਾਣੀ ਜੋ ਕਹਿ ਰਹੀ ਹਾਂ ਬਿਲਕੁਲ ਸਹੀ ਹੈ ਗੋਰਖੀ ਸਾਹਿਬ, ਇਹੀ ਕੁਛ ਕਰਦੇ ਆਪਾਂ। ਦੇਖ ਲਓ ਅਗਰਬੱਤੀ ਜੇ ਸ਼ਾਮ ਨੂੰ ਜਿਹੜਾ ਲਓ ਜੀ ਬਾਲ ਦੋ ਅਗਰਬੱਤੀ, ਜਾ ਕੇ ਜੀ ਜੋਤ ਜਗਾ ਦਿਓ, ਮਹਾਰਾਜ ਦੇ ਕਮਰੇ 'ਚ ਲਾਈਟ ਕਰ ਦਿਓ, ਕਰ ਦਿਓ। ਬਸ ਇਸੇ ਦੇ ਕਰਮ ਕਾਂਡਾਂ ਦੇ ਵਿੱਚ ਆਪਾਂ ਰਹਿ ਗਏ ਹਾਂ। ਉਹ ਜਿਹੜਾ ਮਹਾਰਾਜ ਜਿਹੜੇ ਹੈਗੇ, ਜਿਹੜਾ ਗਿਆਨ ਜਿਹੜਾ ਹੈਗਾ, ਇੱਕ ਸੈਕਿੰਡ ਗੋਰਖੀ ਸਾਹਿਬ, ਜਿਹੜਾ ਗਿਆਨ ਦੁਨੀਆ ਨੂੰ ਚਾਨਣ ਦੇ ਰਿਹਾ ਆ, ਉਹਨੂੰ ਆਪਾਂ ਲਾਈਟ ਕਰਾਂਗੇ। ਕਿਆ ਬਾਤ ਹੈ ਜੀ ਗੋਰਖੀ ਸਾਹਿਬ। ਦੇਖੋ ਨਿੱਜਾ ਸਾਹਿਬ ਜਿਹੜੇ ਮੈਂ ਬੰਦੇ ਕਮਾਲ ਦੇ ਦੇਖੇ ਆ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਉੱਤੇ ਕੰਬਲ ਪਾਤਾ ਹੈ। ਬਿਲਕੁਲ ਏਸੀ ਲਗਾ ਦਿੰਦੇ ਆ ਵੀਰ ਜੀ, ਬਹੁਤ ਜ਼ਿਆਦਾ। ਦੇਖੋ ਕਿੰਨਾ ਜ਼ਬਰਦਸਤ ਜਿਹੜੇ। ਔਰ ਮੈਂ ਕਹਿੰਦਾ ਦੇਖੋ ਚਲੋ ਜਿਹੜੇ ਸ਼ਹਿਰ ਦੇ ਵਿੱਚ ਹੈ ਜਾਂ ਜਿੱਥੇ ਜਿਨ੍ਹਾਂ ਦੇ ਕੋਲ ਪੈਸੇ ਹੈ, ਸਹੂਲੀਅਤ ਹੈਗੀ, ਤੇ ਉਹਨਾਂ ਨੇ ਚਲਾਤਾ ਕੰਬਲ, ਏਸੀ ਲਾਤੇ ਸਾਰੇ। ਬਾਕੀ ਜਿਹੜੇ ਪਿੰਡਾਂ ਦੇ ਵਿੱਚ ਹੈ ਵਿਚਾਰੇ, ਉਹ ਤਾਂ ਉਸ ਤਰ੍ਹਾਂ ਹੀ ਹੈ। ਫਿਰ ਉਹ ਤਾਂ ਗਰਮੀ ਦੇ ਵਿੱਚ ਜਿਹੜਾ ਹੈਗਾ ਤਕਲੀਫ 'ਚ ਆ। ਤੁਸੀਂ ਪਿੰਡਾਂ 'ਚ ਵੇਖ ਲਓ, ਇੱਥੇ ਬਾਬੇ ਸ਼ਹੀਦੀ ਨਾ ਹਰ ਦਿਨ ਜਿਹੜਾ ਕੀ ਕਹਿੰਦੇ ਨਾ ਨਿਸ਼ਾਨ ਸਾਹਿਬ ਤੇ ਨਾ ਕੱਪੜਾ ਚੜਦਾ, ਤੇ ਮੈਂ ਪਿੰਡਾਂ 'ਚ ਕਈ ਵੇਖਿਆ ਉਹਨਾਂ ਦੇ ਕੱਪੜੇ ਪਾਟੇ ਨੇ। ਪਿੰਡ ਵਾਲੇ ਇਹ ਨਹੀਂ ਕਿ ਉਹਨੂੰ ਬਦਲ ਦੇਣ, ਪਰ ਇੱਥੇ ਚੜਾ ਜਾਣਗੇ, ਰੋਜ਼ ਚੜਾ ਜਾਣਗੇ। ਬਿਲਕੁਲ ਸਹੀ। ਇਹ ਸਭ ਮਨਮੱਤੀ ਹੈਗੀ ਹੈ। ਤੇ ਨਾ ਇਹ ਵਿਚਾਰੇ ਕਹਿੰਦੇ ਕਿ ਬਈ ਜਿੱਥੇ ਪਾਟਾ ਪੂਟਾ ਉੱਥੇ ਚੜਾਓ, ਇੱਥੇ ਤੇ ਲੋੜ ਹੀ ਨਹੀਂ, ਇੱਥੇ ਤੇ ਕੱਲ ਚੜਿਆ ਜੇ। ਅਗਲੀ ਤੁਕ ਇਹੀ ਕਹਿ ਰਹੀ ਹੈ ਗੋਰਖੀ ਸਾਹਿਬ, ਅਗਲੀ ਤੁਕ ਇਹੀ ਕਹਿ ਰਹੀ ਹੈ। ਹਾਂਜੀ। ਜਪ ਤਪ ਸੰਜਮ ਭਾਣਾ ਸਤਿਗੁਰੂ ਕਾ ਕਰਮੀ ਪੱਲੇ ਪਾਏ। ਕਹਿੰਦੇ ਜਪ ਤਪ ਸੰਜਮ ਜੋ ਕੁਛ ਵੀ ਕਿਰਿਆ ਕਰਨੀ ਆ, ਜੋ ਜਿਸ ਤਰੀਕੇ ਦੇ ਨਾਲ ਤੂੰ ਜੀਵਨ ਚਲਾਉਣਾ ਆ, ਕਹਿੰਦੇ ਸਤਿਗੁਰੂ ਦਾ ਭਾਣਾ ਹੈਗਾ। ਹੁਣ ਆਪਾਂ ਨੇ ਜਿਹੜਾ ਜੇ ਗਿਆਨ ਨੂੰ ਲਿਆ ਹੀ ਨਹੀਂ, ਆਪਾਂ ਤਾਂ ਜਿਹੜਾ ਹੈਗਾ ਬਸ
ਪੂਜਾ ਕਰੀ ਜਾ ਰਹੇ ਆ, ਗਿਆਨ ਤਾਂ ਦੇਖ ਨਹੀਂ ਰਹੇ, ਕਹਿ ਕੀ ਰਹੇ ਆ ਬਾਣੀ ਦੇਖ ਲਓ ਹੁਣ ਆਪਣੇ ਸਾਹਮਣੇ। ਤੇ ਤੀਸਰੀ ਪਾਤਸ਼ਾਹੀ ਜਿਹੜੀ ਹੈ ਕੀ ਗੱਲਾਂ ਕਰ ਰਹੀ ਹੈ, ਇਹ ਤਾਂ ਖੰਡਿਤ ਕਰ ਰਹੀ ਹੈ ਸਾਰੇ ਤੇ ਸਾਰੇ ਕਰਮ ਕਾਂਡ। ਇਹ ਤਾਂ ਕਹਿੰਦੇ ਤੂੰ ਤੇ ਦੂਜੇ ਪਾਇਆ ਗਿਆਨੀ ਪੂਜਦੇ, ਦਰਗਾਹ ਮਿਲੇ ਸਜਾਏ। ਕਹਿੰਦੇ ਤੈਨੂੰ ਤਾਂ ਦਰਗਾਹ ਸਜਾ ਤੋਂ ਬਚਾ ਨਹੀਂ ਸਕਦਾ ਕੋਈ। ਪੂਜਾ ਕਰਨੀ ਸੀ ਆਤਮਾ ਦੀ, ਉਹ ਕਦੀ ਕੀਤੀ ਨਹੀਂ। ਤੇ ਸਤਿਗੁਰੂ ਤੋਂ ਬਗੈਰ ਬੂਝ ਨਹੀਂ ਪੈਂਦੀ, ਗਿਆਨ ਤੋਂ ਬਗੈਰ ਪਤਾ ਨਹੀਂ ਲੱਗੇਗਾ। ਤੇ ਆ ਜਪ ਤਪ ਸੰਜਮ ਕੀ ਕਰਨਾ ਹੈ, ਕੀ ਛੱਡਣਾ ਹੈ, ਕੀ ਲੈਣਾ ਹੈ, ਇਹ ਵੀ ਭਾਣਾ ਸਤਿਗੁਰੂ ਦਾ, ਗੁਰੂ ਨੇ ਦੱਸਣਾ ਹੈ, ਬ੍ਰਹਮ ਗਿਆਨ ਨੇ ਦੱਸਣਾ ਹੈ ਆਪਾਂ ਨੂੰ। ਕਰਮੀ ਪੱਲੇ ਪਾਏ, ਇਹ ਕਰਮਾਂ ਦੇ ਨਾਲ ਜਿਹੜੀ ਹੈ ਪੱਲੇ ਪੈ ਜਾਏਗੀ ਤੇਰੀ। ਜੇ ਤੇਰੀ ਡਿਮਾਂਡ ਹੋਏਗੀ ਤੇ ਪਾਏ, ਕਰਮ ਬਣ ਜਾਣਗੇ ਤੇ ਪੱਲੇ ਪੈ ਜਾਊਗੀ। ਜੇ ਤੂੰ ਇਹਦੇ ਨਾਲ ਇਹ ਗਿਆਨ ਲੈਣਾ ਸ਼ੁਰੂ ਕਰ ਦੇਗਾ। ਤੇ ਆਖਰੀ 'ਚ ਕਹਿੰਦੇ ਆ ਨਾਨਕ ਸੇਵਾ ਸੁਰਤ ਕਮਾਵਣੀ, ਜੋ ਹਰ ਭਾਵੈ ਸੋ ਥਾਂ ਪਾਏ। ਆਹ ਕਹਿੰਦੇ ਮਾਲਕ ਨੂੰ ਪਾਉਂਦਾ ਹੈ ਭਾਈ, ਤੇ ਸੁਰਤ ਦੇ ਨਾਲ ਸੇਵਾ ਕਰਨੀ ਆ ਭਾਈ। ਤੇ ਆਪਣੇ ਅੰਦਰ ਜਿਹੜੀ ਹੈਗੀ ਆਤਮਾ ਵੱਲ ਜਿਹੜੀ ਹੈਗੀ ਜਾਣਾ ਆ। ਤੇ ਉਹ ਰਸਤੇ ਦੇ ਵਿੱਚ ਉਹ ਪਤੰਦਰ ਜਿਹੜਾ ਹੈਗਾ ਕਾਰਨਸ਼ੀਲ ਮਨ ਜਿਹੜਾ ਬੈਠਾ ਹੈ, ਉਹਦੇ ਵਿੱਚੋਂ ਦੀ ਲੰਘਣਾ ਪੈਣਾ ਹੈ ਭਾਈ। ਸੁਰਤ ਨੂੰ ਉੱਥੇ ਤੱਕ ਲੈ ਕੇ ਆ, ਉਹਦੇ ਵਿੱਚੋਂ ਦੀ ਲੰਘ ਕੇ ਜਾ। ਹਾਂਜੀ ਗੁਰਕੀ ਸਾਹਿਬ। ਹਾਂਜੀ ਠੀਕ ਹੈ ਜੀ। ਕਹਿੰਦੇ ਕਿ ਤੁਹਾਡਾ ਧਿਆਨ ਉੱਥੇ ਹੋਣਾ ਜ਼ਰੂਰੀ ਹੈ, ਕਿਉਂਕਿ ਜੇਕਰ ਤੁਹਾਡਾ ਧਿਆਨ ਹੀ ਨਹੀਂ ਉੱਥੇ ਤੇ ਫਿਰ ਇਹਦਾ ਮਤਲਬ ਤੁਸੀਂ ਉੱਥੇ ਨਹੀਂ ਹੈਗੇ। ਜੋ ਤੁਸੀਂ ਰੋਟੀ ਬਣਾ ਰਹੇ ਜੋ, ਤੁਸੀਂ ਕਿੱਥੇ ਰੋਟੀ ਬਣਾ ਰਹੇ ਜੋ? ਉਹ ਤੁਹਾਡਾ ਸਰੀਰ ਬਣਾ ਰਿਹਾ। ਤੁਸੀਂ ਇੱਕ ਕੰਪਿਊਟਰ ਨੂੰ ਆਰਡਰ ਕਰਤਾ ਹੈ, ਹਰ ਦਿਨ ਤੇ ਬਣਾਉਂਦੇ ਜੋ। ਹੁਣ ਗੱਡੀ ਆਪਾਂ ਜਿੱਦਾਂ ਚਲਾਉਂਦੇ ਆ, ਆਪਾਂ ਕਿੱਥੇ ਗੱਡੀ ਚਲਾਉਂਦੇ ਆ? ਆਪਾਂ ਸੁੱਤੇ ਹੋਏ ਆ ਬੇਹੋਸ਼। ਉਹ ਸਾਡੀ ਮਸ਼ੀਨ ਆ, ਉਹੀ ਉਹ ਗੱਡੀ ਚਲਾਈ ਜਾ ਰਹੀ ਆ। ਪਾਠ ਵੀ ਮੇਰੇ ਵਰਗਾ ਜਾਂਦਾ ਗੁਰਦੁਆਰੇ ਜੀ, ਸੁਖਮਨੀ ਸਾਹਿਬ ਦਾ ਪਾਠ ਕਰ ਲਿਆ, ਮੈਂ ਤੇ ਕੀਤਾ ਹੀ ਨਹੀਂ, ਉਹ ਤੇ ਮੇਰੀ ਮਸ਼ੀਨ ਨੇ ਕੀਤਾ। ਫਿਰ ਏਦਾਂ ਕਰੋ ਕਿ ਫਿਰ ਕੈਸਟ ਲਾ ਦੋ ਤੇ ਫਿਰ ਪ੍ਰਮਾਤਮਾ ਤੁਹਾਡੀ ਭਗਤੀ ਸਵੀਕਾਰ ਕਰੂਗਾ? ਨਹੀਂ ਕਰੂਗਾ। ਪਹਿਲਾਂ ਤਾਂ ਕੈਸਟ ਗੋਰਖੀ ਸਾਹਿਬ ਥੋੜੇ 10 ਸਾਲ ਪਹਿਲਾਂ 5 ਸਾਲ ਪਹਿਲਾਂ ਕੈਸਟਾਂ ਹੀ ਚੱਲਦੀਆਂ ਸੀਗੀਆਂ। ਕਿਹੜਾ ਜਿਹੜਾ ਹੈਗਾ ਪਾਠੀ ਵੀ ਜਿਹੜੇ ਕਿ ਭਾਈ ਰੱਖੇ ਹੁੰਦੇ ਸੀ ਉਹ ਸੁੱਤੇ ਪਏ ਹੁੰਦੇ ਸੀ, ਕੈਸਟਾਂ ਚੱਲਦੀਆਂ ਸੀ। ਮੌਕੇ ਤੇ ਜਦ ਜਿਹੜਾ ਹੈਗਾ ਆ ਜਾਂਦੀ ਸੰਗਤ ਨੇ ਆਉਣਾ, ਉਦੋਂ ਜਿਹੜੇ ਉਹ ਵੀ ਆ ਜਾਂਦੇ ਸੀ। ਠੀਕ ਹੈ ਨਾ ਨਜਰ ਸਾਹਿਬ, ਅੱਗੇ ਚੱਲੀਏ। ਹਾਂ ਅੱਗੇ ਹੁਣ ਜਿਹੜੀ ਹੈਗੀ ਪੌੜੀ ਆ ਗਈ, ਜਿਹਦੇ ਵਾਸਤੇ ਆ ਸ਼ਲੋਕ ਲੱਗੇ ਹੋਏ ਸੀਗੇ। ਹੁਣ ਦੇਖੀਏ ਪੌੜੀ ਕੀ ਕਹਿੰਦੀ ਹੈ ਭਾਈ। ਤੀਸਰੀ ਪਾਤਸ਼ਾਹੀ ਨੂੰ ਆਪਾਂ ਨੇ ਸੁਣਿਆ, ਆ ਚੌਥੀ ਪਾਤਸ਼ਾਹੀ ਨੂੰ ਸੁਣ ਲਈਏ ਇਹ ਕੀ ਕਹਿ ਰਹੇ ਆ। ਪੌੜੀ ਹਰ ਹਰ ਨਾਮ ਜਪੋ ਮਨ ਮੇਰੇ, ਜਿਤ ਸਦਾ ਸੁਖ ਹੋਵੇ ਦਿਨ ਰਾਤੀ। ਦੇਖੋ ਹੁਣ ਕੀ ਕਹਿ ਰਿਹਾ ਮਹਾਰਾਜ। ਇਹ 2 3 4 5 ਲਾਈਨਾਂ ਹੈਗੀਆਂ ਇਹਦੇ ਵਿੱਚ। ਧਿਆਨ ਨਾਲ ਸਾਧ ਸੰਗਤ ਜੀ 5 ਲਾਈਨਾਂ ਆਪਾਂ ਵਿਚਾਰ ਲਈਏ, ਸੁਣੀਏ ਬਈ ਇਹਦੇ ਵਿੱਚ ਜਿਹੜੇ ਹੈਗੇ ਮਹਾਰਾਜ ਕਹਿ ਕੀ ਰਹੇ ਆ। ਹਰ ਹਰ ਨਾਮ ਜਪੋ ਮਨ ਮੇਰੇ, ਜਿਤ ਸਦਾ ਸੁਖ ਹੋਵੇ ਦਿਨ ਰਾਤੀ। ਦਿਨ ਰਾਤ ਸੁਖ ਹੋ ਜਾਏਗਾ ਜੇ ਤੂੰ ਜਿਹੜਾ ਹੈਗਾ ਪਰਮੇਸ਼ਰ ਦਾ ਨਾਮ ਜਿਹੜਾ ਹੈ ਜਪਣਾ ਸ਼ੁਰੂ ਕਰ ਦੇਗਾ। ਕੌਣ ਜਪਣਾ ਸ਼ੁਰੂ ਕਰੇਗਾ? ਸਰੀਰ, ਜੀਭ ਨਾ, ਉਹ ਤਾਂ ਕਹਿ ਰਹੇ ਮਨ। ਦੇਖੋ ਸਟਾਰਟਿੰਗ ਮਨ ਹੈ, ਹਰੇਕ ਲਾਈਨ ਦੇ ਵਿੱਚ ਮਨ ਆਊਗਾ ਔਰ ਹਰੇਕ ਲਾਈਨ ਦੇ ਵਿੱਚ ਇਹੀ ਗੱਲ ਕਹਿਣਗੇ, ਰਿਪੀਟ ਕਰਨਗੇ ਬਾਰ-ਬਾਰ। ਪੂਰੀ ਪੌੜੀ ਜਿਹੜੀ ਹੈਗੀ ਇਹ ਖਤਮ ਹੋ ਜਾਏਗੀ ਔਰ ਇੱਕੋ ਹੀ ਗੱਲ ਦੇ ਉੱਤੇ ਖਤਮ ਹੋ ਜਾਏਗੀ। ਹਰ ਹਰ ਨਾਮ ਜਪੋ ਮਨ ਮੇਰੇ, ਜਿਤ ਸਦਾ ਸੁਖ ਹੋਵੇ ਦਿਨ ਰਾਤੀ। ਹਰ ਹਰ ਨਾਮ ਜਪੋ ਮਨ ਮੇਰੇ, ਜਿਤ ਸਿਮਰਤ ਸਭ ਕਿਲ ਵਿਖ ਪਾਪ ਲਹਾਤੀ। ਕਹਿੰਦੇ ਸਾਰੇ ਬਜਰ ਪਾਪ ਤੇਰੇ ਕੀਤੇ ਹੋਏ ਸਾਰੇ ਲੈ ਜਾਣਗੇ। ਜਿਹਦੇ ਸਮਰਨ ਕਰਨ ਦੇ ਨਾਲ ਜਪੇਗਾ ਤੇ ਸਮਰਨ ਹੋ ਜਾਏਗਾ ਤੈਨੂੰ। ਹਰ ਹਰ ਨਾਮ ਜਪੋ ਮਨ ਮੇਰੇ, ਜਿਤ ਦਾਲਦ ਦੁੱਖ ਭੁੱਖ ਸਭ ਲਹਿ ਜਾਤੀ। ਤੇਰਾ ਦਰਿਦਰ, ਤੇਰੇ ਦੁੱਖ, ਤੇਰੀ ਭੁੱਖ ਸਾਰੀ ਦੀ ਸਾਰੀ ਜਨਮਾਂ ਜਨਮਾਂ ਦੀ ਭੁੱਖ ਲੈ ਜਾਏਗੀ। ਫਿਰ ਹਰ ਹਰ ਨਾਮ ਜਪੋ ਮਨ ਮੇਰੇ, ਮੁਖ ਗੁਰਮੁਖੇ ਪ੍ਰੀਤ ਲਗਾਤੀ। ਇਹਦੇ ਨਾਲ ਤੇਰੀ ਜਿਹੜੀ ਹੈਗੀ ਗੁਰੂ ਦੇ ਅਨੁਸਾਰ ਜਿਹੜੇ ਹੈਗੇ ਤੇਰੀ ਪ੍ਰੀਤ ਉਸ ਮਾਲਕ ਪਰਮਾਤਮਾ ਦੇ ਨਾਲ ਲੱਗ ਜਾਏਗੀ। ਫਿਰ ਆਖਰੀ ਦੇ ਵਿੱਚ ਕਹਿੰਦੇ ਜਿਤ ਮੁਖ ਭਾਗ ਲਿਖਿਆ ਧੁਰ ਸਾਚੈ। ਮੁਖ ਦਾ ਮਤਲਬ ਜਿਸ ਇਨਸਾਨ ਦੇ ਭਾਗ ਜਿਹੜੇ ਹੈਗੇ, ਜਿਹਨੇ ਆਹ ਡਿਮਾਂਡ ਕਰ ਲਈ ਔਰ ਉਹਦੀ ਚੰਗੀ ਕਿਸਮਤ ਹੋ ਗਈ ਤੇ ਹਰ ਤਿਤ ਮੁਖ ਨਾਮ ਜਪਾਤੀ। ਕਹਿੰਦੇ ਉਸ ਮੁਖ ਦੇ ਨਾਲ ਜਿਹੜਾ ਹੈਗਾ ਉਹਨੇ ਨਾਮ ਪਰਮਾਤਮਾ ਨੇ ਜਪਾ ਲੈਣਾ ਹੈ ਉਹਦੇ ਕੋਲੋਂ। ਆਖਰੀ ਦੇ ਵਿੱਚ ਦੇਖੋ ਫਿਰ ਪਰਮਾਤਮਾ ਦੇ ਸਮਰਪਿਤ ਕੀਤਾ ਕਿ ਮਾਲਕਾ ਤੇਰੀ ਗੇਮ ਹੈਗੀ ਆ, ਤੂੰ ਜਿਹੜਾ ਹੈਗਾ ਨਾਮ ਵਾਲੇ ਪਾਸੇ ਲਾਉਣਾ ਹੈਗਾ। ਤੇ ਜੇ ਭਾਗ ਹੋਏ ਤੇ ਉਹ ਇਨਸਾਨ ਜਿਹੜਾ ਹੈਗਾ ਨਾਮ ਧਿਆਨ ਸਿਮਰਨ ਕਰ ਲਏਗਾ। ਅੱਜ ਇਹ 5 ਲਾਈਨਾਂ ਹੈਗੀਆਂ ਇੱਕ ਪੌੜੀ ਦੇ ਵਿੱਚ ਔਰ ਪੰਜੋਂ ਜਿਹੜੀਆਂ ਹੈਗੀਆਂ ਉਹਨਾਂ ਦੇ ਵਿੱਚ ਇੱਕੋ ਹੀ ਗੱਲ ਕਹਿ ਰਹੇ ਆ, ਹਰ ਹਰ ਨਾਮ ਜਪੋ, ਹਰ ਹਰ ਨਾਮ ਜਪੋ। ਆਖਰੀ ਦੇ ਵਿੱਚ ਵੀ ਉਹੀ ਕਹਿ ਰਹੇ ਆ ਕਿ ਹਰ ਜਿਤ ਮੁਖ ਭਾਗ ਲਿਖਿਆ ਤੁਰ ਸਾਚੇ, ਹਰ ਤਿਤ ਮੁਖ ਨਾਮ ਜਪਾਤੀ।
ਆਖਰੀ ਲਾਈਨ ਦੇ ਵਿੱਚ ਵੀ ਇਹੀ ਕੁਛ ਹੈ। ਇਹਦਾ ਮਤਲਬ ਗੁਰੂ ਘਰ ਦੇ ਵਿੱਚ ਭਾਈ ਨਾਮ ਤੋਂ ਇਲਾਵਾ ਕੋਈ ਚੀਜ਼ ਨਹੀਂ ਹੈ, ਧਿਆਨ ਤੋਂ ਇਲਾਵਾ ਕੁਛ ਨਹੀਂ ਹੈਗਾ। ਇਹ ਗੱਲ ਪੱਲੇ ਬੰਨ੍ਹ ਲਈ ਆਪਾਂ। ਹਾਂਜੀ ਗੋਰਖੀ ਸਾਹਿਬ। ਹਾਂਜੀ ਠੀਕ ਹੈ ਜੀ। ਸਾਧ ਸੰਗਤ ਜੀ ਫਿਰ ਕਲੀਅਰ ਕਰਦੇ ਪਏ ਨੇ ਆਪਣੀ ਉਹ ਗੱਲ ਜੋ ਸਮਝਾ ਰਹੇ ਨੇ। ਕਹਿੰਦੇ ਹਰ ਹਰ ਨਾਮ ਜਪੋ ਮਨ ਮੇਰੇ ਜਿਤ ਸਦਾ ਸੁਖ ਹੋਵੇ ਦਿਨ ਰਾਤੀ। ਠੀਕ ਹੈ, ਦਿਨ ਰਾਤੀ। ਕਿਉਂ ਕਹਿੰਦੇ ਨੇ? ਕਹਿੰਦੇ ਕਿ ਤੇਰਾ ਮਨ ਜਿਹੜਾ ਨਾ ਉਹ ਆਤਮਾ ਰੂਪੀ ਦਰਖਤ ਦੀ ਛਾਂ ਨੂੰ ਛੱਡ ਕੇ ਰੇਗਿਸਤਾਨ ਚ ਭਟਕਦਾ ਫਿਰ ਰਿਹਾ ਹੈ ਵਿਚਾਰਾਂ ਦੇ ਰਾਹੀਂ ਤੇ ਦੁਖੀ ਹੋ ਰਿਹਾ। ਜਦੋਂ ਤੇਰਾ ਧਿਆਨ ਇਕਾਗਰ ਹੋ ਗਿਆ ਤੇ ਫਿਰ ਤੂੰ ਆਤਮਾ ਦੀ ਪੂਜਾ ਸਮਝ ਲਾ ਕਰਨੀ ਸ਼ੁਰੂ ਕਰਤੀ। ਆਤਮਾ ਕੋਈ ਪਦਾਰਥ ਨਹੀਂ ਹੈ ਜਿਹਦਾ ਆਪਾਂ ਪੂਜਾ ਕਰਨੀ ਹੈ, ਜੜ ਨਹੀਂ ਹੈ। ਆਤਮਾ ਦਾ ਪੂਜਾ ਕਰਨਾ ਮਤਲਬ ਤੁਹਾਡਾ ਧਿਆਨ ਦਾ ਇਕਾਗਰ ਹੋ ਜਾਣਾ ਹੀ ਆਤਮਾ ਦੀ ਪੂਜਾ। ਠੀਕ ਹੈ ਨਾ ਸਭ? ਕਨਫਿਊਜ਼ਨ ਨਹੀਂ ਹੋਣੀ ਚਾਹੀਦੀ। ਬਿਲਕੁਲ, ਉੱਥੇ ਹੀ ਆਤਮਾ ਨੇ ਪ੍ਰਗਟ ਹੋ ਜਾਣਾ। ਹਾਂ, ਕਬੀਰ ਸਾਹਿਬ ਨੇ ਵੀ ਕਿਹਾ ਸੀ ਆਪਣੀ ਬਾਣੀ ਚ, ਇੱਕਦਮ ਕਰਾਰੀ ਜੇ ਕਰੇ ਤੇ ਹਾਜ਼ਰਾ ਹਜ਼ੂਰ ਪਤਾ। ਬਿਲਕੁਲ, ਟੁਕਦਮ। ਹਾਂਜੀ ਠੀਕ ਹੈ, ਇਹੋ ਚੀਜ਼ ਉਹ ਸਮਝਾ ਰਹੇ ਨੇ। ਠੀਕ ਹੈ, ਬ੍ਰਹਮ ਗਿਆਨੀ ਕਹਿੰਦੇ ਨੇ ਕਿ ਕਹਿੰਦੇ 100 ਸਿਆਣੇ ਦੀ ਇੱਕੋ ਮੱਤ ਤੇ ਮੂਰਖਾਂ ਦੀ ਵੱਖੋ ਵੱਖ। ਮੇਰੇ ਵਰਗੇ ਮੂਰਖਾਂ ਦੀ ਅਲੱਗ-ਅਲੱਗ ਗੱਲ, ਇੱਥੇ ਕੁਝ ਹੋਰ ਉੱਥੇ ਕੁਝ ਹੋਰ। ਤੇ ਕਹਿੰਦੇ ਜਿਹੜੇ ਬ੍ਰਹਮ ਗਿਆਨੀ ਹੁੰਦੇ ਆ ਉਹਨਾਂ ਦੀ ਮੱਤ ਤੇ ਇੱਕੋ ਹੀ ਹੈ। ਜੇ ਇੱਕ ਨੇ ਕਹੀ ਦੂਜੇ ਨੇ ਵੀ ਉਹ ਗੱਲ ਕਹੀ, ਤੀਜੇ ਨੇ ਵੀ ਉਹ ਗੱਲ ਕਹੀ, ਗੱਲ ਚੇਂਜ ਨਹੀਂ ਹੁੰਦੀ। ਤੇ ਜਿਹੜੇ ਮੂਰਖ ਹੁੰਦੇ ਉਹਨਾਂ ਦੀਆਂ ਗੱਲਾਂ ਫਿਰ ਬਦਲ ਜਾਂਦੀਆਂ ਨੇ। ਫਿਰ ਨਵੇਂ ਆਈਡੀਏ, ਜਿੱਦਾਂ ਦੀ ਉਹਨਾਂ ਦੀ ਬੁੱਧੀ ਹੈ ਉਹ ਫਿਰ ਉਦਾਂ ਦਾ ਹੀ ਐਕਸਪਲੇਨ ਕਰ ਪਾਉਂਦੇ ਨੇ, ਕਿਉਂਕਿ ਉਹਨਾਂ ਕੋਲ ਇੰਨਾ ਕੁ ਕੁਝ ਹੈ। ਕਹਿੰਦੇ ਹਰ ਹਰ ਨਾਮ ਜਪੋ ਮਨ ਮੇਰੇ ਜਿਤ ਸਿਮਰਤ ਸਭ ਕਿਲ ਬਿਖ ਪਾਪ। ਵੇਖੋ ਲਾਹਾਤੀ ਲੈ ਜਾਣਗੇ, ਸਾਰਾ ਲੇਖਾ ਜੋਖਾ ਖਤਮ ਹੋ ਜਾਏਗਾ। ਕਹਿੰਦੇ ਆ ਕਿ ਜਦੋਂ ਤੂੰ ਆਤਮਾ ਨੂੰ ਚੀਨ ਲਿਆ ਨਾ, ਨਿਰਵਿਚਾਰ ਹੋ ਕੇ ਧਿਆਨ ਤੋਂ ਆਪਣੇ ਚ ਇਕਾਗਰ ਕਰ ਲਿਆ, ਸਵੈ ਅਸਤ ਕਰ ਲਿਆ, ਮੇਰਾ ਚਿੱਤ ਨਾ ਚੱਲੇ ਤੇ ਮਨ ਪਿਓ ਅਪੰਗ। ਤੇ ਕਹਿੰਦੇ ਫਿਰ ਕੀ ਹੋਊਗਾ? ਤੇਰੇ ਪਾਪ ਖਤਮ ਹੋ ਜਾਣਗੇ, ਕਿਲ ਬਿਖ ਖਤਮ ਹੋ ਜਾਣਗੇ। ਤੇਰਾ ਜੋ ਵੀ ਅੱਜ ਤੱਕ ਇਕੱਠਾ ਹੋਇਆ ਹੀ ਕਹਿੰਦੇ ਪ੍ਰਕਿਰਤੀ ਲਕੀਰ ਮਾਰ ਦੂਗੀ, ਕਲੀਨ ਕਰ ਦੂਗੀ, ਕਿਉਂਕਿ ਤੂੰ ਚਿੱਤ ਨੂੰ ਰੋਕ ਦਿੱਤਾ ਹੈ। ਉਸ ਗੱਡੀ ਦੀ ਚਾਬੀ ਕੱਢ ਲਈ ਆ, ਗੱਡੀ ਬੰਦ ਕਰਤੀ ਹੁਣ। ਕਿਲਬਿਕ ਦਾ ਮਤਲਬ ਗੋਰਖੀ ਸਾਹਿਬ ਬੱਜਰ ਪਾਪ। ਕਿਲਬਿਕ ਦਾ ਮਤਲਬ ਹੁੰਦਾ ਬਹੁਤ ਭਿਅੰਕਰ ਪਾਪ ਕੀਤੇ ਹੋਏ ਜਿਹੜੇ, ਉਹ ਵੀ ਕਹਿੰਦੇ ਲੈ ਜਾਣਗੇ ਪਾਏ। ਛੋਟੇ ਮੋਟੇ ਦੀ ਤਾਂ ਗੱਲ ਹੀ ਕੋਈ। ਉਹ ਕਹਿੰਦੇ ਆ ਕਿ ਜਦੋਂ ਆਤਮਾ ਚ ਚੱਲ ਗਏ ਫਿਰ ਨਜਾ ਸਾਹਿਬ ਪਾਪ ਕਿੱਥੇ ਰਹਿ ਗਏ। ਉਹ ਕਹਿੰਦੇ ਨਾ ਕਿ ਮੇਰਾ ਚਿੱਤ ਨਾ ਚੱਲੇ ਮਨ ਪਿਓ ਅਪੰਗ। ਕਤ ਜਾਈਏ ਰੇ ਕਰ ਲਾਗੋ ਰੰਗ। ਕਿੱਥੇ ਰੰਗ ਲੱਗ ਗਿਆ? ਕਿਉਂਕਿ ਆਤਮਾ ਚ ਮੈਂ ਪ੍ਰਵੇਸ਼ ਕਰ ਲਿਆ, ਮੈਨੂੰ ਪਤਾ ਲੱਗ ਗਿਆ ਬਾਹਰ ਤੇ ਪੱਥਰ ਹੈ ਤੇ ਪਾਣੀ ਹੈ, ਕਿੱਥੇ ਭਟਕਦਾ ਫਿਰਦਾ ਹੈ। ਬਿਲਕੁਲ, ਆਤਮਾ ਤੇਰੇ ਅੰਦਰ ਹੈ, ਤੂੰ ਆਤਮਾ ਨੂੰ ਨਹੀਂ ਚੀਨਿਆ ਤੇ ਫਿਰ ਤੂੰ ਕੀ ਚੀਨਿਆ? ਕੁਛ ਵੀ ਨਹੀਂ ਕੀਤਾ। ਫਿਰ ਤੂੰ ਪਦਾਰਥਾਂ ਚ ਹੀ ਆਪਣਾ ਜੀਵਨ ਬਤੀਤ ਕੀਤਾ। ਇਟ ਡਜ਼ਨਟ ਮੈਟਰ ਤੂੰ ਕਿਹੜੇ ਧਾਰਮਿਕ ਸਥਾਨ ਤੇ ਤੂੰ ਆਪਣਾ ਜੀਵਨ ਬਤੀਤ ਕੀਤਾ ਹੈ, ਕਿੱਥੇ ਵੀ ਤੂੰ ਗਿਆ। ਤੈਨੂੰ ਤੇਰੇ ਅੰਦਰ ਜਿਹੜੀ ਮੈਲ ਆ, ਮਲੀਨਤਾ ਦੂਰ ਨਹੀਂ ਹੋ ਸਕਦੀ। ਤੇਰੀ ਮਲੀਨਤਾ ਉਦੋਂ ਦੂਰ ਹੋਊਗੀ ਜਿੱਦਣ ਤੂੰ ਆਤਮਾ ਨਾਲ ਟਕਰਾਏਂਗਾ। ਔਰ ਆਤਮਾ ਨਾਲ ਟਕਰਾਏਂਗਾ ਕਿੱਦਾਂ? ਜਿੱਦਣ ਤੂੰ ਨਿਰਵਿਚਾਰ ਹੋ ਜਾਏਗਾ। ਠੀਕ ਹੈ ਨਜਰ ਸਾਹਿਬ? ਬਿਲਕੁਲ ਸਹੀ ਗੱਲ ਆ। ਹਰ ਹਰ ਨਾਮ ਜਪੋ ਮਨ ਮੇਰੇ ਜਿਤ ਦਾਲਦ ਦੁੱਖ ਭੁੱਖ ਸਭ ਲੈ ਜਾਤੀ। ਆ ਲਿਖ ਲੋ, ਦਰਿਦਰਪੁਣਾ ਤੇਰਾ। ਤੂੰ ਤਾਂ ਕੰਗਾਲ ਹੈਗਾ, ਕੱਖ ਵੀ ਨਹੀਂ ਹੈ ਤੇਰੇ ਕੋਲ। ਆਤਮਿਕ ਧਨ ਤਾਂ ਹੈ ਹੀ ਨਹੀਂ ਤੇਰੇ ਕੋਲ। ਦੁੱਖ ਤੇਰੇ, ਸਾਰੀ ਭੁੱਖ ਜਿਹੜੀ ਹੈ ਲੈ ਜਾਏਗੀ। ਹਾਂਜੀ ਵੀਰ ਜੀ। ਫਿਰ ਉਹ ਕਹਿੰਦੇ ਤੇਰੇ ਦੁੱਖ ਵੀ ਖਤਮ ਹੋ ਜਾਣਗੇ, ਤੇਰੀ ਭੁੱਖ ਵੀ ਲੈ ਜਾਏਗੀ। ਸਭ A to Z ਜੋ ਤੇਰੇ ਅੰਦਰ ਗਲਤ ਚੀਜ਼ਾਂ ਇਕੱਠੀਆਂ ਹੋ ਗਈਆਂ ਨੇ ਉਹ ਠੀਕ ਹੋ ਜਾਣਗੀਆਂ। ਭੁੱਖ ਦੇਖੋ ਨਾ, ਮੈਂ ਪਤਾ ਨਹੀਂ ਕਿੱਥੇ ਬੈਠਾ, ਇਹ ਮੈਂ ਗੱਲ ਸੁਣੀ। ਉਹ ਕਹਿੰਦਾ ਮੇਰਾ ਢਿੱਡ ਭਰ ਗਿਆ ਪਰ ਮੇਰੀ ਨੀਅਤ ਨਹੀਂ ਰੱਜੀ। ਪਰ ਬਾਣੀ ਕਹਿੰਦੀ ਉਹ ਵੀ ਰੱਜ ਜਾਏਗੀ। ਤੈਨੂੰ ਸੁੱਕੀ ਵੀ ਮਿਲ ਗਈ ਨਾ, ਤੇਰੀ ਨੀਅਤ ਰੱਜੀ ਹੋਈ ਨਾ, ਤੇ ਸੁੱਕੀ ਤੇ ਭਾਵੇਂ ਵਧੀਆ ਪਕਵਾਨ ਆ, ਉਹਦੇ ਚ ਕੋਈ ਤੈਨੂੰ ਭੇਦ ਨਹੀਂ ਨਜ਼ਰ ਆਵੇਗਾ, ਕਿਉਂਕਿ ਤੂੰ ਅੰਦਰੋਂ ਰੱਜ ਗਿਆ। ਕਿਉਂਕਿ ਰੱਜ ਦਾ ਮਤਲਬ ਕਿ ਜਿੱਦਾਂ ਤੂੰ ਆਤਮਾ ਨੂੰ ਸਪਰਸ਼ ਕਰ ਲਿਆ ਨਜਰ ਸਾਹਿਬ, ਉਦੋਂ ਹੀ ਤੇ ਤੇਰੀ ਨੀਅਤ ਜਿਹੜੀ ਰੱਜ ਜਾਣੀ ਹੈ, ਕਿਉਂਕਿ ਆਤਮਾ ਤੋਂ ਅੱਗੇ ਤੇ ਕੁਛ ਹੈ ਨਹੀਂ ਹੈ। ਔਰ ਆਤਮਾ ਨੂੰ ਜਾਣਨ ਦਾ ਤਰੀਕਾ ਕੀ ਹੈ? ਰਾਮਾਨੰਦ ਕਹਿੰਦੇ ਚਿੱਤ ਨੂੰ ਰੋਕ ਦੋ ਬਸ। ਮੇਰਾ ਚਿੱਤ ਨਾ ਚੱਲੇ, ਮਨ ਰੁਕ ਗਿਆ। ਕਿਉਂਕਿ ਚਿੱਤ ਹੀ ਸ਼ਾਂਤ ਹੋ ਗਿਆ ਤੇ ਮਨ ਕਿੱਥੋਂ ਤਰੰਗ ਪੈਦਾ ਕਰ ਦੂਗਾ? ਮਨ ਤੇ ਤਰੰਗ ਦੇ ਵਿੱਚ ਹੀ ਕੰਮ ਕਰਦਾ ਹੈ। ਉਹ ਤਰੰਗ ਦੇ ਵਿੱਚ ਡੰਡਾ ਫੇਰਦਾ ਹੈ, ਫਿਰ ਉਹਨੂੰ ਵੱਡਾ ਕਰਦਾ ਹੈ। ਪਰ ਚਿੱਤ ਹੀ ਸ਼ਾਂਤ ਹੋ ਗਿਆ ਤੇ ਮਨ ਕੀ ਕਰੂਗਾ? ਮਨ ਬੈਠਾ ਹੁਣ ਤੇ ਹੁਣ ਕੁਛ ਨਹੀਂ ਕਰ ਸਕਦਾ, ਕਿਉਂਕਿ ਚਿੱਤ ਸ਼ਾਂਤ ਕਰਦਾ ਹੈ। ਔਰ ਚਿੱਤ ਕਿੱਦਾਂ ਸ਼ਾਂਤ ਹੋਣਾ ਹੈ? ਭਗਤੀ ਦੇ ਨਾਲ।
ਹਾਂਜੀ ਜੀ, ਅੱਗੇ ਚੱਲੀਏ ਨਜਰ ਸਾਹਿਬ। ਹਾਂ, ਅੱਗੇ ਕਹਿੰਦੇ ਹਰ ਹਰ ਨਾਮ ਜਪੋ ਮਨ ਮੇਰੇ, ਹੇ ਮੇਰੇ ਮਨਾ ਪਤੰਦਰਾ, ਆ ਧਿਆਨ ਸਿਮਰਨ ਕਰ ਲਾ। ਦੇਖ ਮੁਖ ਗੁਰਮੁਖ ਪ੍ਰੀਤ ਲਗਾਤੀ, ਤੂੰ ਕਿੱਥੇ ਜਿਹੜਾ ਹੈਗਾ ਪ੍ਰੀਤ ਲਾਈ ਜਾ ਰਿਹਾ, ਨਿਮਨ ਦਰਜੇ ਦੀ ਪ੍ਰੀਤ ਹੈਗੀ ਤੇਰੀ। ਦੇਖ ਗੁਰੂ ਕੀ ਕਹਿ ਰਿਹਾ, ਬ੍ਰਹਮ ਗਿਆਨ ਕੀ ਕਹਿ ਰਿਹਾ, ਉਹ ਮਾਲਕ ਪਰਮਾਤਮਾ ਦੇ ਨਾਲ ਤੇਰੀ ਪ੍ਰੀਤ ਹੋ ਜਾਏਗੀ ਭਾਈ, ਸਭ ਤੋਂ ਉੱਚੀ ਪ੍ਰੀਤ ਹੋ ਜਾਏਗੀ ਤੇਰੀ, ਮਾਲਕ ਦੇ ਨਾਲ ਹੋ ਜਾਏਗੀ। ਧਿਆਨ ਸਿਮਰਨ ਕਰਕੇ ਤਾਂ ਦੇਖਣਾ ਤੂੰ। ਜਿਤ ਮੁਖ ਭਾਗ ਲਿਖਿਆ ਤੁਰ ਸਾਚੇ, ਹਰ ਤਿਤ ਮੁਖ ਨਾਮ ਜਪਾਤੀ। ਕਹਿੰਦੇ ਬਸ ਜਿਹੜਾ ਵੀ ਲੱਗ ਗਿਆ ਇਸ ਪਾਸੇ, ਕਹਿੰਦੇ ਸਭ ਤੋਂ ਉੱਚੇ ਭਾਗ ਲਿਖੇ ਗਏ ਭਾਈ, ਉਹ ਇਸ ਪਾਸੇ ਲੱਗ ਗਿਆ ਭਾਈ, ਆਇਆ ਭਾਈ। ਦੇਖੋ ਬਾਣੀ ਕਹਿ ਰਹੀ ਹੈ ਮਰਜ਼ੀ ਆਪਣੀ ਹੈਗੀ, ਜੇ ਉੱਚੇ ਭਾਗ ਕਰਨੇ ਆ ਤੇ ਧਿਆਨ ਸਿਮਰਨ ਕਰ ਲਓ, ਨਹੀਂ ਕਰਨੇ ਤੇ ਆਪਣੀ ਮਰਜ਼ੀ ਹੈ, ਜਿਵੇਂ ਦੀ ਯਾਤਰਾ ਹੋ ਰਹੀ ਹੈ ਉਹ ਤਾਂ ਹੋ ਰਹੀ ਹੈ। ਹਾਂਜੀ ਵੀਰ ਜੀ। ਹਾਂ ਠੀਕ ਹੈ ਸਾਧ ਸੰਗਤ ਜੀ, ਮਰਜ਼ੀ ਤੁਹਾਡੀ ਹੈ। ਤੁਸੀਂ ਭਾਵੇਂ ਫੋਟੋ 'ਚੋਂ ਧਿਆਨ ਲਾ ਲਓ, ਕਿਸੇ ਬੰਦੇ 'ਚ ਲਾ ਲਓ, ਕਿਸੇ ਬੁੱਢੀ 'ਚ ਲਾ ਲਓ, ਕਿਸੇ ਪੱਥਰ 'ਚ ਲਾ ਲਓ, ਕਿਸੇ ਨਹਿਰ 'ਚ ਲਾ ਲਓ, ਕਿਸੇ ਪਹਾੜ 'ਚ ਲਾ ਲਓ, ਕਿਸੇ ਸੂਰਜ 'ਚ ਲਾ ਲਓ, ਕਿਸੇ ਚੰਦਰਮਾ 'ਚ ਲਾ ਲਓ, ਜਿੱਥੇ ਮਰਜ਼ੀ ਲਾ ਲਓ, ਉਹ ਤੁਹਾਡੀ ਮਰਜ਼ੀ ਹੈ। ਜਾਂ ਫਿਰ ਪ੍ਰਮਾਤਮਾ 'ਚ ਲਾ ਲਓ। ਬਿਲਕੁਲ ਸਹੀ ਗੱਲ ਹੈ, ਇਹ ਫੈਸਲਾ ਤੁਹਾਡਾ। ਐਵੇਂ ਕਹੀ ਜਾਈਏ ਇੱਧਰ ਉੱਧਰ, ਉਹ ਬਾਣੀ ਤੇ ਕਹਿੰਦੀ ਮੂਰਖ ਨਾ ਲੁੱਝੀਏ, ਤੇ ਜੇ ਮੂਰਖ ਨੂੰ ਜਿੰਨਾ ਮਰਜ਼ੀ ਸਮਝਾ ਲਓ, ਉਹ ਕਹਿੰਦੇ ਫਾਇਦਾ ਨਹੀਂ ਹੈਗਾ। ਇਹ ਬਾਣੀ ਤੇ ਉਹ ਕਹਿੰਦੀ ਆ ਕਿ ਮਰਜ਼ੀ ਤੇਰੀ ਆ। ਬਾਣੀ ਵੈਸੇ ਕੱਲ ਵੀ ਕਹਿ ਕੇ ਗਈ ਆ, ਕਹਿੰਦੇ ਨੇ ਕਿ ਨਹੀਂ ਸਮਝਣਾ ਇਹਨੇ, ਜੇ ਨਹੀਂ ਸਮਝਣਾ ਤੇ ਫਿਰ ਕਹਿੰਦੇ ਆ ਉਹਨੂੰ ਜਾਣ ਦਿਓ ਜਿੱਥੇ ਜਾਣਦੇ ਆ, ਬਾਕੀ ਜਿਹੜਾ ਸਮਝਣਾ ਚਾਹੁੰਦਾ ਉਹਨੂੰ ਸਮਝਾਓ। ਇੰਨਾ ਹੀ ਕਹਿਣਾ ਚਾਹੁੰਦੀ ਬਾਣੀ। ਇਹ ਫੈਸਲਾ ਸਾਡਾ ਹੈ। ਸਹੀ ਹੈ, ਬਿਲਕੁਲ ਸਹੀ ਹੈ ਜੀ। ਬਲਬੀਰ ਸਿੰਘ ਕੁਝ ਕਹਿਣਾ ਚਾਹੁੰਦੇ ਆ, ਉਹਨਾਂ ਦਾ ਜਿਹੜਾ ਨਿਸ਼ਾਨ ਆ ਰਿਹਾ ਬਲਬੀਰ ਸਿੰਘ ਵੈਸੇ ਹੀ ਹੈਗਾ ਜੀ। ਚਲੋ ਹਾਂਜੀ ਗੋਰਖੀ ਸਾਹਿਬ, ਕੋਈ ਨਹੀਂ। ਸੋ ਅੱਜ ਦੀ ਵਿਚਾਰ ਨੇ ਜੀ ਸਾਹਿਬ। ਹਾਂਜੀ ਬਿਲਕੁਲ ਠੀਕ ਹੈ ਜੀ ਗੋਰਖੀ ਸਾਹਿਬ, ਅੱਜ ਤਾਂ ਬਹੁਤ ਬਹੁਤ ਮਾਲਕ ਨੇ ਮਿਹਰ ਕੀਤੀ ਹੈ। ਸਾਧ ਸੰਗਤ ਜੀ ਮੇਰੀ ਬੇਨਤੀ ਹੈਗੀ ਹੱਥ ਜੋੜ ਕੇ, ਬਈ ਇਹ ਜਿਹੜਾ ਇਹਨੂੰ ਸੁਣ ਲੈਣਾ, ਬਾਰ-ਬਾਰ ਸੁਣ ਲੈਣਾ। ਇਹ ਜਿਹੜੀ ਹੈਗੀ ਬਹੁਤ ਰੇਅਰ ਹੈਗੀ ਚੀਜ਼, ਇਹ ਮਾਲਕ ਹੀ ਮਿਹਰ ਕਰ ਰਿਹਾ ਹੈ। ਵਿੱਚ ਸੰਗਤ ਹਰ ਪ੍ਰਭ ਵਰਤਦਾ, ਬੁੱਝੋ ਸ਼ਬਦ ਵਿਚਾਰ। ਆਹ ਸ਼ਬਦ ਦੀ ਵਿਚਾਰ ਆ ਭਾਈ, ਮਾਲਕ ਨੇ ਦਿੱਤੀ ਆ, ਆਪਾਂ ਇਹਨੂੰ ਲੈ ਲਈਏ। ਇਹੀ ਜਿਹੜਾ ਹੈਗਾ ਪ੍ਰਯੋਜਨ ਹੈਗਾ ਸਾਡਾ। ਹਾਂਜੀ ਵੀਰ ਜੀ। ਹਾਂਜੀ ਠੀਕ ਹੈ ਜੀ, 1 ਮਿੰਟ ਲਾਵਾਂਗੇ ਦੁਬਾਰਾ ਆਪਾਂ। ਇਹ ਜੋ ਅੱਜ ਦੀ ਆਪਾਂ ਕਥਾ ਕੀਤੀ ਆ, ਉਹਦਾ ਕੀ ਰਿਜ਼ਲਟ ਆ, ਉਹ ਕਹਿੰਦੇ ਫੈਸਲਾ ਤੇਰਾ ਹੈ। ਸੱਜਾ ਪੈਰ ਚੁੱਕ ਖੱਬਾ ਚੁੱਕ, ਤੂੰ ਰੱਬ ਦੇ ਕੋਲ ਜਾਣਾ ਹੈ। ਗੁਰਪ੍ਰੀਤ ਜੀ ਆਪ ਕੁਝ ਕਹਿਣਾ ਚਾਹੁੰਦੇ? ਹਾਂਜੀ ਵੀਰ ਜੀ, 10 ਵਜੇ ਸਵੇਰੇ ਆਪਰੇਸ਼ਨ ਹੈ, 7 ਵਜੇ। ਹਾਂ ਤੁਸੀਂ ਨਾ ਏਦਾਂ ਕਰਿਆ ਕਰੋ, ਪਹਿਲਾਂ ਮੈਸੇਜ ਗਰੁੱਪ 'ਚ ਪਾ ਦੀਦਾ ਹੁੰਦਾ, ਜਦੋਂ ਵੀ ਅਰਦਾਸ ਹੋਵੇ ਨਾ, ਕੋਈ ਨੈਕਸਟ ਟਾਈਮ ਤੋਂ ਧਿਆਨ ਦਿਆ ਕਰੋ, ਠੀਕ ਹੈ? ਕੋਈ ਨਹੀਂ। ਤੇ ਬਸ ਇਹੋ ਬਾਣੀ ਕਹਿ ਰਹੀ ਆ ਕਿ ਮਤਲਬ ਤੂੰ ਜੋ ਕਰ ਰਿਹਾ ਤੂੰ ਦੇਖ ਲੈ, ਰੱਬ ਨੂੰ ਕਿਤੇ ਛੱਡ ਦੇ ਨਹੀਂ ਦਿੱਤਾ, ਤੇ ਜੇ ਛੱਡ ਦਿੱਤਾ ਤੇ ਹਜੇ ਵੀ ਤੇਰੇ ਕੋਲ ਟਾਈਮ ਹੈਗਾ। ਕਿਤੇ ਐਵੇਂ ਪੱਥਰਾਂ ਪੁੱਥਰਾਂ 'ਚ ਨਾ ਤੁਰਿਆ ਫਿਰ, ਐਵੇਂ ਲੋਕਾਂ ਦੇ ਪਿੱਛੇ ਲੱਗਾ ਫਿਰਦਾ ਕਿ ਤੇ ਅਗਲੇ ਕੀ ਵੇਚਣ ਦੇ ਆ। ਉਹ ਤੇ ਕਹਿੰਦੇ ਆਤਮਾ ਤੋਂ ਬਿਨਾਂ ਤੇ ਤੇਰਾ ਕਲਿਆਣ ਨਹੀਂ ਹੋਣਾ, ਤੇਰੇ ਕਿਲਵਿਖ ਨਹੀਂ ਲੈਣੇ, ਤੇਰਾ ਦੁੱਖ ਨਹੀਂ ਲੈਣੇ, ਤੇਰੀ ਭੁੱਖ ਨਹੀਂ ਖਤਮ ਹੋਣੀ। ਤੂੰ ਨਹੀਂ ਮਹਿਸੂਸ ਕਰਦਾ ਕਿ ਕਿੰਨਾ ਕੁਝ ਤੇਰੇ ਕੋ ਆ ਗਿਆ। 15 ਸਾਲ ਤੋਂ ਪਹਿਲਾਂ ਵੇਖੋ ਤੁਹਾਡੇ ਜੀਵਨ ਤੇ ਨਜ਼ਰ ਮਾਰੋ, ਤੁਹਾਡੇ ਕੋਲ ਕੁਛ ਵੀ ਨਹੀਂ ਹੈਗਾ ਸੀ, ਅੱਜ ਵੇਖੋ ਕਿੰਨਾ ਕੁਝ ਹੈਗਾ। ਅੰਦਰ ਭੁੱਖ ਘਟੀ ਹੈ? ਨਹੀਂ, ਉਹ ਨਹੀਂ ਘਟਣੀ, ਉਹ ਦਿਨ ਘਟੂਗੀ ਜਿੱਦਾਂ ਨਾਮ ਮਿਲ ਗਿਆ। ਹਾਂ, ਪਰਮਾਤਮਾ ਦੇ ਨਾਲ ਪਿਆਰ ਵੀ ਨਹੀਂ ਪੈਣਾ ਗੋਰਖੀ ਸਾਹਿਬ, ਇਹ ਵੀ ਕਹਿ ਰਹੀ ਬਾਣੀ। ਹਾਂ ਤੇ ਕੋਈ ਗੱਲ ਨਹੀਂ, ਪੈ ਜਾਊਗਾ। ਸੰਗਤ ਕਰੀ ਜੋ, ਟੈਨਸ਼ਨ ਨਹੀਂ ਲੈਣੀ। ਕੰਮ ਥੋੜਾ ਔਖਾ ਵਾ, ਹੋ ਜਾਏਗਾ, ਨਾ ਮੁਮਕਿਨ ਨਹੀਂ ਹੈ। ਉਹ ਕਹਿੰਦੇ ਆ ਇਹ ਹਉਮੈ ਦੀਗਰ ਰੋਗ ਹੈ, दारू ਵੀ ਇਨਮਾ ਹੀ। ਲਾ ਇਲਾਜ ਨਹੀਂ ਹੈ ਬਿਮਾਰੀ ਹੈ, ਬਟ ਇਲਾਜ ਹੋ ਸਕਦਾ ਹੈ। ਔਰ ਇਲਾਜ ਕਿੱਦਾਂ ਹੁੰਦਾ ਹੈ? ਡਾਕਟਰ ਕੋ ਬਾਰ-ਬਾਰ ਥੋੜੀ ਦਵਾਈ ਲਿਆ ਕਰੋ। ਇਸੇ ਤਰ੍ਹਾਂ ਆਪਾਂ ਵੀ ਥੋੜੀ ਦਵਾਈ ਲੈ ਆਉਂਦੇ ਹਾਂ ਬਾਣੀ ਤੋਂ, ਕਿਉਂਕਿ ਸਾਡਾ ਸਰੀਰ ਜ਼ਿਆਦੀ ਦਵਾਈ ਖਾ ਨਹੀਂ ਸਕਦਾ। ਥੋੜੀ ਰੋਜ਼ ਦੀ ਅੱਧਾ ਘੰਟਾ 1 ਘੰਟਾ ਜਿਹੜੀ ਤੁਸੀਂ ਦਵਾਈ ਲੈ ਰਹੇ ਜੋ, ਇਹਨੇ ਇੱਕ ਸਮਾਂ ਹੋਣਾ ਸਾਰੀ ਬਿਮਾਰੀ ਬਾਹਰ ਕੱਢ ਦੇਣੀ। ਚਿੱਤ ਸਾਫ਼ ਕਰ ਦੇਣਾ, ਫਿਰ ਚਿੱਤ ਨਹੀਂ ਚੱਲਣਾ। ਫਿਰ ਰਾਮਾਨੰਦ ਦੀ ਜਿਹੜੀ ਬਾਣੀ ਹੈ, ਫਿਰ ਤੁਸੀਂ ਖੁਦ ਹੀ ਕਹਿਣਾ ਕਤਲਾ ਜਾਈਏ ਰੇ ਘਰ ਲਾਗੋ ਰੰਗ, ਮੇਰਾ ਚਿੱਤ ਨਾ ਚੱਲੇ ਮਨ ਪਿਓ ਪੰਗ ਹੋ ਗਿਆ, ਨਹੀਂ ਚੱਲਦਾ। ਔਰ ਉਹ ਕਿਦੋਂ ਚੱਲੂਗਾ? ਜਿੰਨਾ ਚਿਰ ਤੱਕ ਤੁਸੀਂ ਚਲਾਉਂਦੇ ਜੋ ਉਹਨੇ ਚੱਲੀ ਜਾਣਾ। ਔਰ ਜੇਕਰ ਤੁਸੀਂ ਚਾਹੁੰਦੇ ਜੋ ਅੱਜ ਦਾ ਅੱਜ ਉਹ ਸਟਾਪ ਹੋ ਸਕਦਾ, ਕਿਉਂਕਿ ਉਹ ਗੱਡੀ ਦਾ ਗੇਅਰ ਜਿਹੜਾ ਹੈ ਨਾ, ਉਹ ਤੁਸੀਂ ਅੰਦਰ ਬੈਠੇ ਜੋ, ਮੈਂ ਆਪਣੇ ਅੰਦਰ ਬੈਠਾ, ਤੁਸੀਂ ਆਪਣੇ ਅੰਦਰ ਬੈਠੇ। ਗੇਅਰ ਪਾਉਣਾ ਨਹੀਂ ਪਾਉਣਾ ਜਾਂ ਨਿਊਟਰਲ ਕਰਕੇ ਰੱਖਣਾ ਹੈ, ਇਹ ਫੈਸਲਾ ਤੁਹਾਡਾ ਹੈ। ਮਨੁੱਖਾ ਜਨਮ ਇੱਕ ਐਸਾ ਹੈ, ਅਸੀਂ ਗੱਡੀ ਨਿਊਟਰਲ ਕਰ ਸਕਦੇ ਹਾਂ, ਬ੍ਰੇਕ ਲਾ ਸਕਦੇ ਹਾਂ। ਔਰ ਦੇਖ ਲਓ ਬਾਕੀ। ਹਾਂ, ਨਿਊਟਰਲ ਕਰਤਾ ਮਤਲਬ ਬ੍ਰੇਕ ਆਪੇ ਰੁਕ ਜਾਣੀ ਹੈ। ਨਿੱਜਾ ਸਾਹਿਬ ਜਦੋਂ ਗੇਅਰ ਹੀ ਕੱਢਤਾ ਨਾ, ਅੱਜ ਨਹੀਂ ਤੇ ਕੱਲ ਨੂੰ ਜਾ ਕੇ ਰੁਕ ਜੂਗੀ। ਰੇਡ ਤੇ ਹੈਗੀ ਥੋੜੀ ਬਹੁਤੀ, ਰੁਕ ਜਾਣੀ ਜਾ ਕੇ। ਬਿਲਕੁਲ
ਹੋਰ ਨਾ ਰੇਸ ਦੋ ਉਹਨੂੰ, ਉਹਦੀ ਜਿਹੜਾ ਪੈਰ ਹੈ ਨਾ ਪੈਰ ਚੁੱਕ ਲਓ ਪਲੀਜ਼। ਇੰਨਾ ਹੀ ਕੰਮ ਹੈ। ਬਾਣੀ ਤੇ ਉਹ ਕਹਿੰਦੀ ਹੈ ਕਿ ਜਿਹੜਾ ਤੂੰ ਗਲਤ ਦਿਸ਼ਾ ਦੇ ਵੱਲ ਪੈਰ ਨੱਪ ਕੇ ਗੱਡੀ ਭਜਾ ਰਿਹਾ ਨਾ, ਉਹ ਕੋਈ ਚੰਗੀ ਚੀਜ਼ ਨਹੀਂ। ਅੱਜ ਦੀ ਵਿਚਾਰ ਇੱਥੇ ਸਮਾਪਤੀ, ਅਰਦਾਸ ਕਰਨੀ ਹੈ ਜੀ। ਹਾਂਜੀ ਵੀ ਬਹੁਤ ਵਧੀਆ। ਏਕ ਓਂਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇਹ ਮੇਰੇ ਪਿਤਾ ਗਰੀਬ ਨਵਾਜ਼ ਬਾਣੀ ਪੜ੍ਹਦਿਆਂ, ਵਿਚਾਰ ਕਰਦਿਆਂ, ਬਾਣੀ ਸਰਵਣ ਕਰਦਿਆਂ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਅਤੇ ਗਲਤੀਆਂ ਹੋ ਗਈਆਂ। ਨਿਦਾਨ ਬੱਚੇ ਸਮਝ ਕੇ ਮਾਫ ਕਰੋ। ਅੱਗੇ ਤੋਂ ਛੋਟ ਤੇ ਸਪਸ਼ਟ ਬਾਣੀ ਪੜ੍ਹਨ ਦੀ ਆਗਿਆ ਬਖਸ਼ਣੀ। ਆਈਆਂ ਸੰਗਤਾਂ ਦੀ ਹਾਜ਼ਰੀ ਆਪਣੇ ਦਰ ਤੇ ਪ੍ਰਵਾਨ ਕਰਨੀ। ਮੇਰੇ ਮਾਲਿਕ ਨਾਮਦਾਨ ਬਖਸ਼ਣਾ, ਦੇਹ ਨਿਰੋਗਤਾ ਬਖਸ਼ਣੀ, ਤੰਦਰੁਸਤੀ ਬਖਸ਼ਣੀ। ਮੇਰੇ ਪਿਤਾ ਇੱਕ ਅਰਦਾਸ ਆਈ ਹੋ, ਬਿਨ ਬੋਲਿਆ ਸਭ ਕੁਝ ਜਾਣਦਾ ਅਤੇ ਸਰ ਅੱਗੇ ਕੀਜੀਏ ਅਰਦਾਸ। ਮੇਰੇ ਪਿਤਾ ਮਿਹਰ ਕਰੋ, ਆਪਰੇਸ਼ਨ ਦੇ ਵਿੱਚ ਉਹਨਾਂ ਨੂੰ ਸਫਲਤਾ ਮਿਲੇ। ਮੇਰੇ ਪਿਤਾ ਇੱਕ ਅਰਦਾਸ ਆਈ ਹੈ, ਮੇਰੇ ਪਿਤਾ ਜਿਹੜੀ ਇਹ ਗੋਡਿਆਂ ਦਾ ਆਪਰੇਸ਼ਨ ਕਰਾਉਣਾ ਹੈ ਉਹਨਾਂ ਨੇ, ਉਹਨਾਂ ਦੀ ਵੀ ਆਪ ਰਕਸ਼ਾ ਕਰੋ, ਉਹਨਾਂ ਨੂੰ ਤੰਦਰੁਸਤੀ ਮਿਲੇ। ਜਿਸ ਮਨੋਰਥ ਨੂੰ ਰੱਖ ਕੇ ਉਹਨਾਂ ਨੇ ਆਪਰੇਸ਼ਨ ਕਰਨਾ ਹੈ, ਉਹ ਮਨੋਰਥ ਜਿਹੜਾ ਹੈ ਉਹ ਪੂਰਾ ਹੋਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ 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 ਵਾਹਿਗੁਰੂ। ਸਾਧ ਸੰਗਤ ਜੀ ਤੁਸੀਂ ਚੁੱਪ ਹੋ ਜਾਓ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।